ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਸਾਂਝੀ ਸੱਥ ਤੇ ਆਪਾਂ ਆਪਣੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਰਾਜ ਜੀ। ਬਹੁਤ ਧੰਨਵਾਦ ਜਿੰਨੇ ਵੀ ਸਰੋਤੇ ਇਸ ਵੇਲੇ ਜੁੜੇ ਹੋਏ ਨੇ ਸਾਡੇ ਨਾਲ। ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਜੀ ਸੋ ਆਪਣੇ ਨਾਲ ਪ੍ਰਵੀਨ ਸ਼ਰਮਾ ਜੀ ਇਸ ਟਾਈਮ ਸਟੂਡੀਓ 'ਚ ਆ ਕੇ ਜੁੜ ਬੈਠੇ ਨੇ ਅਜਮੇਰ ਸਿੰਘ ਜੀ, ਹਿਸਟੋਰੀਅਨ। ਸੋ ਉਹਨਾਂ ਦੇ ਨਾਲ ਆਪਾਂ ਹੁਣ ਗੱਲਬਾਤ ਜਿਹੜੀ ਆ ਉਹ ਕਰਾਂਗੇ। ਸੋ ਸਵਾਗਤ ਕਰਦੇ ਹਾਂ ਉਹਨਾਂ ਦਾ। ਅਜਮੇਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜੀ ਹਾਂਜੀ ਰਾਜ ਜੀ, ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਜਿਹੜਾ 2 ਜੂਨ ਦਾ ਦਿਨ ਸੀਗਾ, ਜਿਹੜਾ ਜਿਵੇਂ ਆਪਾਂ ਪੜ੍ਹਿਆ ਤੇ ਆਪਾਂ ਦੱਸ ਹੀ ਚੁੱਕੇ ਹਾਂ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ ਕਿ 2 ਜੂਨ ਨੂੰ ਇੰਦਰਾ ਗਾਂਧੀ ਨੇ ਉਹਦੀ ਮਸ਼ੀਨਰੀ ਨੇ, ਸਰਕਾਰੀ ਮਸ਼ੀਨਰੀ ਨੇ, ਇੰਟੈਲੀਜੈਂਸ ਨੇ ਸਾਰਾ ਕੁਝ ਜਿਹੜਾ ਆਈਸੋਲੇਟ ਕਰਤਾ ਸੀਗਾ। ਉਹਨਾਂ ਹੀ ਗੱਲਾਂ ਨੂੰ ਅੱਗੇ ਤੋਰਦੇ ਆ ਤੇ ਅਜਮੇਰ ਸਿੰਘ ਜੀ ਨੇ ਕਿਉਂਕਿ ਇਹਨਾਂ ਚੀਜ਼ਾਂ ਤੇ ਬੜੀ ਰਿਸਰਚ ਕੀਤੀ ਆ, ਤਾਂ ਉਹਨਾਂ ਨੂੰ ਹੀ ਜਿਹੜਾ ਸਵਾਲ ਪੁੱਛਾਂਗੇ ਵੀ ਇਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਹੋ ਗਈਆਂ ਸੀਗੀਆਂ, ਪ੍ਰੈਕਟੀਕਲੀ ਦਿਖਣ ਲੱਗ ਪਏ ਸਾਰਾ ਕੁਛ, ਤਾਂ ਉਸੇ ਦਰਮਿਆਨ ਜਿਹੜੀ ਅਕਾਲੀ ਲੀਡਰਸ਼ਿਪ ਆ ਜਾਂ ਪੰਥਕ ਲੀਡਰਸ਼ਿਪ ਆ, ਉਹਨੂੰ ਤੁਸੀਂ ਕਿੱਥੇ ਦੇਖਦੇ ਹੋ? ਕਿਉਂਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਉਦੋਂ ਉਹਨਾਂ ਦੀ ਹੋਈ ਸੀਗੀ ਜੀ। ਦੇਖੋ, ਅਕਾਲੀ ਲੀਡਰਸ਼ਿਪ ਮੇਰੀ ਜਿਹੜੀ ਗੱਲਬਾਤ ਹੁੰਦੀ ਰਹੀ ਹੈ ਬਾਅਦ ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਨਾਲ ਹੀ ਜ਼ਿਆਦਾ ਹੋਈ ਹੈ। ਤੇ ਇਹਦੇ 'ਚ ਹੁਣ ਇਹ ਗੱਲ ਸੀਗੀ ਕਿ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਕੀ ਤੁਹਾਨੂੰ ਇਸ ਗੱਲ ਦਾ ਪਹਿਲਾਂ ਕੋਈ ਸੀ ਅੰਦਾਜ਼ਾ ਵੀ ਇਸ ਪੱਧਰ ਦਾ ਅਟੈਕ ਹੋਣਾ ਹੈ? ਜੀ ਜੀ। ਉਹ ਕਹਿੰਦੇ ਵੀ ਨਹੀਂ, ਸਾਨੂੰ ਇਸ ਲੈਵਲ ਦਾ ਸਾਨੂੰ ਕਿਸੇ ਨੂੰ ਨਹੀਂ ਸੀ। ਵੱਧ ਤੋਂ ਵੱਧ ਇਹ ਉਮੀਦ ਸੀ ਕਿ ਉਹ ਆਪਣਾ ਭੇਜਣਗੇ ਫੌਜ ਦਾ ਘੇਰਾ ਪਾਉਣਗੇ ਤੇ ਅੰਦਰ ਕਮਾਂਡੋ ਭੇਜ ਕੇ ਜਾਂ ਕਿਵੇਂ ਨਾ ਕਿਵੇਂ ਤੇ ਕੋਸ਼ਿਸ਼ ਉਹ ਇਹ ਕਰਨਗੇ ਕਿ ਸੰਤ ਆਤਮ ਸਮਰਪਣ ਕਰ ਦੇਣ। ਇਹ ਹੁਣ ਜਿੰਨੀਆਂ ਵੀ ਕਿਤਾਬਾਂ ਬਾਅਦ ਦੇ ਵਿੱਚ ਵੀ ਮੈਂ ਪੜ੍ਹੀਆਂ ਉਹਦੇ 'ਚ ਵੀ ਪੁਸ਼ਟੀ ਹੁੰਦੀ ਹੈ। ਅਸਲ 'ਚ ਉਹਨਾਂ ਨੂੰ ਵੀ ਇਹ ਭੁਲੇਖਾ ਸੀ ਕਿ ਜਦੋਂ ਫੌਜ ਦਾ ਘੇਰਾ ਪੈ ਗਿਆ ਏਡਾ ਵੱਡਾ ਤਾਂ ਫਿਰ ਉਹ ਅੰਦਰ ਜਿੰਨੇ ਕੁ ਬੰਦੇ ਨੇ ਉਹ ਲੜ ਨਹੀਂ ਸਕਣਗੇ। ਤੇ ਉਹਨਾਂ ਨੂੰ ਵੀ ਇਹ ਸੀ ਕਿ ਉਹ ਫਿਰ ਆਤਮ ਸਮਰਪਣ ਕਰ ਦੇਣਗੇ, ਲੜਾਈ ਬਹੁਤੀ ਹੋਣੀ ਨਹੀਂ ਜੀ। ਇਹ ਸਾਰਿਆਂ ਨੂੰ ਇਹ ਅੰਦਾਜ਼ਾ ਸੀ, ਅੰਦਾਜ਼ੇ ਸਾਰਿਆਂ ਦੇ ਫੇਲ ਹੋਏ। ਜਿਹੜੀਆਂ ਗੁਪਤ ਮੀਟਿੰਗਾਂ ਆਪਾਂ ਦੇਖਦੇ ਰਹੇ ਹਾਂ ਵੀ ਉਸ ਦਰਮਿਆਨ ਹੋਈਆਂ ਜਨਵਰੀ ਤੋਂ ਲੈ ਕੇ ਮਈ ਤੱਕ, ਉਹਨਾਂ ਗੁਪਤ ਮੀਟਿੰਗਾਂ ਦੇ ਵਿੱਚ ਵੀ ਤੁਹਾਨੂੰ ਲੱਗਦਾ ਤੁਹਾਡੀ ਰਿਸਰਚ ਜਾਂ ਤੁਸੀਂ ਉਹ ਮੀਟਿੰਗਾਂ ਪੋਲੀਟੀਕਲ ਐਗਰੀਮੈਂਟ ਵਾਸਤੇ ਸੀ। ਅੱਛਾ, ਕਿ ਜਿੰਨੀਆਂ ਮੰਗਾਂ ਦੇ ਉੱਤੇ ਧਰਮ ਦੇ ਸੰਤਾਂ ਨੂੰ ਕਨਵਿੰਸ ਕਰਨ ਵਾਸਤੇ ਕੋਈ ਉਹਦੇ 'ਚ ਚਰਚਾ ਨਹੀਂ ਹੋਈ ਵੀ ਜੇ ਆਹ ਹੁੰਦਾ ਜਾਂ ਕਿਵੇਂ ਹੁੰਦਾ ਜਾਂ ਅਸੀਂ ਆਹ ਤਰ੍ਹਾਂ ਦੇਖੋ ਉਹਨਾਂ ਦੇ ਜਿਹੜੀ ਗੱਲਬਾਤ ਹੋਈ ਹੈ ਨਾ, ਜਿੱਥੇ ਅਖੀਰ ਤੇ ਜਾ ਕੇ ਜਦੋਂ ਇਹ ਗੱਲ ਵਾਸਤੇ ਮੰਨ ਵੀ ਗਏ ਸੀ ਵੀ ਅਨੰਦਪੁਰ ਦੇ ਮਤੇ ਨੂੰ ਵੀ ਅਸੀਂ ਪ੍ਰਵਾਨ ਕਰ ਲੈਂਦੇ ਆ ਜੀ, ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ ਇਸ ਵਾਸਤੇ ਸੰਤ ਜਰਨੈਲ ਨੂੰ ਕਨਵਿੰਸ ਕਰ ਲਓਗੇ। ਹਾਂਜੀ ਜੀ। ਤਾਂ ਉਹਦੀ ਜ਼ਿੰਮੇਵਾਰੀ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਲਈ ਸੀ ਕਿ ਇਹ ਮੇਰੀ ਜ਼ਿੰਮੇਵਾਰੀ ਹੈ। ਇਹ ਮੈਂ ਉਹਨਾਂ ਨੂੰ ਪੁਆਇੰਟਡ ਕੁਐਸਚਨ ਪੁੱਛਿਆ ਸੀ ਜੀ ਕਿ ਤੁਹਾਨੂੰ ਤਾਂ ਪਤਾ ਸੀ ਕਿ ਸੰਤਾਂ ਨੇ ਨਹੀਂ ਮੰਨਣਾ। ਹਾਂਜੀ, ਠੀਕ ਆ। ਇਸ ਤਰ੍ਹਾਂ ਤੇ ਫਿਰ ਤੁਸੀਂ ਇਹ ਕਿਉਂ ਕਿਹਾ? ਉਹ ਕਹਿੰਦਾ ਵੀ ਮੈਂ ਇਹ ਸੀ ਕਿ ਇਹ ਬਹਾਨਾ ਨਾ ਇਹ ਲੱਭਣ ਕੋਈ ਜੀ, ਵੀ ਤੁਸੀਂ ਪਹਿਲਾਂ ਸੰਤ ਦੀ ਜ਼ਿੰਮੇਵਾਰੀ ਲਓ। ਠੀਕ ਆ, ਵੀ ਇੱਕ ਵਾਰ ਇਹਨਾਂ ਤੋਂ ਗੱਲ ਮਨਾ ਲਓ, ਮੁੜ ਕੇ ਕਹਿ ਦਿਆਂਗੇ ਵੀ ਸਾਡੀ ਤਾਂ ਮੰਨੀ ਨਹੀਂ ਆਉਂਦੀ ਜੀ ਜੀ, ਜਾਂ ਕੋਈ ਇਹੀ ਜੀ ਗੱਲ, ਮਤਲਬ ਇਸ ਤਰ੍ਹਾਂ ਦਾ ਸੀਗਾ ਇਹ ਜੀ। ਤੇ ਇਹ ਉਹਨਾਂ ਨੂੰ ਵੀ ਸੀ ਵੀ ਤੁਸੀਂ ਸੰਤ ਨੂੰ ਜ਼ਰੂਰ ਮਨਾਓ। ਠੀਕ ਆ, ਹਾਂਜੀ। ਉਹ ਸਿੱਧੀ ਲੜਾਈ ਜਾਂ ਸੰਤਾਂ ਨਾਲ ਟਾਕਰੇ ਦੇ ਉਹਦੇ 'ਚ ਹੈ ਨਹੀਂ ਸੀ ਪਹਿਲਾਂ, ਜਾਂ ਕੀ ਉਹਨਾਂ ਦੀ ਟਾਕਰੇ 'ਚ ਹੋਏ ਇਸ ਤਰ੍ਹਾਂ ਨਹੀਂ ਸੀ ਕਿ ਉਹਨਾਂ ਨੂੰ ਲੱਗਦਾ ਸੀ ਨੁਕਸਾਨ ਵੱਡਾ ਹੋ। ਠੀਕ ਆ, ਕਿਉਂਕਿ ਹੁਣ ਜਿਹੜੀ ਕਿਤਾਬ ਆਈ ਆ ਨਾ ਰਾਹ ਦੇ ਅਫਸਰ ਦੀ ਜੀ, ਅੱਛਾ, ਜਿਹੜਾ GVS ਸਿੱਧੂ ਹੈ, ਹਾਂਜੀ ਹਾਂਜੀ, ਤੇ ਉਹ ਹੁਣ ਬਹੁਤ ਉਤਲੇ ਪੱਧਰ ਦਾ ਅਫਸਰ ਸੀਗਾ ਜੀ। ਉਹਨੂੰ ਵੀ ਉਹ ਸਾਰੀ ਜਾਣਕਾਰੀ ਸੀ। ਉਹਦੇ 'ਚ ਉਹ ਜਿੰਨੀ ਡਿਟੇਲ ਮੈਂ ਪੜ੍ਹੀ ਆ ਉਹਦੇ 'ਚ ਇਹ ਸੀ ਕਿ ਇੰਦਰਾ ਜਿਹੜੀ ਵੀ ਪਲਾਨ ਆਉਂਦੀ ਸੀ, ਇਸ ਤਰ੍ਹਾਂ ਕਰੀਏ ਕਮਾਂਡੋਆਂ ਰਾਹੀਂ ਚੁੱਕ ਲਈਏ, ਉਹਦਾ ਪਹਿਲਾ ਸਵਾਲ ਇਹ ਹੁੰਦਾ ਸੀ ਬੰਦੇ ਕਿੰਨੇ ਕੁ ਮਰਨਗੇ, ਵੀ ਬੰਦੇ ਜ਼ਿਆਦਾ ਨਾ ਮਰਨ। ਇਹ ਉਹਨੂੰ ਪਤਾ ਸੀ ਕਿ ਜੇ ਜ਼ਿਆਦਾ ਬੰਦੇ ਮਰ ਗਏ ਤਾਂ ਸਿੱਖ ਜਿਹੜੇ ਹਿੰਦੁਸਤਾਨ ਤੋਂ ਏਲੀਨੇਟ ਹੋ ਜਾਣਗੇ ਤੇ ਇਹ ਫਿਰ ਸਾਡੇ ਵਾਸਤੇ ਬਿਪਤਾ ਬਹੁਤ ਵੱਡੀ ਹੈ। ਸੋ ਅਜਮੇਰ ਸਿੰਘ ਜੀ ਇੱਕ ਉਹਨੂੰ ਆਪਦਾ ਜਾਤੀ ਭੈ ਸੀ ਜੀ। ਠੀਕ ਹੈ, ਇਹ ਜੇ ਕੋਈ ਇਹੀ ਜੀ ਗੱਲ ਹੋ ਗਈ ਮੈਨੂੰ ਨਹੀਂ ਛੱਡਣਾ ਜੀ। ਇਹ ਉਹ ਲਗਾਤਾਰ ਕਹਿੰਦੀ ਰਹੀ। ਅੱਛਾ, ਜਦੋਂ ਵੀ ਕੋਈ ਗੱਲ ਆਉਂਦੀ ਸੀ ਵੀ ਉਹ ਚਲੋ ਵੀ ਆਹ ਗੱਲ, ਇਹ ਪਤਾ ਕਹਿੰਦੀ ਮੈਨੂੰ ਨਹੀਂ ਛੱਡਣਾ
ਤੇ ਕਹਿੰਦੀ ਮੇਰਾ ਤਾਂ ਚਲੋ ਕੋਈ ਗੱਲ ਨਹੀਂ, ਮੈਨੂੰ ਬੱਚਿਆਂ ਦਾ ਬਹੁਤ ਫਿਕਰ ਹੈ। ਅੱਛਾ। ਅਖੀਰਲੇ ਮੌਕੇ ਤੇ ਕਹਿੰਦੇ ਉਹ ਹੂੰ। ਬੱਚਿਆਂ ਨੂੰ, ਆਪਦੇ ਪੋਤੇ ਤੇ ਪੋਤੀ ਨੂੰ ਹੂੰ। ਉਹ ਕਿਤੇ ਵੀ ਦੂਰ ਨਹੀਂ ਸੀ ਜਾਣ ਦੇਣਾ ਚਾਹੁੰਦੀ, ਵੀ ਮੇਰੇ ਨੇੜੇ ਤੇੜੇ ਰਹੋ। ਨੇੜੇ ਤੇ ਇੰਨਾ ਉਹਨੂੰ ਮਨ ਦੇ ਵਿੱਚ ਉਹ ਫੀਅਰ ਪੈ ਪੈ ਸੀ। ਗਿਆ ਸੀਗਾ। ਜੀ। ਅਜਮੇਰ ਸਿੰਘ ਜੀ, ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਪੁੱਛਦੀ ਸੀਗੀ ਵੀ ਭਾਈ ਕਿੰਨੇ ਜ਼ਿਆਦਾ ਜਾਣੇ, ਕਿੰਨੇ ਲੋਕ ਮਰ ਸਕਦੇ ਆ, ਪਰ ਫਿਰ ਵੀ ਉਹਨਾਂ ਨੇ ਇਹ ਦਿਨ ਕਿਉਂ ਚੁਣਿਆ ਜਦੋਂ ਉਹਨਾਂ ਨੂੰ ਪਤਾ ਸੀਗਾ ਵੀ ਸੰਗਤ ਤਾਂ ਬਹੁਤ ਜ਼ਿਆਦਾ ਹੋਣੀ ਹੈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ? ਨਹੀਂ ਦੇਖੋ, ਇਹਦੇ ਬਾਰੇ ਜਿਹੜੀ ਜ਼ਿਆਦਾ ਪ੍ਰਚਲਿਤ ਧਾਰਨਾ ਤਾਂ ਇਹ ਹੈ ਵੀ ਜਾਣਬੁੱਝ ਕੇ ਚੁਣਿਆ, ਬੰਦੇ ਜ਼ਿਆਦਾ ਮਾਰਨੇ ਚਾਹੁੰਦੇ ਸੀ। ਹੂੰ। ਪਰ ਹੁਣ ਤੁਸੀਂ ਜੇ ਆਪਾਂ ਦੇਖੀਏ ਅਸਲ ਦੇ ਵਿੱਚ ਜੀ, ਜੀ। ਜਿੰਨੀਆਂ ਕੁ ਗੱਲਾਂ ਬਾਹਰ ਆਈਆਂ ਨਾ, ਹਾਂਜੀ। ਇਹ ਉਹਨਾਂ ਦੀ ਮਿਸਕੈਲਕੂਲੇਸ਼ਨ ਸੀ। ਠੀਕ ਹੈ। ਠੀਕ ਆ। ਮਤਲਬ ਇਹ ਤਾਂ ਹੁਣ ਉਹਦਾ ਬੜਾ ਕ੍ਰਿਟਿਸਿਜ਼ਮ ਹੋਇਆ, ਜਨਰਲ ਵੈਦਿਆ ਦਾ ਵੀ ਤੇ ਜਨਰਲ ਬਰਾੜ ਦਾ ਵੀ। ਹੂੰ। ਜਨਰਲ ਵੈਦਿਆ ਦੀ ਵੀ ਨਲਾਇਕੀ ਸੀਗੀ, ਹੂੰ। ਕਿਉਂਕਿ ਫੌਜੀਆਂ ਨੂੰ ਨਾ ਫੌਜ ਤੇ ਮਾਣ ਬਹੁਤ ਹੁੰਦਾ ਹੈ ਜੀ, ਜੀ। ਕਿ ਸਿਵਲੀਅਨ ਇਹਦਾ ਮੁਕਾਬਲਾ ਕਿਵੇਂ ਕਰ ਲੈਣਗੇ। ਕਿੱਦਾਂ? ਚਲੋ ਵੈਦਿਆ ਤਾਂ ਇਹ ਸੀ ਕਿ ਉਹਨੂੰ ਸਿੱਖਾਂ ਦੀ ਸਮਝ ਨਹੀਂ ਸੀ, ਹੂੰ। ਪਰ ਇਹ ਬਰਾੜ- ਜਿਹੜਾ ਸੀਗਾ ਜਨਰਲ ਬਰਾੜ, ਬਰਾੜ ਤਾਂ ਹਾਂ, ਇਹਨੇ ਕਹਿੰਦੇ ਜਦੋਂ ਪਹਿਲਾਂ ਮੀਟਿੰਗ ਕੀਤੀ ਨਾ ਕਿ 2 ਤਰੀਕ ਨੂੰ, ਹਾਂਜੀ। ਤੇ 2 ਤਰੀਕ ਦੀ ਮੀਟਿੰਗ 'ਚ ਇਹਨੇ ਕੁਝ ਸਿਵਲ ਅਫਸਰ ਵੀ ਸੱਦੇ ਸੀਗੇ, ਹੂੰ। ਡੀਸੀ ਵੀ ਸੱਦਿਆ ਸੀਗਾ ਅੰਮ੍ਰਿਤਸਰ ਦਾ, ਹੂੰ। ਤੇ ਆਪਣੇ ਬੀਐਸਐਫ ਦੇ ਜਿਹੜੇ ਸੀਗੇ ਅਫਸਰ ਉਹ ਵੀ ਸੱਦੇ, ਹੂੰ। ਸੀਆਈਡੀ ਦੇ ਵੀ ਸੱਦੇ, ਇੰਟੈਲੀਜੈਂਸ ਦੇ ਵੀ। ਹੂੰ। ਉੱਥੇ ਜਦੋਂ ਇਹਨੇ ਕਿਹਾ ਮਤਲਬ ਵੀ ਇਸ ਤਰ੍ਹਾਂ ਸਾਡੀ ਆਹ ਪਲਾਨ ਹੈ, ਹੂੰ। ਤੇ ਉਹਨੇ ਕਿਹਾ ਸੀਗਾ ਕਿ ਇੱਥੇ ਇਹ ਬਹੁਤੀ ਰੈਜ਼ਿਸਟੈਂਸ ਨਹੀਂ ਦੇ ਸਕਣਗੇ। ਹੂੰ। ਤਾਂ ਜਿਹੜਾ ਫਿਰ ਪੰਧੇਰ ਸੀ ਨਾ ਬੀਐਸਐਫ ਦਾ, ਜੀ। ਉਹਨੇ ਇਹ ਗੱਲ ਕਹੀ ਸੀ, ਕਹਿੰਦਾ ਵੀ ਨਹੀਂ, ਤੁਹਾਨੂੰ ਪਤਾ ਨਹੀਂ ਮਤਲਬ ਵੀ ਉਹ ਬੰਦੇ ਰਿਲੀਜੀਅਸਲੀ ਕਿੰਨੇ ਮੋਟੀਵੇਟਡ ਨੇ, ਠੀਕ ਆ। ਉਹ ਆਤਮ ਸਮਰਪਣ ਨਹੀਂ ਕਰਨਗੇ ਹੂੰ। ਤੇ ਉਹ ਜਾਨ ਦੇ ਦੇਣਗੇ। ਹੂੰ। ਤੇ ਇਹਨੇ ਫਿਰ ਫੜ ਮਾਰੀ ਸੀ, ਕਹਿੰਦਾ ਮੈਂ ਜਾਣਦਾ, ਕਹਿੰਦਾ ਫੌਜ ਦੇ ਜਦੋਂ ਤੋਪਾਂ ਗਰਜੀਆਂ ਨਾ ਹੂੰ। ਤੇ ਟੈਂਕ ਦਿਸੇ ਜਦੋਂ, ਜੀ। ਜਦੋਂ ਚੱਲੇ ਗੋਲੇ ਟੈਂਕਾਂ ਦੇ, ਹੂੰ। ਤੇ ਤੂੰ ਦੇਖੀ ਵੱਡੇ ਵੱਡੇ ਬੰਦੇ ਕੰਬ ਜਾਂਦੇ। ਹੂੰ। ਇਹ ਕਹਿੰਦਾ ਵੀ ਨਹੀਂ, ਹੂੰ। ਤੈਨੂੰ ਨਾ ਅਸਲ 'ਚ ਜੱਟਾਂ ਦੀ ਸਮਝ ਨਹੀਂ। ਹੂੰ। ਸਹੀ। ਉਹ ਕਹਿੰਦਾ ਮੈਂ ਜੱਟ ਹਾਂ, ਹੂੰ। ਮੈਂ ਬਰਾੜ ਹਾਂ। ਹੂੰ। ਇਹ ਕਹਿੰਦਾ ਨਹੀਂ, ਜੱਟ ਹੁੰਦਾ ਸਿਰ ਤੇ ਪੱਗ ਹੋਵੇ, ਦਾੜੀ ਹੋਵੇ ਤੇ ਮੁੱਛ ਹੋਵੇ, ਹੂੰ। ਤੇਰੇ ਉਹ ਕੁਛ ਨਹੀਂ। ਅੱਛਾ। ਫਿਰ ਇਹਨੂੰ ਉੱਥੋਂ ਕੱਢਤਾ ਸੀ, ਹੂੰ। ਤੇ ਫਿਰ ਇਹਨੂੰ ਇਹ ਸੀ ਵੀ ਤੂੰ ਛੁੱਟੀ ਲੈ ਜਾ ਲੰਬੀ, ਤੇ ਕਿਤੇ ਗੱਲ ਨਹੀਂ ਕਰਨੀ। ਸੋ ਇਹਨੂੰ ਬਹੁਤ ਮਹੀਨੇ ਉੱਥੋਂ ਬਿਲਕੁਲ ਲਾਂਭੇ ਕਰਤਾ। ਹੁਣ ਆ ਕੇ ਉਹਨੇ ਇਹ ਇੰਟਰਵਿਊਜ਼ ਦੇਣੀਆਂ ਸ਼ੁਰੂ ਕੀਤੀਆਂ ਪੰਧੇਰ ਨੇ। ਮੇਰਾ ਖਿਆਲ ਉਹ ਸ਼ਾਇਦ ਟੈਲੀਕਾਸਟ ਹੋਊਗੀ ਜਾਂ ਇੱਕ ਅੱਧੇ ਦਿਨ 'ਚ ਹੋਊਗੀ, ਪ੍ਰੋ ਪੰਜਾਬ ਟੀਵੀ ਜਿਹੜਾ ਹੈਗਾ ਨਾ ਆਜ਼ਾਦ ਬੰਦੇ ਕਰਫਿਊ ਦਾ, ਉਹਦੇ ਤੇ ਉਹਨੇ ਲੰਬੀ ਇੰਟਰਵਿਊ ਦਿੱਤੀ ਹੈ। ਉਹ ਕਹਿੰਦਾ ਵੀ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ, ਤੇ ਮੈਂ ਇਹ ਮੰਗਿਆ ਸੀ ਗੁਰੂ ਤੋਂ ਵੀ ਮੈਂ ਜਦੋਂ ਵੀ ਇੱਥੇ ਆਵਾਂ, ਮੈਂ ਨਿਮਾਣਾ ਬਣ ਕੇ ਆਵਾਂ, ਮੈਂ ਚੜ੍ਹਾਈ ਕਰਕੇ ਨਾ ਆਵਾਂ, ਕਿਉਂਕਿ ਮੇਰਾ ਕਿੱਤਾ ਦੂਜਾ ਹੈ, ਸਹੀ ਹੈ, ਮੇਰਾ ਪ੍ਰੋਫੈਸ਼ਨ ਦੂਜਾ ਹੈ, ਤੇ ਮੈਥੋਂ ਕਿਤੇ ਇਹ ਨਾ ਹੋ ਜੇ। ਸੋ ਉਹ ਸੀਗਾ ਬੰਦਾ ਜਿਹਨੇ ਇਹ ਗੱਲ ਕਹੀ, ਤੇ ਹੁਣ ਉਹ ਖੁੱਲ ਕੇ ਸਾਰੀਆਂ ਗੱਲਾਂ ਸਾਹਮਣੇ ਲਿਆ ਰਿਹਾ ਹੈ। ਠੀਕ ਆ। ਹਾਂਜੀ, ਉਹਦੇ ਚੋਂ ਮਤਲਬ ਇਹ ਹੁਣ ਸਾਰੇ ਬੰਦੇ ਨਿਰਣੇ ਤੇ ਪਹੁੰਚ ਗਏ ਵੀ ਜਿਹੜਾ ਜਨਰਲ ਬਰਾੜ ਹੈ ਨਾ, ਉਹ ਜਿਵੇਂ ਇੱਕ ਫੋਕਰੇ ਨਹੀਂ ਹੁੰਦੇ ਬੰਦੇ, ਉਹਨੇ ਫੋਕਰਪਣੇ ਦੇ ਵਿੱਚ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਬਹੁਤ ਜ਼ਿਆਦਾ ਵੀ ਤੁਸੀਂ ਪਰਵਾਹ ਨਾ ਕਰੋ, ਲੜਾਈ ਕਿਹਨੇ ਕਰਨੀ ਆ ਉੱਥੇ। ਠੀਕ ਹੈ, ਮਿਸਕੈਲਕੂਲੇਸ਼ਨ ਸੀ ਉਹਦੀ। ਮਿਸਕੈਲਕੂਲੇਸ਼ਨ ਸੀਗੀ, ਹੁਣ ਇਹ ਗੱਲ ਪ੍ਰੂਵ ਹੋ ਚੁੱਕੀ ਹੈ। ਅੱਛਾ, ਜਦੋਂ ਫਿਰ ਸ਼ੁਰੂ ਹੋ ਗਿਆ ਆਪਰੇਸ਼ਨ ਜੀ, ਫਿਰ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਸੀ ਪਿੱਛੇ ਹਟਣ। ਪਿੱਛੇ ਹਟਣ ਨੂੰ ਤਾਂ ਫਿਰ ਨਹੀਂ ਸੀ। ਹਾਂ, ਜੇ ਪਿੱਛੇ ਹਟਦੇ ਸੀ ਮਰਦਾ ਸੀ, ਫਿਰ ਸਭ ਕੁਝ ਹੀ ਜਾਂਦਾ ਸੀ। ਅੱਛਾ, ਇਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਹਾਂ ਇਹਨੂੰ, ਕਿਉਂਕਿ ਮੈਂ ਤੁਹਾਡੇ ਵੀ ਰਿਸਰਚ ਪੜ੍ਹ ਰਿਹਾ ਸੀ ਇਹਦੇ ਬਾਰੇ, ਤੁਹਾਡੀ ਜਿਹੜੀ ਕੀਤੀ ਹੈ, ਤੁਸੀਂ 3 ਕਾਰਨ ਦੱਸੇ, ਧਾਰਮਿਕ, ਸਿਆਸੀ, ਰਾਜਨੀਤਿਕ ਕਾਰਨ ਜਾਂ ਸਮਾਜਿਕ ਕਾਰਨ ਸੀਗੇ। ਕੀ ਸਾਡੀਆਂ ਪੋਲੀਟੀਕਲ ਪਾਰਟੀਆਂ ਦਾ ਸਟਾਂਸ ਕੀ ਸੀਗਾ ਉਸ ਸਮੇਂ ਦੇਸ਼ ਦੀਆਂ ਦਾ, ਜਾਂ ਸਾਡੇ ਇੱਥੋਂ ਦੀਆਂ ਜਿਹੜੀਆਂ ਜਮਾਤਾਂ ਸੀ, ਕਿਉਂਕਿ ਕਾਂਗਰਸ ਨੇ ਵਿਚਰਨਾ ਸੀ ਇੱਥੇ। ਹਾਲਾਂਕਿ ਇਹ ਤਾਂ ਸਾਫ਼ ਹੋ ਚੁੱਕਿਆ ਸੀਗਾ ਵੀ ਜਿਹੜਾ 82 ਦਾ ਕਪੂਰੀ ਮੋਰਚੇ ਲੱਗੇ ਜਾਂ ਇੰਦਰਾ ਨੇ ਟੱਕ ਲਾਇਆ, ਤਾਂ ਉਹ ਅੜੀਅਲ ਤਾਂ ਉਹ ਸੀਗੀ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਲੈ ਕੇ, ਕਿ ਨਹੀਂ ਮੈਂ ਤਾਂ ਹੀ ਕਰ। ਦੇਖੋ, ਇਹਦੇ 'ਚ ਨੰਬਰ ਆਫ ਫੈਕਟਰਸ ਦਾ ਰੋਲ ਹੁੰਦਾ ਹਮੇਸ਼ਾ। ਠੀਕ ਹੈ। ਇੰਦਰਾ ਗਾਂਧੀ ਦੀ ਸ਼ਖਸੀਅਤ ਦਾ ਰੋਲ ਵੀ ਸੀ। ਅੱਛਾ।
ਹਨਾ, ਅੜੀਅਲ ਸੀ, ਹੈਂਕੜ ਸੀ ਉਹਦੇ ਵਿੱਚ, ਵੀ ਮੇਰੇ ਮੂਹਰੇ ਕੋਈ ਕੁਛ ਫੜ ਕਿਵੇਂ ਨਹੀਂ ਉਹ ਜਾਊਗਾ। ਡਿਕਟੇਟਰਸ਼ਿਪ ਵਾਲਾ ਮਾਈਂਡ ਹਾਵੀ ਸੀ। ਉਹਦਾ ਮਾਈਂਡ ਸੈਟ ਉਸ ਤਰ੍ਹਾਂ ਦਾ ਸੀਗਾ, ਬੜਾ ਅਥਾਰਟੇਰੀਅਨ। ਹੂੰ ਅਥਾਰਟੇਰੀਅਨ ਮਾਈਂਡ ਸੈਟ ਇਹ ਨਹੀਂ ਚੱਲਦਾ ਹੁੰਦਾ, ਇਹ ਮੋਦੀ ਦਾ ਵੀ ਐਵੇਂ ਹੀ ਹੈ। ਇਦਾਂ ਹੀ ਤੇ ਉਹ ਮਤਲਬ ਕੋਈ ਬੰਦਾ ਉਹ ਤੋਂ ਹੁਕਮਾਂ ਦੀ ਉਹਦੀ ਪਾਲਣਾ ਨਾ ਕਰੇ, ਕਿਉਂਕਿ ਉਹਦੇ ਆਲੇ ਦੁਆਲੇ ਘੇਰਾ ਸੀ ਨਾ, ਇੰਡੀਆ ਇਜ਼ ਇੰਦਰਾ। ਘੇਰਾ ਸੀ, ਨਾਲੇ ਫਿਰ ਉਹਦਾ ਇਮੇਜ ਟੁੱਟਦਾ ਹੈ। ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ ਵਾਲੇ। ਹਾਂ, ਉਹ ਤਾਂ ਜਿੰਨਾ ਬੰਗਲਾਦੇਸ਼ ਦੀ ਹਾਂ ਜੰਗ ਚ ਬਣ ਗਿਆ ਸੀ ਨਾ, ਬਿਲਕੁਲ ਉਹ ਟੁੱਟਣਾ ਨਹੀਂ ਸੀ, ਤੋੜਨਾ ਉਹ ਨਹੀਂ ਸੀ ਜਰ ਸਕਦੀ ਵੀ ਉਹ ਟੁੱਟੇ। ਜੀ ਪਰ ਹੁਣ ਆਪਾਂ ਜੇ ਇਹ ਕਹੀਏ ਵੀ ਇਹ ਸਿਰਫ ਇੱਕੋ ਹੀ ਫੈਕਟਰ ਸੀਗਾ, ਹੂੰ। ਫਿਰ ਇਹ ਸਵਾਲ ਖੜਾ ਹੁੰਦਾ ਵੀ ਬਾਕੀ ਵਿਰੋਧੀ ਪਾਰਟੀਆਂ ਕਿਉਂ ਨਾਲ ਆ ਗਈਆਂ। ਇਹ ਵੀ ਸਹੀ ਤੇ ਜੀ ਜੇ ਇਹ ਕਹੀਏ ਵੀ ਉਹਨੇ ਚੋਣਾਂ ਜਿੱਤਣ ਵਾਸਤੇ ਹੀ ਕੀਤਾ, ਫਿਰ ਵਿਰੋਧੀ ਪਾਰਟੀਆਂ ਕਿਉਂ ਆ ਗਈਆਂ। ਲੋਕ ਕਾਂਗਰਸ ਦੀ ਸਮਝ ਤਾਂ ਆਉਂਦੀ ਹੈ। ਜੀ 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 ਸੋ ਇਸ ਕੁਐਸਚਨ ਨੂੰ ਜਾ ਕੇ ਮਤਲਬ ਡੂੰਘਾ ਪ੍ਰੋਬ ਕਰਨਾ ਚਾਹੀਦਾ ਹੈ। ਤੇ ਮੈਂ ਫਿਰ ਇਹੀ ਗੱਲ ਮਤਲਬ ਵੀ ਅਸਲ 'ਚ ਜਿਹੜਾ ਅੰਡਰਲਾਈਂਗ ਫੈਕਟਰ ਸੀਗਾ ਉਹ ਸੀਗਾ ਨੈਸ਼ਨਲਿਜ਼ਮ, ਰਾਸ਼ਟਰਵਾਦ, ਠੀਕ ਹੈ, ਜਿਹਨੇ ਸਾਰਿਆਂ ਨੂੰ ਇਕੱਠੇ ਕੀਤਾ ਇਸ ਗੱਲ ਦੇ ਉੱਤੇ। ਸੋ ਜਿਹੜਾ ਪਾਰਟੀਆਂ ਨੂੰ ਵੀ ਤੇ ਦੇਸ਼ ਦੀ ਜਿਹੜੀ ਜਨਤਾ ਵੀ ਹੈ ਜੀ ਜੀ ਮੇਨਲੀ, ਖਾਸ ਕਰਕੇ ਨਾਰਥ ਇੰਡੀਆ ਦੀ, ਤੇ ਜਿਹੜੇ ਜਿਹਨੂੰ ਉਹ ਕਹਿੰਦੇ ਨੇ ਨਾ ਵੀ ਹਿੰਦੀ ਹਿੰਟਰਲੈਂਡ, ਜੀ ਤੇ ਜਿੱਥੇ ਆਰੀਆ ਸਮਾਜੀ ਵਿਚਾਰਧਾਰਾ ਦਾ ਪ੍ਰਭਾਵ ਜ਼ਿਆਦਾ ਸੀ। ਜੀ ਪਰ ਇਹ ਵੇਖੋ ਵੀ ਇਹ ਸਵਾਲ ਦਾ ਵੀ ਜਵਾਬ ਤਾਂ ਲੱਭਣਾ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ 16 ਪਾਰਟੀਆਂ ਉਦੋਂ ਇੰਦਰਾ ਗਾਂਧੀ ਦੇ ਖਿਲਾਫ ਸੀਗੀਆਂ, ਪਰ ਬਾਵਜੂਦ ਇਸ ਦੇ ਮਤਲਬ ਰਾਸ਼ਟਰਵਾਦ ਉਦੋਂ ਐਡਾ ਐਂਟੀਬਾਇਓਟਿਕ ਸੀਗਾ ਵੀ ਉਹ ਐਂ ਲੱਗ ਗਿਆ ਇਹਨਾਂ ਦੇ। ਨਹੀਂ, ਇਹ ਹੌਲੀ ਹੌਲੀ ਬਿਲਡ ਅਪ ਹੋਇਆ। ਤੁਸੀਂ ਜੇ ਦੇਖੋ ਨਾ ਸਾਰੀ ਉਹਦੀ ਡਿਵੈਲਪਮੈਂਟ ਕਿਵੇਂ ਹੋਈ, ਤੇ 83 ਤੱਕ ਅੜੇ ਨਾ ਹੋ, ਠੀਕ ਹੈ, 83 ਤੱਕ ਉਹ ਦੂਜੀਆਂ ਗੱਲਾਂ ਦੇ ਉੱਤੇ ਫੈਡਰਲਿਜ਼ਮ ਤੇ ਵੀ ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਅੜੇ ਰਹੇ। ਪਰ ਜਿਉਂ-ਜਿਉਂ ਮੀਡੀਆ ਦੀ ਮਦਦ ਨਾਲ ਤੇ ਹੋਰ ਪ੍ਰਾਪੇਗੰਡਾ ਚੱਲਿਆ, ਉਹਦੇ 'ਚ ਫਿਰ ਉਹਨਾਂ ਨੂੰ ਲੱਗਿਆ ਕਿ ਅਸੀਂ ਦੇਸ਼ ਦੇ ਲੋਕਾਂ 'ਚੋਂ ਆਈਸੋਲੇਟ ਹੋ ਰਹੇ ਹਾਂ। ਅੱਛਾ, ਇਹ ਨੈਰੇਟਿਵ ਤੇ ਏਦਾਂ ਕੰਮ ਹੋਇਆ ਵੀ ਇਹ ਪਾਰਟੀਆਂ ਨੈਰੇਟਿਵ ਤੇ ਤਾਂ ਕੰਮ ਜੀ ਤੁਸੀਂ ਦੇਖੋ ਜਿਹੜੀ KGB ਹੈ, ਜੀ ਕਿਉਂਕਿ ਇਹ ਜਿਹੜੀ ਇੰਦਰਾ ਗਾਂਧੀ ਸਰਕਾਰ ਸੀਗੀ, ਇਹ ਰੂਸ ਵੱਲ ਨੂੰ ਇਹਦਾ ਟਿਲਟ ਸੀ ਜੀ, ਬਿਲਕੁਲ ਹੀ ਪ੍ਰਤੱਖ ਫਿਜੀ ਵੱਲ। ਤੇ ਉਸ ਮੌਕੇ ਜੋ ਚੱਲ ਰਹੀ ਸੀਗੀ US ਸੁਪਰੀਮੇਸੀ ਦੀ ਸਟਰਗਲ, USA ਤੇ ਆਪਣਾ ਰਸ਼ੀਆ 'ਚ, ਉਹਦੇ 'ਚ ਉਹ ਨਹੀਂ ਸੀ ਚਾਹੁੰਦੇ ਵੀ ਰੂਸ ਵਾਲੇ ਵੀ ਇਹ ਇੱਧਰ ਨੂੰ ਜਾਵੇ, ਸਾਥੋਂ ਪਾਸੇ ਹੋਵੇ। ਜੀ ਉਹਨਾਂ ਨੇ ਫਿਰ ਇੱਕ ਨਾ ਐਗਜ਼ੈਗਰੇਟਡ ਫੀਅਰ ਕ੍ਰੀਏਟ ਕੀਤਾ ਉਹਦੇ ਮੂਹਰੇ। ਠੀਕ ਹੈ, KGB ਨੇ, ਜਿਹੜਾ ਉਹਨਾਂ ਦੀ ਜਿਹੜੀ ਉਹਨਾਂ ਦੀ ਸੀਕ੍ਰੀਟ ਏਜੰਸੀ, ਉਹਨਾਂ ਦੇ ਹੁਣ ਉਹ ਪੇਪਰ ਆ ਗਏ ਨੇ ਬਾਹਰ। ਠੀਕ ਆ, ਮਤਲਬ ਉਸ ਏਜੰਟ ਨੇ ਉਹ ਸਾਰੇ ਪੇਪਰ ਬਾਹਰ ਕੱਢਤੇ, ਫੈਕਟਸ, ਤੇ ਜਿਹਦੇ ਚੋਂ ਉਹਨੇ ਪੂਰੇ ਕੰਕਰੀਟ ਫੈਕਟ ਦਿੱਤੇ ਵੀ ਅਸੀਂ ਕਿੰਨੇ ਐਡੀਟਰ ਖਰੀਦੇ, ਅੱਛਾ, ਕਿੰਨੇ ਪੱਤਰਕਾਰ ਖਰੀਦੇ ਜੀ, ਕਿੰਨੇ ਅਸੀਂ ਐਡੀਟੋਰੀਅਲ ਪਲਾਂਟ ਕਰਵਾਏ, ਕਿੰਨੀਆਂ ਖਬਰਾਂ ਲਵਾਈਆਂ। ਦੇਖੋ, ਤੇ ਉਹ ਸਾਰਾ ਇੱਕ ਦੇਸ਼ ਦੇ ਵਿੱਚ ਮਾਹੌਲ ਪੈਦਾ ਕਰਨ 'ਚ ਬੜਾ ਆਰਗੇਨਾਈਜ਼ਡ ਇੱਕ ਅਟੈਂਪਟ ਸੀਗੀ ਉਹਨਾਂ ਦੀ। ਉਹ ਹੁਣ ਦਿਸਦੀ ਹੈ, ਹੁਣ ਮਤਲਬ ਦੁਬਾਰਾ ਬਿਲਕੁਲ ਹਾਂ, ਜੋ ਅਸੀਂ ਦੁਬਾਰਾ ਫਰੋਲਦੇ ਹੋ ਨਾ ਸਾਰਾ ਕੁਛ, ਵੀ ਉਹ ਬੰਦੇ ਜਿਹੜੇ ਨਾ ਉਹਨਾਂ ਨੇ ਫਿਰ ਕੀ ਕੁਛ ਕੀਤਾ। ਜੀ, ਇਹ ਤੇ ਕੰਮ ਬਹੁਤ ਹੋਇਆ ਉਹਨਾਂ ਦਾ। ਤੇ ਫਿਰ ਜਦੋਂ ਵਿਰੋਧੀ ਪਾਰਟੀਆਂ ਨੂੰ ਲੱਗਿਆ ਕਿ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ, ਉਹਨਾਂ ਨੇ ਇੱਕਦਮ ਯੂ ਟਰਨ ਮਾਰਿਆ। ਹਾਂ, ਬਹੁਤ ਵੱਡਾ ਸੀ। ਇਸ ਤਰ੍ਹਾਂ ਹੀ ਹੁੰਦਾ ਜਿਹੜਾ ਨੈਸ਼ਨਲਿਜ਼ਮ ਹੈ ਨਾ, ਇਸ ਤਰ੍ਹਾਂ ਹੀ ਨੈਸ਼ਨਲਿਜ਼ਮ ਹਮੇਸ਼ਾ ਹੀ ਜਿੱਥੇ ਵੀ ਕਿਤੇ ਇਸ ਕਿਸਮ ਦੀ ਜੈਨੋਸਾਈਡਲ ਗੱਲ ਹੁੰਦੀ ਹੈ, ਜੀ, ਉੱਥੇ ਮਾਸ ਹਿਸਟੀਰੀਆ ਪੈਦਾ ਕੀਤਾ ਜਾਂਦਾ। ਜੀ, ਸੋ ਅਜਮੇਰ ਸਿੰਘ ਜੀ, ਜਿਹੜਾ ਨੈਰੇਟਿਵ ਸਿਰਜਣ ਨੂੰ ਇਹਨਾਂ ਨੂੰ ਕਿੰਨਾ ਕੁ ਵਕਤ ਜਿਹੜਾ ਉਹ ਲੱਗਾ? ਜਿੱਦਾਂ ਕਿ ਵੀ ਬਹੁਤ ਜਲਦ, ਸਾਲ ਪਹਿਲਾਂ ਹੀ ਉਹ ਸਾਰੇ ਉਹਨਾਂ ਦੇ ਵਿਰੋਧ 'ਚ, ਪਰ ਅਚਨਚੇਤੇ ਉਹ ਸਾਰੇ 80 ਤੋਂ ਸ਼ੁਰੂ ਕਰਤਾ ਸੀ। ਇੰਦਰਾ ਗਾਂਧੀ ਦੁਬਾਰਾ ਜਦੋਂ ਪਾਵਰ 'ਚ ਆਈ ਨਾ, ਉਹ 80 ਦੇ ਵਿੱਚ ਆ ਗਈ ਸੀ। ਠੀਕ ਹੈ, 80 'ਚ ਦੁਬਾਰਾ ਪਾਵਰ ਉਹ ਇਸੇ ਸਲੋਗਨ ਤੇ ਆਈ, ਕਿਉਂਕਿ ਵੀ ਜਿਹੜੀ ਹੈਗੀ ਆ ਨਾ ਅਨਸਟੇਬਿਲਟੀ ਪੋਲੀਟੀਕਲ, ਜਨਤਾ ਪਾਰਟੀ 'ਚ ਫੈਕਸ਼ਨ ਬਹੁਤ ਸੀ। ਠੀਕ ਹੈ, ਉਹ 'ਚ ਲੜਾਈਆਂ ਬੜੀਆਂ ਹੋਈਆਂ ਤੇ ਸਰਕਾਰ ਉਹ ਟੁੱਟ ਗਈ। ਕਿ ਦੇਸ਼ ਅੱਜ ਇਹੀ ਜੀ ਕਮਜ਼ੋਰ ਜਿਹੜੀ ਹੈਗੀ ਆ ਗੌਰਮੈਂਟ, ਉਹ ਅਫੋਰਡ ਨਹੀਂ ਕਰ ਸਕਦਾ। ਸਾਡੀ ਸੋਵਰੇਨਿਟੀ ਖਤਰੇ 'ਚ ਹੈ। ਸਾਡੇ ਗੁਆਂਢੀ ਮਤਲਬ ਅੱਖ ਟਿਕਾਈ ਬੈਠੇ ਨੇ, ਤੇ ਸਾਡੇ ਮਤਲਬ ਸਭ ਕੁਛ ਹੀ ਦੇਸ਼ ਖਤਰੇ 'ਚ ਹੈ। ਇਹ ਪ੍ਰਾਪੇਗੰਡਾ ਕਰਕੇ ਤਾਂ ਉਹਨੇ ਵੋਟਾਂ ਲਈਆਂ, ਸਟਰੋਂਗ ਗੌਰਮੈਂਟ,
ਤੇ ਸਟਰੋਂਗ ਲੀਡਰ ਜੀ ਇਹ ਫਤਵਾ ਲੈ ਕੇ ਫਿਰ ਉਤੇ ਕੰਸਿਸਟੈਂਟਲੀ ਕੰਮ ਕਰੀ ਗਏ ਜੀ ਜੀ ਉਹਦੇ ਚ ਕੇਜੀਬੀ ਦਾ ਬਹੁਤ ਵੱਡਾ ਹੱਥ ਸੀ ਵੱਡਾ ਸੋ ਆਪਾਂ ਇਹ ਵੀ ਦੇਖਿਆ ਜੀ ਜੀ ਮਾਫੀ ਚਾਹੁੰਦਾ ਮੈਂ ਵਿੱਚ ਤੁਹਾਨੂੰ ਕੱਟ ਰਿਹਾ ਵੀ ਕੇਜੀਬੀ ਦੇ ਨਾਲ ਯੂਕੇ ਦੀ ਜਿਹੜੀ ਥ੍ਰੈਚਰ ਸੀਗੀ ਮਾਰਗਰੇਟ ਥ੍ਰੈਚਰ ਉਸ ਦਾ ਵੀ ਵੱਡਾ ਯੋਗਦਾਨ ਰਿਹਾ ਹਾਂ ਇਹ ਦੇਖੋ ਇਹਦੇ ਵਿੱਚੋਂ ਬੜਾ ਕੁਝ ਲਰਨ ਕਰਨ ਨੂੰ ਹੈ ਜੇ ਤਾਂ ਪੋਲੀਟੀਕਲੀ ਦੇਖੀਏ ਤਾਂ ਯੂਕੇ ਜਿਹੜਾ ਸੀ ਯੂਐਸਏ ਕੈਂਪ ਚ ਸੀ ਉਹਦਾ ਕੋਈ ਇੰਟਰਸਟ ਨਹੀਂ ਸੀ ਚਾਹੀਦਾ ਪਰ ਇੱਧਰ ਉਹਨੇ ਇਨਵੋਲਵਮੈਂਟ ਕੀਤੀ ਉਹ ਤਾਂ ਹੁਣ ਸਾਰੇ ਫੈਕਟਸ ਆ ਗਏ ਸਾਹਮਣੇ ਇਹਨੇ ਆਪਣਾ ਜਿਹੜਾ ਜੀਬੀ ਸਿੱਧੂ ਹੈ ਉਹਨੇ ਵੀ ਆਪਦੀ ਕਿਤਾਬ ਚ ਲਿਆਂਦੇ ਆ ਕਿ ਆਪਦੇ ਜਿਹੜੇ ਹੈਲੀਕਾਪਟਰ ਵੇਚਣ ਵਾਸਤੇ ਮਤਲਬ ਸੌਦੇ ਕਰਨ ਵਾਸਤੇ ਨਾ ਇਕਨੋਮਿਕ ਉਹ ਕਿਵੇਂ ਕਰਦੇ ਜੀ ਈਵਨ ਲੰਡਨ ਮੁਜ਼ਾਹਰਾ ਉਹਨਾਂ ਨੇ ਮਤਲਬ ਇਹ ਹੁਣ ਤਾਂ ਪੇਪਰ ਬਾਹਰ ਆ ਗਏ ਜੀ 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 ਜੇ ਸਿੱਖਾਂ ਦਾ ਮੁਜ਼ਾਹਰਾ ਹੋ ਗਿਆ ਐਂਟੀ ਇੰਡੀਆ ਤੇ ਸਾਡਾ ਸੌਦਾ ਨਾ ਕੈਂਸਲ ਹੋ ਜਾਏ ਦੇਖੋ ਜਿਹੜੀ ਆਪਾਂ ਅੱਗੇ ਗੱਲ ਕਹਿੰਦੇ ਹੁੰਦੇ ਸੀ ਨਾ ਵੀ ਐਕਚੁਅਲੀ ਤਾਂ ਰਨ ਕਰਦੇ ਆ ਕਾਰਪੋਰੇਟਸ ਹਾਂਜੀ ਤੇ ਸਰਕਾਰਾਂ ਤਾਂ ਐਵੇਂ ਫੇਸ ਹੀ ਹੁੰਦੀਆਂ ਜੀ ਉਹ ਸਾਹਮਣੇ ਹੀ ਆ ਗਿਆ ਹੁਣ ਤਾਂ ਦਿਸ ਹੀ ਜਾਂਦਾ ਜੀ ਸੋ ਇੱਕ ਨੈਰੇਟਿਵ ਹੋਰ ਅਜਮੇਰ ਸਿੰਘ ਜੀ ਚੱਲਦਾ ਆ ਜਦੋਂ ਵੀ ਸਿੱਖ ਅਜਿਹੀਆਂ ਯਾਦਗਾਰਾਂ ਨੂੰ ਮਨਾਉਂਦੇ ਆ ਕੋਈ ਨਗਰ ਕੀਰਤਨ ਫਰੀडम ਮਾਰਚ ਸੋਵਰਨਿਟੀ ਮਾਰਚ ਚੱਲਦੇ ਉਹਦੇ ਉਲਟ ਬੜਾ ਪ੍ਰਚਾਰ ਚੱਲਦਾ ਨੈਰੇਟਿਵ ਚੱਲਦਾ ਯਾਰ ਇਹਦੀ ਕੀ ਲੋੜ ਸੀ ਕਿ ਇਹ ਕਿਉਂ ਕਰੀ ਜਾਂਦੇ ਆ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਵੀ ਕਿਉਂ ਜ਼ਰੂਰੀ ਨੇ ਦੇਖੋ ਜੀ ਇਹਦੇ ਵਿੱਚ ਤਾਂ ਨਾ ਜੇ ਤੁਸੀਂ ਸਾਰੀ ਦੁਨੀਆ ਦਾ ਇਤਿਹਾਸ ਦੇਖੋ ਖਾਸ ਕਰਕੇ ਜਿਹੜੀ ਮਾਡਰਨ ਹਿਸਟਰੀ ਹੈ ਜੀ ਆਪਾਂ ਮੀਡੀਅਵਲ ਹਿਸਟਰੀ ਨੂੰ ਛੱਡ ਦਈਏ ਉਦੋਂ ਜੋ ਵੀ ਗੱਲਾਂ ਹੁੰਦੀਆਂ ਸੀ ਉਹ ਵਾਈਲਡ ਇੰਪਲਸ ਚੋਂ ਹੁੰਦੀਆਂ ਸੀ ਉਹਦੇ ਪਿੱਛੇ ਇੰਨੀਆਂ ਰੈਸ਼ਨਲ ਕੈਲਕੂਲੇਸ਼ਨਸ ਨਹੀਂ ਸੀ ਹੁੰਦੀਆਂ ਸਹੀ ਜੋ ਨਾਦਰ ਸ਼ਾਹ ਨੇ ਕੀਤਾ ਜੋ ਅਹਿਮਦ ਸ਼ਾਹ ਨੇ ਕੀਤਾ ਜਾਂ ਜੋ ਵੀ ਉਸ ਮੌਕੇ ਹੁੰਦਾ ਰਿਹਾ ਹਾਂਜੀ ਹੁਣ ਜਿਹੜੀਆਂ ਸਟੇਟਸ ਕਰਦੀਆਂ ਨਾ ਜਦੋਂ ਜ਼ੁਲਮ ਉਹ ਬੜਾ ਕੈਲਕੂਲੇਟਡ ਹੁੰਦਾ ਕੋਈ ਖਾਸ ਉਹਦਾ ਨਾ ਮੋਟਿਵ ਹੁੰਦਾ ਪੋਲੀਟੀਕਲ ਵੀ ਇਹਦੇ ਵਿੱਚੋਂ ਆਪਾਂ ਮੋਟਿਵ ਹਾਸਲ ਕਰਨਾ ਹੈ ਤੇ ਇਸ ਕਰਕੇ ਜਦੋਂ ਕੋਈ ਵੱਡਾ ਕਾਂਡ ਹੋ ਜਾਂਦਾ ਹੈ ਕੋਈ ਵੀ ਵੱਡਾ ਕਾਂਡ ਇਸ ਤਰ੍ਹਾਂ ਤਾਂ ਉਦੋਂ ਉਹਨਾਂ ਨੂੰ ਇੱਕ ਖਤਰਾ ਹੁੰਦਾ ਹੈ ਕਿ ਇਹ ਕਾਂਡ ਹੁਣ ਲੋਕਾਂ ਦੇ ਵਿੱਚ ਨਾ ਇੱਕ ਬਹੁਤ ਵੱਡੀ ਰਿਜੈਂਟਮੈਂਟ ਵੀ ਪੈਦਾ ਕਰੂਗਾ ਜੀ ਤੇ ਉਸ ਰਿਜੈਂਟਮੈਂਟ ਨੂੰ ਕਿਵੇਂ ਟੈਕਲ ਕਰਨਾ ਹੈ ਤੇ ਉਹਦੇ ਚ ਸਾਰੀ ਜਿਹੜੀ ਉਹਨਾਂ ਦੀ ਸਟ੍ਰੈਟਜੀ ਹੁੰਦੀ ਆ ਉਹਦਾ ਸੈਂਟਰਲ ਪਾਰਟ ਇਹ ਹੁੰਦਾ ਹੈ ਕਿ ਯਤਨ ਕਰੋ ਕਿ ਇਹ ਇਹਨੂੰ ਭੁੱਲ ਜਾਣ ਸੋ ਹਮੇਸ਼ਾ ਹੀ ਪਰਪੈਟਰੇਟਰ ਜਿਹਨੇ ਜ਼ੁਲਮ ਕੀਤਾ ਹੈ ਉਹਦਾ ਯਤਨ ਹੋ ਕਿ ਲੋਕ ਇਹਨੂੰ ਦੁਬਾਰਾ ਯਾਦ ਨਾ ਕਰਨ ਇਹਨੂੰ ਹੌਲੀ ਹੌਲੀ ਭੁੱਲ ਜਾਣ ਤੇ ਜੀਤੇ ਹੋਇਆ ਉਹਦਾ ਸਾਰਾ ਯਤਨ ਹੁੰਦਾ ਵੀ ਕਿਤੇ ਭੁੱਲ ਨਾ ਜਾਈਏ ਕਿ ਇਹਨੂੰ ਯਾਦ ਰੱਖਿਆ ਜਾਵੇ ਇਸ ਕਰਕੇ ਜਿਹੜੇ ਉਹ ਦਿਹਾੜੇ ਮਨਾਏ ਜਾਂਦੇ ਨੇ ਉਹਦੀ ਸਿਗਨੀਫੀਕੈਂਸ ਇਹੀ ਹੁੰਦੀ ਹੈ ਉਹ ਦਿਹਾੜੇ ਮਨਾਉਣ ਦਾ ਮਕਸਦ ਜਮਾ ਇਹੀ ਗੱਲ ਹੁੰਦੀ ਹੈ ਉਹਦੀ ਇੰਪੋਰਟੈਂਸ ਕਿ ਉਸ ਦਿਨ ਉਹ ਇਕੱਠੇ ਹੋ ਕੇ ਫੇਰ ਫਾਰਮਲੀ ਉਹ ਸਾਰੇ ਕੁਛ ਨੂੰ ਚੇਤੇ ਚ ਲਿਆਉਂਦੇ ਆ ਤਾਂ ਲੱਗਦਾ ਵੀ ਇਹ ਜਿਹੜੇ ਸਾਕੇ ਆ ਘੱਲੂ ਘਰ ਆ ਵੀ ਇਹ ਇਹਨਾਂ ਦੀ ਜਿਹੜੀ ਯਾਦ ਆ ਜਾਂ ਇਹਨਾਂ ਨਾਲ ਜੋ ਨੁਕਸਾਨ ਹੋਇਆ ਕੌਮ ਦਾ ਵੀ ਇਹ ਚੀਜ਼ਾਂ ਟਰੈਵਲ ਨਾ ਕਰਨ ਮੇਨਲੀ ਤੇ ਇਹੀ ਹੋ ਸਕਦਾ ਉਹਨਾਂ ਦੇ ਸਾਈਕੀ ਚੋਂ ਨਿਕਲਣੇ ਉਹਨਾਂ ਦੇ ਇਹੀ ਹੁੰਦਾ ਦੇਖੋ ਜਦੋਂ ਜਲਿਆਂਵਾਲਾ ਕਾਂਡ ਵੀ ਹੋਇਆ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਸਟੇਟ ਦੀਆਂ ਸਟੇਟਮੈਂਟਾਂ ਪੜ੍ਹਦੇ ਹਾਂ ਉਹ ਕਹਿੰਦੇ ਭੁੱਲ ਜੋ ਜਿਹੜਾ ਕੁਝ ਤੁਹਾਡੇ ਨਾਲ ਹੋਇਆ ਵੀ ਜਿਹੜਾ ਉਹ ਬੀਤੇ ਦੀਆਂ ਗੱਲਾਂ ਆਮ ਹੀ ਆਪਾਂ ਜਿਹੜੇ ਮੀਡੀਆ ਅਦਾਰੇ ਆ ਬਿਲਕੁਲ ਮਨਮੋਹਨ ਸਿੰਘ ਵੀ ਕਹਿੰਦਾ ਰਿਹਾ ਬਸ ਸਿੱਖ ਲੀਡਰਾਂ ਤੋਂ ਕਹਾ ਦਿੰਦੇ ਆ ਵੀ ਹੁਣ ਆਪਾਂ ਸਾਰੀ ਉਮਰ ਥੋੜਾ ਅੱਗੇ ਵਧ ਗਏ ਉਹ ਮੇਰੇ ਖਿਆਲ ਇਹਦੇ ਚੋਂ ਹੀ ਨਿਕਲਿਆ ਇੱਕ ਜਿਵੇਂ ਬਿਟਰ ਮੈਮਰੀ ਹੈ ਵੀ ਛੱਡੋ ਹੁਣ ਤੁਸੀਂ ਆਉਣ ਵਾਲੀਆਂ ਜਨਰੇਸ਼ਨ ਨੇ ਥੋੜਾ ਇੱਕ ਉਹਨਾਂ ਨੂੰ ਉਮੀਦ ਹੁੰਦੀ ਹੈ ਵੀ ਜਿਹੜੀ ਜਨਰੇਸ਼ਨ ਨਾਲ ਹੋਇਆ ਉਹ ਤਾਂ ਸ਼ਾਇਦ ਨਹੀਂ ਭੁੱਲੂ ਪਰ ਜਿਹੜੀ ਨਵੀਂ ਆਊਗੀ ਉਹਦੇ ਚ ਨਾ ਕਿਤੇ ਇਹ ਉਹਦੇ ਤੱਕ ਨਾ ਪਹੁੰਚ ਜੇ ਇਸ ਕਰਕੇ ਫਿਰ ਉਹ ਇਹੋ ਜਿਹੇ ਨੈਰੇਟਿਵ ਨੂੰ ਵੀ ਕੋਈ ਦਿਨ ਦਿਹਾੜੇ ਨਾ ਹੋਣ ਇਹੋ ਜਿਹੀਆਂ ਕਿਤਾਬਾਂ ਨਾ ਲਿਖੀਆਂ ਜਾਣ ਇਹੋ ਜਿਹੇ ਗੀਤ ਨਾ ਪ੍ਰਚਲਿਤ ਹੋਣ ਇਹੋ ਜਿਹੇ ਡਾਕੂਮੈਂਟਰੀਜ਼ ਨਾ ਬਣਨ ਕਿਉਂਕਿ ਇਹੀ ਸਾਧਨ ਆ ਨਾ ਬਿਲਕੁਲ ਤੇ ਤੁਸੀਂ ਉਹਨਾਂ ਨੂੰ ਮੁੜ ਕੇ ਯਾਦ ਕਰਦੇ ਹੋ ਤੇ ਉਹ ਉਹਨਾਂ ਦਾ ਯਤਨ ਹੁੰਦਾ ਵੀ ਇਹ ਨਾ ਹੋਣ ਇਸ ਕਰਕੇ ਉਹਦਾ ਫਿਰ ਉਹ ਵਿਰੋਧ ਹੋਣਾ ਤੁਸੀਂ ਦੇਖੋ ਜਦੋਂ ਵੀ ਇਹ ਹਫਤਾ ਆਉਂਦਾ ਹੈ ਉਹਦੇ ਚ ਪਹਿਲਾਂ ਹੀ ਸਰਗਰਮ ਹੋ ਜਾਂਦੇ ਇੱਕ ਤਾਂ ਜਿਹੜੇ ਨੰਗੇ ਚਿੱਟੇ ਨੇ ਜਿਹਨੂੰ ਹਿੰਦੂ ਸ਼ਿਵ ਸੈਨਾ ਕਹਿ ਲੋ ਇਹ ਤਾਂ ਪ੍ਰਤੱਖ ਆ ਉਹ ਤਾਂ ਥੋੜੇ ਜਿਹੇ ਹੁੰਦੇ ਨੇ ਜਿਹੜੇ ਬਿਲਕੁਲ ਹੀ ਨੰਗੇ ਹੁੰਦੇ ਨੇ ਇਹਦਾ ਏਜੰਡੇ ਦਾ ਬੜੇ ਸਟਲ ਤਰੀਕਿਆਂ ਨਾਲ ਵਿਰੋਧ ਵੀ ਹੁੰਦਾ ਜਿਵੇਂ ਇਹੀ ਕਹਿਣਾ ਦਾ ਫਾਇਦਾ ਕੀ ਕਿੰਨਾ ਪੈਸਾ ਖਰਾਬ ਹੋ ਫਿਰ ਕਿਹੜਾ ਇਨਸਾਫ ਮਿਲ ਜੂ
ਫਿਰ ਕਿਹੜਾ ਇਹ ਬਹੁਤ ਵੱਡਾ, ਇਹ ਬਹੁਤ ਵੱਡਾ ਹੁੰਦਾ, ਬਹੁਤ ਵੱਡਾ ਫੈਕਟਰ ਹੈ, ਡਿਮੋਰਲਾਈਜ਼ ਕਰਦਾ ਤੁਹਾਨੂੰ। ਹਾਂਜੀ, ਇਹ ਡਿਮੋਰਲਾਈਜ਼। ਤੇ ਇਹ ਤਾਂ ਹੁਣ ਫਿਰ ਇਹ ਹੈ ਵੀ ਤੁਸੀਂ ਖਟਕੜ ਕਲਾਂ ਕਿਉਂ ਇਕੱਠੇ ਹੁੰਦੇ ਹੋ? ਹੁਣ ਉਹ ਜਿਉਂਦਾ ਥੋੜਾ ਹੋ ਜੂ ਸ਼ਹੀਦ ਭਗਤ ਸਿੰਘ, ਇਹਨਾਂ ਤੇ ਕਾਊਂਟਰ ਕਰਨਾ ਹੋਵੇ। ਜਲਿਆਂਵਾਲੇ ਬਾਗ ਤੇ ਕਿਉਂ ਯਾਦ ਕਰਦੇ ਹੋ? ਸੋ ਇਹ ਨਹੀਂ ਹੁੰਦਾ ਕਿ ਉਹਦੇ ਨਾਲ ਕੋਈ ਇਨਸਾਫ ਉਸ ਹੋਏ ਦਾ ਮਿਲ ਜੂ। ਅੱਗੇ ਤੋਂ ਜੇ ਰੋਕਣੇ ਨੇ ਇਹ ਜੇ ਜ਼ੁਲਮੀ ਕਾਂਡ ਜੀ ਜੀ, ਤਾਂ ਕੌਮ ਦੇ ਵਿੱਚ ਇਹ ਅਵੇਅਰਨੈਸ ਤੁਹਾਨੂੰ ਲੱਗਦਾ ਨਹੀਂ ਲਿਜਾਣੀ ਬਹੁਤ ਜ਼ਰੂਰੀ ਹੈ? ਇਹ ਸਭ ਤੋਂ ਵੱਡੀ ਲਾਈਨ ਹੈ, ਆਈਡੀਓਲੋਜੀ ਦੀ ਲਾਈਨ ਬਹੁਤ ਵੱਡੀ ਹੈ ਵੀ ਮਤਲਬ ਅਸੀਂ ਸਾਕਿਆਂ ਨੂੰ, ਅਸੀਂ ਇਹਨਾਂ ਚੀਜ਼ਾਂ ਨੂੰ ਵੀ ਦੂਜੀ ਕਿਸੇ ਹੋਰ ਵਿਚਾਰਧਾਰਾ ਨਾਲ ਹੋ ਜੇ, ਅਸੀਂ ਉਹਨਾਂ ਨੂੰ ਇਹ ਜਿਵੇਂ ਆਪਾਂ ਗੱਲ ਕਰਕੇ ਹਟਿਆ ਵੀ ਐਂ ਕਰ ਲਓ ਉਹ ਕਰ ਲਓ, ਸਾਡੇ ਨਾਲ ਹੋ ਗਿਆ ਤਾਂ ਅਸੀਂ ਕਹਿੰਦੇ ਕਿ ਯਾਰ ਇਹ ਏਦਾਂ ਵਾ। ਇਹ ਚੀਜ਼ਾਂ ਸਗੋਂ ਸਟੇਟ ਨੈਰੇਟਿਵ ਨੂੰ ਤਾਂ ਬਿਲਡ ਕਰਦੀਆਂ ਨੇ, ਮਜ਼ਬੂਤ ਕਰਦੀਆਂ। ਕਿਸ ਤਰ੍ਹਾਂ ਮਤਲਬ? ਜੇ ਮੰਨ ਲਓ ਖੱਬੇ ਪੱਖੀ ਕਹਿਣ ਤੁਸੀਂ ਆਹ ਭੁੱਲ ਜਾਓ, ਸਟੇਟ ਕਵੇ ਤੁਸੀਂ ਆਹ ਭੁੱਲ ਜਾਓ, ਸਿੱਖਾਂ ਨੂੰ ਕਹਿਣ, ਇਹ ਤਾਂ ਹੈ ਹੀ। ਮਤਲਬ ਉਹਨਾਂ ਦਾ ਫਿਰ ਉਹ ਆਪਦੀਆਂ ਜਿੰਨੀਆਂ ਵੀ ਫੋਰਸਸ ਨੇ ਉਹ ਸਾਰੀਆਂ ਨੂੰ ਹਰਕਤ 'ਚ ਲਿਆਉਂਦੇ ਨੇ। ਦੇਖੋ ਜਿਹੜੀਆਂ ਪੰਜਾਬ ਦੇ ਵਿੱਚ ਖੱਬੇ ਪੱਖੀ ਤਾਕਤਾਂ ਜੀ, ਉਹ ਰਾਈਟ ਫਰਾਮ ਦੀ ਬਿਗਨਿੰਗ ਜੀ, ਇਹ ਕਹਿ ਲਓ ਕਿ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਹੀ ਉਹਨਾਂ ਨੇ ਵਿਰੋਧ ਦਾ ਪੈਂਤਰਾ ਲੈ ਲਿਆ ਸੀ ਜੀ। ਇਹ ਫਿਰ ਕੂਲੀਆਂ ਤੇ ਪੰਜਾਬ ਨੂੰ ਪਾੜਨ ਵਾਲੀ ਗੱਲ ਹੈ ਤੇ ਇਹ ਨਹੀਂ ਹੋਣੀ ਚਾਹੀਦੀ। ਸਾਰੇ ਪੰਜਾਬੀਆਂ ਦੀ ਮੰਗ ਹੈ। ਇੱਕ ਜਿਹੜੀ ਇਹ ਗੱਲ ਵੀ ਹੈ ਨਾ ਕਿ ਇਹ ਇਕੱਲੇ ਸਿੱਖਾਂ ਦੀ ਥੋੜਾ ਹੈ, ਫੌਜੀ ਇਕੱਲੇ ਸਿੱਖਾਂ ਦੀ ਥੋੜਾ ਹੈ, ਬਿਲਕੁਲ ਪਾਣੀਆਂ ਦਾ ਮਸਲਾ ਇਕੱਲੇ ਸਿੱਖਾਂ ਦਾ ਥੋੜਾ ਹੈ। ਸਹੀ ਹੈ, ਸਹੀ, ਬਿਲਕੁਲ। ਇਹ ਨੈਰੇਟਿਵ ਬਹੁਤ ਚੱਲਿਆ। ਇਹ ਤੇ ਦੀਪ ਸਿੱਧੂ ਨੇ ਵੀ ਇੱਕ ਸਪੀਚ ਹੈ, ਮੈਂ ਵੀ ਉਹ ਹੁਣ ਸੁਣੀ ਆ, ਮੈਨੂੰ ਨਹੀਂ ਸੀ ਪਹਿਲਾਂ ਪਤਾ। ਉਹ ਕਹਿੰਦਾ ਸੀ ਵੀ ਕਾਮਰੇਡ ਗੜਬੜਾ ਕਰਦੇ ਨੇ, ਇਹ ਮਸਲੇ ਦੀ ਗੱਲ ਕਰਨਗੇ ਪਰ ਸਪੈਸਿਫਿਕ ਨਹੀਂ ਹੋਣਗੇ। ਠੀਕ ਆ, ਹਾਂ। ਜਿਵੇਂ ਉਹਨੇ ਉਦਾਹਰਨ ਦਿੱਤੀ ਵੀ ਇੱਥੇ ਅਮਰੀਕਾ ਦੇ ਵਿੱਚ ਜਦੋਂ ਉਹ ਕਾਲਾ ਮਾਰਿਆ ਸੀ ਇੱਥੇ ਗਲ ਤੇ ਪੈਰ ਰੱਖ ਕੇ, ਹਾਂਜੀ, ਉਦੋਂ ਫਿਰ ਉਹ ਬਲੈਕ ਲਾਈਵਜ਼ ਮੈਟਰ ਦਾ ਨਾਰਾ ਚੱਲਿਆ। ਕਹਿੰਦਾ ਉਹਨੂੰ ਕਾਊਂਟਰ ਕਰਨ ਵਾਸਤੇ ਗੋਰਿਆਂ ਨੇ ਇਹ ਲਿਆਂਦਾ ਆਲ ਲਾਈਵਜ਼ ਮੈਟਰ। ਉਹ ਅੱਛਾ, ਕਿ ਸਪੈਸਿਫਿਕ ਤੋਂ ਜਨਰਲਾਈਜ਼ ਕਰ ਦਿਓ। ਆਈਡੀਓਲੋਜੀ ਨੂੰ ਮਾਰਨਾ ਕਿਦਾਂ ਦੂਜੀ ਨੂੰ? ਨਹੀਂ, ਜਿਹੜਾ ਵਿਕਟਮ ਹੈ, ਵਿਕਟਮ ਉਹ ਤੁਸੀਂ ਲਾਈਨ ਹੀ ਧੁੰਦਲੀ ਕਰਨੀ। ਤੁਸੀਂ ਇਹ ਕਹੋ ਜਾ ਸਾਰੇ ਪੰਜਾਬ ਨਾ ਹੁੰਦਾ ਤੇ ਅਸੀਂ ਕਦੋਂ ਕਹਿੰਦੇ ਆ ਵੀ ਦੂਜੇ ਪੰਜਾਬੀ ਨਾ ਆਉਣ? ਅਸੀਂ ਕਦੋਂ ਕਹਿੰਦੇ ਆ ਵੀ ਇਹ ਬੋਲੀ ਸਿੱਖਾਂ ਦੀ ਆ, ਪੰਜਾਬੀ ਕੱਲਿਆਂ ਦੀ? ਪਰ ਅਸੀਂ ਤਾਂ ਫੈਕਟਸ ਲਿਆਉਣੇ ਆ ਵੀ ਯਾਰ ਲੜੇ ਸਿੱਖੀ ਆ। ਹੁਣ ਇਹ ਤੱਥ ਨੂੰ ਤੁਸੀਂ ਇਸ ਕਰਕੇ ਜਿਹੜੇ ਲੜੇ ਹੀ ਨਹੀਂ ਉਹ ਤਾਂ ਉਹਨਾਂ ਨੂੰ ਚੁਭਣੇ ਹੀ ਨਹੀਂ, ਉਹਨਾਂ ਤੇ ਜ਼ੁਲਮ ਕਿਉਂ ਕਰਨਗੇ? ਹੁਣ UAPA ਹੈ ਜੀ, ਇਹ ਬੜਾ ਜਨਰਲਾਈਜ਼ ਕਰਨਗੇ ਵੀ ਜਿਹੜਾ ਵੀ ਬਾਗੀ ਹੈ ਜੀ ਉਹ ਤੇ ਉਹ ਕਾਨੂੰਨ ਲਾ ਦਿੰਦੇ। ਠੀਕ ਹੈ, ਪਰ ਤੁਸੀਂ ਲਿਆਓ ਤਾਂ ਸਹੀ ਨਾ, ਕਿਤੇ ਲੱਗਦਾ ਉਹ? ਜੀ ਬਿਲਕੁਲ, ਜਾਂ ਮੁਸਲਮਾਨ ਤੇ ਲੱਗਦਾ ਜਾਂ ਸਿੱਖ ਤੇ ਲੱਗਦਾ। ਉਹੀ ਕਹੀ ਚੱਲੋ ਵੀ ਸਾਰਿਆਂ ਤੇ ਲਾ ਆਉਂਦੇ ਜੀ। ਤੇ ਜੇ ਤੁਸੀਂ 4 ਕਨੌ ਕਾਮਰੇਡਾਂ ਤੇ ਲੈ ਦਿਓਗੇ ਤੇ ਉਹਦੇ ਨਾਲ ਤਾਂ ਕੋਈ ਮਤਲਬ ਫਰਕ ਨਹੀਂ ਪੈਂਦਾ ਵੀ 1-2 ਬੰਦੇ ਚਲੋ ਉਹ ਵੀ ਹੋਣਗੇ। ਹਾਂਜੀ ਹਾਂਜੀ, ਬਿਲਕੁਲ। ਹਾਂ, ਸੋ ਇਹ ਜਿਹੜੀ ਗੱਲ ਹੈ ਨਾ, ਇੱਕ ਮਤਲਬ ਵੀ ਇਸ ਗੱਲ ਨੂੰ ਇਹ ਲੈਫਟਿਸਟ ਜਿਹੜੇ ਬਹੁਤ ਮੁੱਢ ਤੋਂ ਇਹ ਰੋਲ ਪਲੇ ਕਰ ਰਹੇ ਨੇ ਕਿ ਸਪੈਸਿਫਿਕ ਤੋਂ ਜਨਰਲ ਵੱਲ ਨੂੰ ਲੈ ਜਾਓ, ਉਹਦੇ ਨਾਲ ਕੁਝ ਬੰਦੇ ਗੁੰਮਰਾਹ ਹੁੰਦੇ ਆ ਜੀ। ਜਦਕਿ ਮੇਰੇ ਖਿਆਲ ਘੱਲੂ ਘਾਰਿਆਂ ਜਾਂ ਜਿੱਥੇ ਵੀ ਨੁਕਸਾਨ ਹੁੰਦਾ ਹੈ, ਸਿੱਖੀਜ਼ਮ ਦਾ ਨੁਕਸਾਨ ਹੁੰਦਾ, ਉੱਥੇ ਸਪੈਸਿਫਿਕ ਹੋਣਾ ਤਾਂ ਇੱਕ ਤਰੀਕੇ ਨਾਲ ਫਿਰ ਸਟੇਟ ਵੱਲ ਹੀ ਭੁਗਤ ਜਾਣਾ ਹੀ ਹੈ ਮੇਰੇ ਹਿਸਾਬ ਨਾਲ। ਨਹੀਂ, ਸਪੈਸਿਫਿਕ ਨਾ ਹੋਣਾ ਸੌਰੀ, ਨਾ ਹੋਣਾ, ਉਸੇ ਲਾਈਨ ਨੂੰ ਨਹੀਂ ਹੁੰਦਾ, ਇਸ ਤਰ੍ਹਾਂ ਹੀ ਹੁੰਦਾ ਨਾ ਜੀ। ਕੋਈ ਬੰਦਾ ਕਿਸ ਢੰਗ ਨਾਲ ਉਹਦੇ ਪੱਖ ਚ ਭੁਗਤਦਾ। ਇਹਨੂੰ ਆਪਾਂ ਸਿਮੀਲੇਸ਼ਨ ਤੇ ਐਲੀਮੀਨੇਸ਼ਨ ਨਾਲ ਵੀ ਜੋੜ ਸਕਦੇ ਹਾਂ ਜਾਂ ਨਹੀਂ? ਬਿਲਕੁਲ। ਅੱਛਾ, ਕਿਉਂਕਿ ਇਹ ਉਹ ਫੈਸਿਲਿਟੇਟ ਕਰਦਾ ਫਿਰ ਉਸ ਗੱਲ ਨੂੰ, ਤੁਹਾਡੀ ਲੜਾਈ ਨੂੰ ਕਮਜ਼ੋਰ ਕਰਦਾ। ਸਹੀ, ਹਾਂਜੀ ਜੀ। ਇਸ ਕਰਕੇ ਜਿਹੜੇ ਇਹ ਹੁਣ ਜਿਵੇਂ ਇੱਥੇ ਨਗਰ ਕੀਰਤਨ ਹੋ ਰਿਹਾ 4 ਜੂਨ ਜੀ, ਹੁਣ ਅਗਲਾ ਕਹਿੰਦਾ ਵੀ ਯਾਰ ਇਹ ਤਾਂ ਮੇਰੇ ਰਿਚੁਅਲ ਜਾਂ ਹਰ ਇੱਕ ਸਾਲ ਇਹ ਇਕੱਠੇ ਹੁੰਦੇ ਨੇ। ਇਹ ਵੀ ਕਈ ਵਾਰ ਰਿਚੁਅਲ ਦੀ ਵੀ ਇੰਪੋਰਟੈਂਸ ਹੁੰਦੀ ਹੈ। ਜੇ ਤੁਸੀਂ ਉਹ ਵੀ ਛੱਡ ਦਿਓਗੇ ਨਾ ਜੀ ਜੀ, ਬਿਲਕੁਲ, ਆਉਣ ਵਾਲੀਆਂ ਜਨਰੇਸ਼ਨਸ ਭੁੱਲ ਜਾਣਗੀਆਂ ਕਿ ਸਾਡੇ ਨਾਲ ਕੀ ਹੋਇਆ ਸੀ ਜੀ ਜੀ। ਇਸ ਕਰਕੇ ਇਹ ਗੱਲ ਕੱਲੇ ਰਿਚੁਅਲ ਦੀ ਨਹੀਂ। ਹਾਂ ਬਿਲਕੁਲ, ਇਹਦਾ ਇਹ ਹੈ ਵੀ ਤੁਸੀਂ ਭੁੱਲਿਓ ਨਾ ਵੀ ਸਾਡੇ ਨਾਲ ਆਹ ਕੁਝ ਹੋਇਆ ਸੀ, ਵੀ ਅਸੀਂ ਵੀ ਭੁੱਲੇ। ਹੁਣ ਜਿੰਨਾ ਮੇਰਾ ਐਕਸਪੀਰੀਅੰਸ ਹੈ, ਹਾਂਜੀ ਹਾਂਜੀ, ਤੇ ਮੈਂ ਜੋ ਹੁਣ ਓਬਜ਼ਰਵ ਕਰ ਰਿਹਾ, ਮਤਲਬ ਕਮਾਲ ਦੀ ਗੱਲ ਹੋਈ ਹੈ। ਸਿੱਖਾਂ ਨੇ ਇਹ ਗੱਲ ਦਿਖਾਈ ਹੈ, ਮੈਨੂੰ ਨਹੀਂ ਸੀ ਪਹਿਲਾਂ ਇੰਨੀ ਉਮੀਦ ਜੀ। ਇਹ ਲੱਗਦਾ ਸੀ ਇੱਕ ਮੌਕੇ ਦੇ ਉੱਤੇ ਵੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਉਹਨਾਂ ਨੂੰ ਤਾਂ ਕੁਝ ਪਤਾ ਨਹੀਂ ਤੇ ਨਾ ਉਹਨਾਂ ਦਾ ਕੋਈ ਕੰਸਰਨ ਹੈ ਜੀ, ਹੌਲੀ ਹੌਲੀ ਭੁੱਲ ਜਾਣਗੇ
ਜੀ ਪਰ ਮੈਨੂੰ ਇਹ ਲੱਗਦਾ ਸਗੋਂ ਨਵੀਂ ਜਨਰੇਸ਼ਨ ਅੱਗੇ ਵੱਧ ਗਈ ਪਹਿਲੀ ਨਾਲੋਂ। ਪਹਿਲੇ ਨਾਲੋਂ ਵੀ ਉਹਨਾਂ ਨੇ ਬਹੁਤ ਕੁਇਕਲੀ ਉਹਨਾਂ ਨੇ ਇਹ ਗੱਲ ਲਰਨ ਕੀਤੀ ਹੈ, ਮਤਲਬ ਵਸਾ ਲਈ ਮਨ ਚ ਜੀ ਤੇ ਜ਼ਿਆਦਾ ਵੋਕਲ ਨਾ ਹੋ, ਜ਼ਿਆਦਾ ਅਜਮੇਰ ਬੇਬਾਕ। ਜੀ। ਅਜਮੇਰ ਸਿੰਘ ਜੀ, ਕਿਤੇ ਏਦਾਂ ਲੱਗਦਾ ਨਾ ਵੀ ਜਦੋਂ ਭਾਰਤ ਨੇ, ਹਕੂਮਤ ਨੇ ਇਹ ਕੀਤਾ ਵੀ ਅਸੀਂ ਤਾਂ ਸਿੱਖਾਂ ਨੂੰ ਉੱਥੇ ਦਰੜ ਦਾਂਗੇ, ਮਸਲ ਦਾਂਗੇ, ਪਰ ਇਹ ਸਗੋਂ ਜਿਹੜਾ ਘੱਲੂ ਘਾਰਾ ਕਰਕੇ ਸਿੱਖ ਚੌਂਸ਼ਫੇਰੇ ਫੈਲ ਗਏ। ਆਜ਼ਾਦ ਮੁਲਕ ਜਿੱਥੇ ਆਜ਼ਾਦ ਵਿਚਾਰ ਨੂੰ ਥਾਂ ਹੈਗੀ ਆ, ਉਹਦੇ ਨਾਲ ਸਗੋਂ ਇਹ ਮਸਲੇ ਦੇ ਬਾਰੇ ਆਪਸੀ ਜਿਹੜੀ ਗੱਲਬਾਤ ਆ, ਸਿੱਖਾਂ ਨੇ ਆਪਸ 'ਚ ਗੱਲਬਾਤ ਕਰਨੀ ਆ, ਉਹ ਹੋਰ ਵਧੇਰੇ ਹੋਈ ਆ ਪਹਿਲੋਂ ਨਾਲੋਂ। ਇਹ ਵਾਪਰ ਜਾਂਦਾ ਜੀ ਬਹੁਤ ਵਾਰ ਜੀ। ਇੱਕ ਵਾਰ ਸਾਨੂੰ ਲੱਗਦਾ ਹੁੰਦਾ ਕਿ ਸਾਡਾ ਨੁਕਸਾਨ ਹੋ ਰਿਹਾ, ਪੰਜਾਬ ਛੱਡ ਕੇ ਆ ਰਹੇ ਆ ਸ਼ਾਰਟ ਟਰਮ ਚ ਜੇ ਆਪਾਂ ਦੇਖੀਏ ਜੀ, ਪਰ ਕਈ ਵਾਰ ਉਹ ਚੀਜ਼ਾਂ ਸਾਨੂੰ ਨਹੀਂ ਪਤਾ ਹੁੰਦਾ, ਉਹ ਵਾਹਿਗੁਰੂ ਦੀ ਕੋਈ ਹੋਰ ਖੇਡ ਵੀ ਹੁੰਦੀ ਹੈ। ਸਿੱਖ ਇਹ ਠੀਕ ਹੈ, ਆ ਲਗਾ ਨਾ ਪੰਜਾਬ ਤਾਂ ਉੱਜੜ ਰਿਹਾ ਹੈ ਜੀ, ਉੱਥੇ ਕੌਣ ਰਹਿ ਗਿਆ, ਲੋਕ ਸਾਰੇ ਬਾਹਰ ਨਿਕਲ ਰਹੇ ਨੇ, ਸ਼ਾਇਦ ਇਹ ਵੀ ਕਿਸੇ ਚੰਗੇ ਨੂੰ ਹੋ ਰਿਹਾ। ਠੀਕ ਹੈ ਕਿ ਹੁਣ ਉਹ ਸਿੱਖਾਂ ਨੂੰ ਮਤਲਬ ਪੰਜਾਬ ਵਿੱਚ ਜਿੰਨੇ ਮਰਜ਼ੀ ਉਹ ਮਾਰ ਦੇਣ ਜੀ, ਸਿੱਖ ਖਤਮ ਨਹੀਂ ਹੋਣਗੇ। ਇੰਨਾ ਸਕੈਟਰ ਹੋ ਗਿਆ, ਖਾਸ ਕਰਕੇ ਜਿਹੜੇ ਇਹ ਸਿਕਿਉਰ ਕੰਟਰੀਜ਼ ਆ, ਡੈਮੋਕ੍ਰੇਟਿਕ ਕੁਛ ਵੀ ਵੈਲਿਊਜ਼ ਹੈਗੀਆਂ, ਡੈਮੋਕ੍ਰੇਟਿਕ ਵੈਲਿਊਜ਼, ਉੱਥੇ ਉਹਨਾਂ ਦੀ ਰੀਚ ਨਹੀਂ ਨਾ ਦੂਜਿਆਂ ਦੀ। ਇੱਥੇ ਅਸਲ 'ਚ ਫ੍ਰੀडम ਆਫ ਐਕਸਪ੍ਰੈਸ਼ਨ ਹੈਗਾ, ਮਤਲਬ ਇਹਨਾਂ ਨੂੰ ਕਰਨਾ ਪਊਗਾ, ਨਹੀਂ ਫਿਰ ਇਹਨਾਂ ਦਾ ਸਾਰਾ ਕੰਮ ਹੀ ਵੀ ਤੁਹਾਡਾ ਤੇ ਉਹਨਾਂ ਦਾ ਫਰਕ ਹੀ ਹੈ। ਸੋ ਇਹ ਗੱਲ ਸਾਡੇ ਪੱਖ 'ਚ ਜਾ ਰਹੀ ਹੈ। ਦੂਜੀ ਗੱਲ ਜਿਹੜਾ ਇਹ ਨਾ ਜ਼ਿਆਦਾ ਐਗਜ਼ੈਗਰੇਸ਼ਨ ਹੋ ਰਹੀ ਹੈ ਵੀ ਪੰਜਾਬ ਤਾਂ ਉੱਜੜ ਗਿਆ ਜੀ, ਯਾਰ ਤੁਸੀਂ ਉੱਥੇ ਇਕੱਠ ਦੇਖੋ ਜਦੋਂ ਹੁੰਦੇ ਨੇ, ਉਹ ਫਿਰ ਕਿੱਥੋਂ ਆ ਜਾਂਦਾ। ਹੁਣ ਦੀਪ ਸਿੱਧੂ ਦੇ ਸੰਸਕਾਰ ਤੇ, ਉਹਦੇ ਭੋਗ ਤੇ, ਹੁਣ ਸਿੱਧੂ ਮੂਸੇ ਵਾਲੇ ਦੇ ਤੇ, ਬਿਲਕੁਲ ਇਹ ਕੁਛ ਓਕੇਜਨ ਹੁੰਦੇ ਨੇ ਨਾ, ਹੁੰਦੇ ਤੇ ਜਦੋਂ ਉੱਥੇ ਤੁਸੀਂ ਦੇਖਦੇ ਆ ਲੋਕਾਂ ਦਾ ਹੜ ਆਇਆ ਹੋਇਆ ਜੀ। ਸੋ ਇਹੀ ਜੀ ਕੋਈ ਗੱਲ ਨਹੀਂ ਵੀ ਬਿਲਕੁਲ ਹੀ ਉੱਜੜ ਗਿਆ, ਤੇ ਜਿਹੜੀ ਇੱਕ ਇੰਨਾ ਪਿਕਚਰ ਪੇਂਟ ਕੀਤੀ ਜਾਂਦੀ ਹੈ ਨਾ, ਉੱਜੜ ਗਿਆ, ਕੋਈ ਇਹ ਨਹੀਂ ਵੀ ਬਟਰੇ ਕਰਕੇ ਆ ਗਏ ਬੰਦੇ। ਜੇ ਤਾਂ ਹੋਵੇ ਨਾ ਵੀ ਇਹ ਇਹਨਾਂ ਨੂੰ ਇੱਥੋਂ ਆ ਕੇ ਕੋਈ ਕੰਸਰਨ ਨਹੀਂ ਰਹਿ ਗਿਆ ਜੀ, ਇੱਥੇ ਆ ਕੇ ਤਾਂ ਮੈਂ ਦੇਖਿਆ ਬੰਦੇ ਵੱਧ ਰੈਡੀਕਲਾਈਜ਼ ਹੋਏ। ਅੱਛਾ, ਇਹ ਧਰਮ ਨਾਲ ਵੱਧ ਜੁੜੇ ਨੇ ਜਿਹੜੇ ਬੰਦੇ, ਮੈਂ ਤਾਂ ਪਰਸਨਲੀ ਜਾਣਦਾ ਬਹੁਤ ਨੂੰ, ਜਿਨ੍ਹਾਂ ਦਾ ਪਹਿਲਾਂ ਕੋਈ ਵਾਹ ਵਾਸਤਾ ਹੀ ਨਹੀਂ ਸੀ, ਲੱਗਦਾ ਹੀ ਨਹੀਂ ਸੀ ਵੀ ਉਹ ਧਰਮ ਵੱਲ ਨੂੰ ਆਉਣਗੇ। ਇੱਥੇ ਆ ਕੇ ਇੰਨਾ ਕੁਇਕਲੀ ਉਹਨਾਂ ਨੇ ਕੀਤਾ, ਪੋਲੀਟੀਕਲੀ ਵੀ ਤੇ ਰਿਲੀਜੀਅਸਲੀ ਟ੍ਰਾਂਸਫਰਮੇਸ਼ਨ ਹੋਈ ਹੈ। ਸੋ ਇਸ ਕਰਕੇ ਨਾ ਇਹ ਬਹੁਤਾ ਪੈਸੀਮਿਸਟਿਕ ਨਹੀਂ ਹੋਣਾ ਚਾਹੀਦਾ ਕਿ ਬਸ ਇਹ ਤਾਂ ਸਿੱਖੀ ਨੂੰ ਤਾਂ ਜੀ ਢਾਹ ਲੱਗ ਰਹੀ ਹੈ, ਢਾਟੂ ਕੋਈ ਨਹੀਂ ਲੱਗ ਸਕਦੀ ਹੈ। ਕੱਲ ਵੀ ਮੈਂ ਇੱਕ ਪੜ੍ਹ ਰਿਹਾ ਸੀ ਕਿਸੇ ਦਾ ਕੋਟ ਵਿਦਵਾਨ ਦਾ, ਹਾਂਜੀ, ਉਹ ਕਹਿੰਦਾ ਵੀ ਜਿਹੜਾ ਤੀਜਾ ਘੱਲੂ ਘਾਰਾ ਹੋਇਆ, ਵੈਸੇ ਤਾਂ ਬਹੁਤ ਮਾੜਾ ਹੋਇਆ ਵੀ ਚੜਾਈ ਹੈ ਸਟੇਟ ਦੀ, ਸਿੱਧੀ ਹਕੂਮਤ, ਆਜ਼ਾਦ ਮੁਲਕ ਦੇ ਵਿੱਚ ਤੁਸੀਂ ਮਿਨੋਰਟੀਜ਼ ਨਾਲ ਇਸ ਤਰ੍ਹਾਂ ਕਰ ਰਹੇ ਹੋ, ਉਹ ਵੀ ਉੱਥੇ ਜਿਹੜਾ ਉਹਨਾਂ ਦਾ ਇੱਕ ਤਰੀਕੇ ਨਾਲ ਮੱਕਾ ਮਦੀਨੇ ਵਾਂਗ ਹੈ, ਜਾਂ ਦੁਨੀਆ ਦਾ ਸਭ ਤੋਂ ਵੱਧ ਅਕਾਦਤ ਵਾਲਾ ਸਥਾਨ ਹੈ ਸਿੱਖਾਂ ਦੇ ਲਈ, ਔਰ ਇਤਿਹਾਸ ਹੈ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ। ਪਰ ਕਹਿੰਦਾ ਵੀ ਇਸ ਤੋਂ ਬਾਅਦ ਇਸ ਚੀਜ਼ ਨੇ ਰਿਅਲਾਈਜ਼ ਕਰਨ ਵਾਸਤੇ ਮਜਬੂਰ ਕੀਤਾ ਸਿੱਖਾਂ ਨੂੰ ਕਿ ਹੁਣ ਤੁਹਾਨੂੰ ਇਹ ਚੀਜ਼ਾਂ ਵੱਖ ਕਰਕੇ ਵੇਖਣੀਆਂ ਪੈਣਗੀਆਂ। ਪਹਿਲਾਂ ਹਿਡਨ ਸੀਗੀਆਂ। ਜਦੋਂ ਜਲਿਆਂਵਾਲਾ ਕਾਂਡ ਹੋਇਆ, ਉਦੋਂ ਰਵਿੰਦਰ ਨਾਥ ਟੈਗੋਰ ਨੇ ਲਿਖਿਆ ਹੈ, ਅੱਛਾ, ਇਸ ਪ੍ਰਿੰਟ ਲਿਖਿਆ ਹੋਇਆ ਉਹਦਾ, ਕਹਿੰਦਾ ਸ਼ਾਇਦ ਸਾਨੂੰ ਇਹਦੀ ਲੋੜ ਸੀ, ਅੱਛਾ, ਜਗਾਉਣ ਵਾਸਤੇ। ਉਹ ਇਹੀ ਹੈ ਵੀ ਕਿਸੇ ਚੀਜ਼ਾਂ ਕੋਰਿਲੇਟ ਕੀਤੀਆਂ ਜਾ ਸਕਦੀਆਂ ਤੁਹਾਡੇ ਹਿਸਾਬ ਨਾਲ? ਬਿਲਕੁਲ, ਮਤਲਬ ਹੁਣ ਉਂਝ ਤਾਂ ਚੰਗਾ ਨਹੀਂ ਲੱਗਦਾ, ਨਹੀਂ ਲੱਗਦਾ ਕਹਿਣਾ ਜਿਵੇਂ ਤੁਸੀਂ ਖੁਸ਼ ਹੋ ਵੀ ਵੈਲਕਮ ਹੋ, ਪਰ ਇੱਕ ਇਹ ਹੁੰਦਾ ਵੀ ਟਰਨ ਏ ਬੈਡ ਥਿੰਗ ਇਨਟੂ ਗੁੱਡ ਵਨ। ਕਿਸੇ ਵਾਰ ਤੁਹਾਡੇ ਨਾਲ ਵਾਪਰਿਆ ਬਹੁਤ ਵੱਡਾ ਦੁਖਾਂਤ ਜਿਹੜਾ ਹੈ, ਉਹ ਤੁਹਾਨੂੰ, ਕਿਉਂਕਿ ਉਹਨਾਂ ਨੇ ਜਿਹੜੇ ਹਵਾਲੇ ਦਿੱਤੇ ਚੰਗੇ ਪਾਸੇ ਵੱਲ ਨੂੰ ਵੀ ਤੋਰ, ਈਵਨ ਕਿਸੇ ਦਾ ਜਵਾਨ ਪੁੱਤ ਵੀ ਮਰ ਜੇ ਨਾ ਕੱਲਾ ਕੱਲਾ, ਜੀ ਜੀ, ਉਹ ਵੀ ਸ਼ਾਇਦ ਮਾਪਿਆਂ ਨੂੰ ਕਿਤੇ ਨਾ ਕਿਤੇ ਕਿਸੇ ਹੋਰ ਪਾਸੇ ਤੋਰ ਸਕਦਾ, ਜਾਂ ਸੁਸਾਇਟੀ ਨੂੰ। ਦੁਖਾਂਤ ਦਾ ਇੱਕੋ ਪਹਿਲੂ ਸਾਨੂੰ ਦਿਖਦਾ ਹੁੰਦਾ ਉਸ ਮੌਕੇ ਵੀ ਬਹੁਤ ਅਨਰਥ ਹੋ ਗਿਆ, ਬਹੁਤ ਨੁਕਸਾਨ ਹੋ ਗਿਆ, ਪਰ ਉਹ ਜੇ ਤੁਸੀਂ ਲੌਂਗ ਟਰਮ ਚ ਦੇਖੋਗੇ ਜੀ, ਇੱਥੇ ਬੈਠਾ ਤਾਂ ਕਿਸੇ ਨੇ, ਜੋ ਦੀਪ ਸਿੱਧੂ ਗਿਆ ਸੀ ਤਾਂ ਬੜਾ ਲੱਗਦਾ ਸੀ ਵੀ ਇਹ ਤਾਂ ਹੁਣ ਬਸ ਕੌਮ ਦਾ ਨਾ ਬਹੁਤ ਘਾਟਾ ਹੋ ਗਿਆ, ਜੀ ਜੀ, ਬੈਠਵੇ ਤਾਂ ਘਾਟਾ ਹੁੰਦਾ ਹੀ ਹੈ ਉਹ ਉਸ ਮੌਕੇ, ਪਰ ਤੁਸੀਂ ਦੇਖੋ ਮੌਤ ਛੱਡ ਕੇ ਕੀ ਜਾਂਦੀ ਹੈ।
ਹਨਾ। ਹੂੰ, ਹੁਣ ਜੇ ਤਾਂ ਕੋਈ ਉਹੀ ਬਿਮਾਰ ਹੋ ਕੇ ਮਰ ਗਿਆ ਹਨਾ ਜੀ ਅਨਨੋਨ ਜਾਂ ਲੋਕ ਤਾਂ ਇੱਥੇ ਬੈਠੇ ਕਿਹਨੇ ਰਹਿਣਾ ਹੈ? ਨਹੀਂ ਰਹਿਣਾ ਸਹੀ। ਉਹ ਮੌਤ 'ਚ ਫਰਕ ਹੈ। ਹੂੰ, ਇਹ ਕੋਈ ਭਾਵੇਂ ਬਚਪਨ 'ਚ ਹੋ ਜੇ, ਭਾਵੇਂ ਜਵਾਨੀ 'ਚ ਹੋ ਜੇ, ਭਾਵੇਂ ਬੁਢਾਪੇ 'ਚ ਹੋ ਜੇ, ਇਹ ਨਹੀਂ। ਹੂੰ, ਮੌਤ ਅਰਥ ਉਹਦੇ ਕੀ ਗ੍ਰਹਿਣ ਕਰ ਗਈ ਹੈ। ਹੂੰ, ਜੀ ਤੇ ਕੋਈ ਵੀ ਮੌਤ ਵੱਡੇ ਅਰਥ ਗ੍ਰਹਿਣ ਕਰ ਗਈ, ਹੂੰ, ਹੂੰ, ਉਹ ਫਿਰ ਉਹ ਅਨਰਥ ਨਹੀਂ ਰਹਿ ਜਾਂਦਾ ਤੇ ਉਹ ਫਿਰ ਕੋਈ ਏਡੀ ਗੱਲ ਉਹ ਨਹੀਂ ਰਹਿ ਜਾਂਦੀ। ਹੂੰ, ਸੋ ਉਹਨੂੰ ਇਸ ਤਰ੍ਹਾਂ ਵੀ ਦੇਖਣਾ ਚਾਹੀਦਾ ਹੈ। ਹੂੰ। ਜੀ ਇਸ ਐਂਗਲ ਤੋਂ ਦੇਖਿਆ ਜਾ ਸਕਦਾ। ਹਾਂਜੀ ਭੁੱਲਿਆ ਤਾਂ ਨਹੀਂ ਜਾ ਸਕਦਾ, ਆਪਾਂ ਉਹਦੇ ਤੇ ਚਰਚਾ ਕਰ ਹੀ ਨਹੀਂ, ਰਹੇ ਉਹ ਹਾਂ। ਤਾਂ ਹੁਣ ਕੁਝ ਵੀ ਨਹੀਂ ਭੁੱਲਿਆ ਕੁਝ ਜਾਂਦਾ ਵੀ ਨਹੀਂ ਹੁੰਦਾ ਭੁੱਲਿਆ ਹਨਾ। ਜਾਂਦਾ ਹਨਾ। ਹਾਂ ਹਾਂ ਬਿਲਕੁਲ। ਹਾਂਜੀ ਲੋਕੀ ਉਹ ਹਰ ਸਾਲ ਆਪਣਾ ਜਨਮ ਦਿਨ ਮਨਾਉਂਦੇ, ਉਹ ਨਹੀਂ ਭੁੱਲਦੇ, ਪੁਰਾਣੇ ਉਹ ਨਹੀਂ ਬਜ਼ੁਰਗ ਗਏ ਉਹਨਾਂ ਨੂੰ ਹਾਂਜੀ ਨਹੀਂ ਹਾਂਜੀ ਭੁੱਲਦੇ। ਹਾਂਜੀ ਹੂੰ। ਹਾਂਜੀ ਰਾਈਟ ਉਹਨਾਂ ਦਾ ਜਿਹੜਾ ਤਰਕ ਸੀ ਨਾ ਅਜਮੇਰ ਸਿੰਘ ਜੀ, ਉਹ ਇਹ ਸੀਗਾ ਵੀ ਸਿੱਖਾਂ ਨੂੰ 1947 ਤੋਂ ਬਾਅਦ ਬਹੁਤ ਜਦੋਜਹਿਦ ਕਰਨੀ ਪਈ। ਦਰਸ਼ਨ ਸਿੰਘ ਫੇਰੂਮਾਨ ਜੀ ਨੇ ਕਿੰਨਾ ਕੀਤਾ, ਉਸ ਤੋਂ ਬਾਅਦ ਵੀ ਮੋਰਚੇ ਲੱਗੇ ਪਰ ਸੁਣਵਾਈ ਨਹੀਂ ਹੋਈ। ਉਹ ਕਹਿੰਦੇ ਜੇ ਇਹ ਹੋਇਆ ਤਾਂ ਵਰਲਡ ਵਾਈਡ ਪਤਾ ਲੱਗਿਆ ਵੀ ਹੁਣ ਸਿੱਖਾਂ ਦੇ ਨਾਲ ਧੱਕਾ ਹੋ ਗਿਆ। ਪਰ ਹੁਣ ਆਪਾਂ ਅਗਲੇ ਸਵਾਲ ਵੱਲ ਆਈਏ ਵੀ ਜੇ 1980 ਦੇ ਦਹਾਕੇ 'ਚ ਤਾਕਤਾਂ ਦਾ ਕੇਂਦਰੀਕਰਨ ਹੋ ਰਿਹਾ ਸੀ, ਇੰਦਰਾ ਗਾਂਧੀ ਇੱਕ ਅਲੱਗ ਪੇਜ ਤੇ ਸੀ, ਇੱਕ ਪਾਵਰ ਦੇ, ਇੱਕ ਹੰਕਾਰ ਤੇ ਸੀ। ਹਾਂਜੀ ਸੇਮ ਪੇਜ ਤੇ ਮੋਦੀ ਅੱਜ 2022 ਦੇ ਵਿੱਚ ਸੇਮ ਚੀਜ਼ਾਂ ਹੋ ਰਹੀਆਂ ਨੇ। ਮਿਨੋਰਟੀਜ਼ ਦੀ ਸਿਚੁਏਸ਼ਨ ਤੁਸੀਂ ਦੇਖ ਲਓ, ਹਿੰਦੂ ਤਿਉਹਾਰ ਹੁੰਦੇ ਨੇ, ਸੇਮ ਉਧਰ ਚੱਲੀ ਜਾਂਦੇ ਮੁਸਲਮਾਨ ਭਾਈਚਾਰੇ ਦੇ, ਪਰ ਉਹ ਮਸਜਿਦਾਂ ਤੇ ਝੰਡੇ ਲੱਗ ਰਹੇ ਨੇ, ਸਾਰਾ ਕੁਝ ਹੋ ਰਿਹਾ, ਬਲਡੋਜ਼ਰ ਲੱਗੇ ਪਏ ਨੇ, ਆਪਾਂ ਵੇਖਦੇ ਹਾਂ ਸਾਰੀਆਂ ਚੀਜ਼ਾਂ। 80 ਤੋਂ ਲੈ ਕੇ 20 ਉਹ ਸਾਲ ਤੇ 40 ਸਾਲ ਸਟੇਟ ਨੂੰ ਕਿੱਥੇ ਰੱਖਦੇ ਤੁਸੀਂ? ਉੱਥੇ ਹੀ ਆ ਜਾਂ ਉਹਦੇ ਕੰਮਕਾਜ ਦੇ ਵਿੱਚ ਤਬਦੀਲੀ ਆਈ ਜਾਂ ਮਿਨੋਰਟੀਜ਼ ਦਾ ਉੱਥੇ ਹੀ? ਦੇਖੋ ਹੂੰ। ਸੇਮ ਨਹੀਂ ਕਹਿ ਸਕਦੇ। ਅੱਛਾ, ਇੱਕ ਪੱਖੋਂ ਸੇਮ ਕਹਿ ਸਕਦੇ ਆ ਅੱਛਾ। ਕਿ ਕੰਸਿਸਟੈਂਟਲੀ ਜੋ ਡਾਇਰੈਕਸ਼ਨ ਅਖਤਿਆਰ ਇੰਦਰਾ ਗਾਂਧੀ ਵੇਲੇ ਕਰ ਲਈ ਸੀ, ਹੂੰ, ਹੂੰ, ਹੂੰ। ਡਾਇਰੈਕਸ਼ਨ ਉਹੀ ਹੈ। ਠੀਕ ਆ। ਪਰ ਉਹ ਜੋ ਹੁਣ ਡਿਮੈਂਸ਼ਨ ਅਖਤਿਆਰ ਕਰ ਗਈ, ਅੱਛਾ। ਤਾਂ ਮੋਦੀ ਦਾ ਯੁੱਗ ਤੇ ਇੰਦਰਾ ਗਾਂਧੀ ਵਾਲਾ ਯੁੱਗ ਹੂੰ। ਜੀ ਸੇਮ ਨਹੀਂ ਆਪਾਂ ਕਹਿ ਸਕਦੇ। ਅੱਛਾ, ਆਧਾਰ ਉਹੀ ਹੈ। ਠੀਕ ਹੈ। ਉਹ ਵੀ ਨੈਸ਼ਨਲਿਜ਼ਮ ਨੂੰ ਪ੍ਰਮੋਟ ਕਰ ਰਹੀ ਸੀ, ਹੂੰ, 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 ਠੀਕ ਹੂੰ, ਇਹ ਵੀ ਕਰ ਰਿਹਾ ਹੈ। ਹੂੰ। ਪਰ ਦੋਹਾਂ ਦਾ ਜਿਹੜਾ ਤਰੀਕਾ ਹੈ ਅੱਛਾ। ਉਹਦਾ ਬਹੁਤ ਫਰਕ ਹੈ। ਉਹ ਵੀ ਅਥਾਰਟੇਰੀਅਨ ਸੀ, ਹੂੰ। ਜੀ ਇੰਦਰਾ ਗਾਂਧੀ ਵੀ, ਜੀ, ਜੀ, ਤੇ ਮੋਦੀ ਵੀ ਹੈ। ਜੀ, ਪਰ ਉਹ ਜਿਹੜੀ ਇੰਦਰਾ ਗਾਂਧੀ ਸੀ, ਜੀ। ਉਹ ਇੱਕ ਟ੍ਰੈਡੀਸ਼ਨ ਸੀ ਕਾਂਗਰਸ ਦੀ, ਜਿਹਨੂੰ ਖਤਮ ਕਰਨ ਤੇ ਟਾਈਮ ਲੱਗਣਾ ਸੀ। ਜੀ। ਉਹ ਬਹੁਤਾ ਨਹੀਂ ਸੀ ਖਤਮ ਕਰ ਸਕੀ। ਹੂੰ, 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 ਕਾਂਗਰਸ ਦੇ ਵਿੱਚ ਬੜੇ ਲੀਡਰ ਤਕੜੇ ਬੈਠੇ ਸੀਗੇ, ਹੂੰ। ਦਰਜਨਾਂ ਦੀ ਗਿਣਤੀ 'ਚ, ਜੀ। ਜਿਹੜੇ ਬੋਲਦੇ ਵੀ ਸੀ ਥੋੜਾ ਬਹੁਤਾ। ਹੂੰ। ਤੇ ਉਹਦਾ ਉਦੋਂ ਮਤਲਬ ਉਹ ਠੀਕ ਆ, ਅਥਾਰਟੇਰੀਅਨ ਸੀ, ਹੂੰ, 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 ਪਰ ਅਜੇ ਉਹਨੇ ਪੂਰਾ ਰਾਹ ਹੀ ਸਾਫ਼ ਕਰ ਲਿਆ ਹੋਵੇ ਅੱਗੇ ਵਧਣ ਵਾਸਤੇ, ਨਾ ਦੇਸ਼ 'ਚ ਨਾ ਹੂੰ। ਪਾਰਟੀ 'ਚ। ਉਸ ਲੈਵਲ ਤੇ। ਮੋਦੀ ਨੇ ਮਤਲਬ ਇਹ ਕੀਤਾ, ਅੱਛਾ। ਇਹ ਬਹੁਤ ਜਿਹਨੂੰ ਕਹਿੰਦੇ ਨਾ ਰੋਥਲੈਸ, ਹਾਂ। ਵੀ ਇਹ ਸੇਮ ਤਾਂ ਆਪਾਂ ਕਹਿ ਸਕਦੇ ਹਾਂ, ਵਿਚਾਰਧਾਰਾ ਉਹੀ ਹੈ, ਹੂੰ, ਹੂੰ। ਜੀ ਜੀ ਪਰ ਇਹਦਾ ਜੋ ਕਰੈਕਟਰ ਅਖਤਿਆਰ ਕਰ ਗਿਆ ਨਾ ਇਹ ਖਾਸਾ, ਅੱਛਾ, ਉਹ ਨਹੀਂ ਹੋਣਾ। ਠੀਕ ਰੁਕਦਾ ਆ। ਨਹੀਂ ਮਤਲਬ ਇਹ। ਮਤਲਬ ਉਹਦੇ 'ਚ ਵੀ ਸੈਂਟਰਲਾਈਜੇਸ਼ਨ ਦੀ ਹੂੰ। ਟੈਂਡੈਂਸੀ ਸੀ, ਬਹੁਤ ਪਰ ਜ਼ਿਆਦਾ। ਉਦੋਂ ਸਟੇਟਸ ਨੂੰ ਫਿਰ ਵੀ ਇੱਕ ਸਪੇਸ ਦਿੱਤਾ ਜਾਂਦਾ ਸੀ। ਹੂੰ। ਤਕੜੇ ਲੀਡਰ ਕਾਂਗਰਸ ਦੇ ਸਟੇਟਸ ਦੇ ਵਿੱਚ ਬੈਠੇ ਸੀ, ਬੈਠੇ ਸੀ। ਜੀ। ਜਿਹੜੇ ਅਸਰਟ ਵੀ ਕਰਦੇ ਸੀ ਹੂੰ। ਅਜੇ ਫਿਰ ਵੀ। ਹੂੰ। ਤੇ ਉਦੋਂ ਮਤਲਬ ਰਾਜ ਸਰਕਾਰਾਂ ਨੂੰ ਅਜੇ ਅਧਿਕਾਰ ਕਾਫੀ ਹੱਦ ਤੱਕ ਸੀਗੇ, ਸੀਗੇ। ਉਹ ਇੱਕ ਸਪੇਸ ਸੀ। ਹੂੰ। ਇਹਨਾਂ ਨੇ ਕੋਈ ਸਪੇਸ ਨਹੀਂ ਛੱਡਿਆ। ਹੂੰ। ਤੁਸੀਂ ਇਹ ਦੇਖ ਲਓ ਵੀ ਮੋਦੀ ਜੀ। ਤੇ ਅਮਿਤ ਸ਼ਾਹ, ਹੂੰ। ਜੀ ਉਦੋਂ ਅੱਗੇ ਤੁਸੀਂ ਸੋਚੋ 3 ਨੰਬਰ 4 ਨੰਬਰ 5 ਨੰਬਰ ਕੌਣ ਹੈ? ਹੈ ਕਿਤੇ ਕੋਈ? ਕੋਈ ਨਾਂ ਨਹੀਂ ਦੋ ਹੀ ਹੁੰਦਾ। ਪਾਰਟੀ 'ਚ ਦੋ ਹੀ ਸਰਕਾਰ। ਦੋ ਬੰਦੇ ਨੇ। ਮੈਂ ਇੱਕ ਨੂੰ ਕਿਹਾ, ਮੈਂ ਕਿਹਾ ਵੀ ਯਾਰ ਉਹ ਬੰਦਾ ਜਾਣਕਾਰ ਸੀ ਬਹੁਤ ਪਾਰਟੀ ਦਾ। ਜੀ। ਠੀਕ ਹੈ। ਮੈਂ ਕਿਹਾ ਐ ਤਾਂ ਰਾਜਨਾਥ ਤੀਜੇ ਨੰਬਰ ਤੇ ਕਿਹਾ ਜਾ ਸਕਦਾ ਹੈ। ਕਹਿੰਦਾ ਰਾਜਨਾਥ 104ਵੇਂ ਨੰਬਰ ਤੇ ਹੋ। ਉਹ ਪਤਾ ਅੱਛਾ। 100 ਤਾਂ ਵਿੱਚ ਗੈਪ ਹੈ। ਠੀਕ ਆ। ਵੀ ਇਹ ਫਰਕ ਪੈ ਗਿਆ, ਹੁਣ ਇੰਨਾ ਮੋਨੋਪਲਾਈਜ਼ ਹੋ ਗਿਆ ਸਭ ਕੁਝ। ਜੀ ਤੇ ਇੱਕ ਪਰਸਨਲਾਈਜ਼ ਹੋ ਗਈ ਪਾਵਰ, ਟੋਟਲ। ਪਰਸਨਲਾਈਜ਼, ਇਹ ਸਹੀ ਹੈ। ਇੱਕ ਸੈਂਟਰਲਾਈਜੇਸ਼ਨ ਹੁੰਦੀ ਹੈ ਨਾ, ਉਹ ਹੋਰ ਤਰੀਕੇ ਇੱਕ ਉਹਦਾ ਫਿਰ ਅਲਟੀਮੇਟ ਲੌਜਿਕ ਜਾਂਦਾ ਪਰਸਨਲਾਈਜੇਸ਼ਨ ਆਫ ਪਾਵਰ। ਇਸ ਤੋਂ ਅਗਲਾ ਸਟੈਪ ਕਹਿ ਸਕਦੇ। ਹਾਂ, ਦੈਟ ਇਜ਼ ਦੀ ਲਾਸਟ। ਹਾਂਜੀ ਰਾਜ ਜੀ, ਤੁਸੀਂ। ਜੀ। ਹਾਂਜੀ। ਸੋ ਫਿਰ ਇਸ ਤੋਂ ਬਾਅਦ ਦੇ ਵਿੱਚ ਕੀ ਆ, ਹੁਣ ਜਿੱਦਾਂ ਮਾਈਨੋਰਟੀਜ਼ ਤੇ ਬਾਕੀਆਂ ਦੇ ਨਾਲ ਜੋ ਧੱਕਾ ਚੱਲ ਰਿਹਾ ਹੈ, ਗਾਣੇ ਉੱਥੇ ਸ਼ਰੇਆਮ ਚੱਲਦੇ ਆ ਵੀ ਮੁਸਲਮਾਨੋ ਤੁਸੀਂ ਉਧਰ ਨੂੰ ਜਾਓ, ਬਾਕੀ ਜਿਹੜੇ ਉਧਰ ਨੂੰ ਜਾਓ,
ਮੇਨ ਸਟ੍ਰੀਮ ਦੇ ਵਿੱਚ ਇੰਨਾ ਜ਼ਿਆਦਾ ਆ ਚੁੱਕਾ ਆ, ਸਾਰੇ ਪੱਤਰਕਾਰ ਉਹਨਾਂ ਦੇ ਝੋਲੀ ਚੁੱਕ ਉੱਥੇ ਹੋ ਚੁੱਕੇ ਆ। ਸੋ ਲਾਸਟ ਸਟੈਪ ਤੋਂ ਬਾਅਦ ਫਿਰ ਅਗਲਾ ਸਟੈਪ ਕੀ ਹੈ ਇਹਦਾ, ਮਤਲਬ ਜੇ ਆਪਣੀ ਚਰਨ ਸੀਮਾ ਦੇ ਉੱਤੇ ਪਹੁੰਚ ਗਿਆ ਮੋਦੀ, ਫਿਰ ਉੱਥੇ ਨੈਕਸਟ ਕੀ ਆ ਹੁਣ? ਨਹੀਂ, ਉੱਥੇ ਫਿਰ ਕੋਈ ਜਗ੍ਹਾ ਨਹੀਂ ਰਹਿ ਜਾਂਦੀ ਮੈਜੋਰਟੀ ਵਾਸਤੇ ਵੀ ਡੂ ਔਰ ਡਾਈ, ਜਾਂ ਖਤਮ ਹੋਣਾ ਪ੍ਰਵਾਨ ਕਰ ਲੋ ਤੇ ਜਾਂ ਕੱਟ ਮਰੋ ਜੀ। ਇਹੀ ਆ। ਹਾਂ, ਮੁਸਲਮਾਨਾਂ ਦੀ ਥੋੜੀ ਜੀ ਹਾਲਤ ਹੋਰ ਤਰ੍ਹਾਂ ਦੀ ਹੈ ਠੀਕ ਹੈ। ਤੇ ਇਸੇ ਸਵਾਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹ ਕਿਸੇ ਵੀ ਸਟੇਟ ਦੇ ਵਿੱਚ ਮੈਜੋਰਟੀ ਚ ਨਹੀਂ, ਸਕੈਟਰਡ ਜੀ ਜੀ। ਇਹੋ ਜਿਹਾ ਕੋਈ ਖਿੱਤਾ ਨਹੀਂ ਜਿੱਥੇ ਉਹ ਆਪਦੀ ਇੱਕ ਤਾਕਤ ਦਿਖਾ ਸਕਣ। ਉਹ ਤਾਂ ਜਿਵੇਂ ਘਿਰੇ ਬੈਠੇ ਨੇ ਹਰ ਜਗ੍ਹਾ ਦੇ ਉੱਤੇ, ਹਿੰਦੂ ਉਹਦੇ ਵਿੱਚ ਮੇਨ ਸਟਰੀਮ ਚ। ਅੱਛਾ, ਇਹ ਇੱਕ ਪਾਸੇ ਇਹ ਵੀ ਆਪਾਂ ਦੇਖਦੇ ਹਾਂ ਜਦੋਂ ਅਖਬਾਰਾਂ ਪੜ੍ਹਦੇ ਹਾਂ, ਆਰਟੀਕਲ ਪੜ੍ਹਦੇ ਹਾਂ, ਖਬਰਾਂ ਨੂੰ ਚਿੱਥਦੇ ਹਾਂ ਵੀ ਇੱਕ ਪਾਸੇ ਪੰਜਾਬ ਨੂੰ ਆਈਸੋਲੇਟ ਕੀਤਾ ਗਿਆ, ਕਦੇ ਕਿਵੇਂ ਕਦੇ ਕਿਵੇਂ ਕਦੇ ਕਿਵੇਂ, ਦੂਜੇ ਪਾਸੇ ਸਿੱਖਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ। ਹੁਣ ਮੋਦੀ ਸਾਹਿਬ ਦੀ ਮੈਂ ਗੱਲ ਕਰ ਰਿਹਾ, ਪ੍ਰਧਾਨ ਮੰਤਰੀ ਸਾਹਿਬ ਦੀ, ਤੇ ਇਹ ਦੁਨੀਆ 'ਚ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਵਰਲਡ ਵਾਈਡ ਲੋਕ ਸੱਦੇ ਜਾਂਦੇ ਨੇ ਸਿੱਖ ਭਾਈਚਾਰੇ ਦੇ ਵਿੱਚੋਂ, ਤੇ ਸਾਡੇ ਉਹਨਾਂ ਦੇ ਵਿੱਚ ਕਈ ਚਿਹਰੇ ਵੀ ਨੇ ਜਿਹੜੇ ਜਾਂਦੇ ਨੇ ਉੱਥੇ ਗੱਲਬਾਤ ਕਰਦੇ ਨੇ, ਔਰ ਇਹ ਦਿਖਾਇਆ ਜਾਂਦਾ ਵੀ ਅਸੀਂ ਤਾਂ ਤੁਹਾਡੇ ਬਈ ਬੜੇ ਸਕੇ ਆ, ਅਸੀਂ ਤਾਂ ਤੁਹਾਡੇ ਬੜੇ ਫਿਕਰਮੰਦ ਆ, ਤੁਸੀਂ ਸਾਡੇ ਨੇੜੇ ਆ। ਇਹ ਗੱਲਾਂ ਕਿੱਧਰ ਨੂੰ ਜਾਂਦੀਆਂ? ਤੁਸੀਂ ਆਪਦੇ ਨਜ਼ਰੀਏ ਤੋਂ ਇਹਨਾਂ ਨੂੰ ਕਿਵੇਂ ਦੇਖਦੇ? ਦੇਖੋ, ਮਤਲਬ ਇਹ ਜਿਹੜਾ ਉਹ ਕਰ ਰਿਹਾ ਨਾ ਵਾਰ-ਵਾਰ ਜੀ, 3 ਮੀਟਿੰਗਾਂ ਹੋ ਗਈਆਂ ਮੇਰੇ ਖਿਆਲ ਚ ਕਿ 2? ਨਹੀਂ, ਮਤਲਬ 3 ਤਾਂ ਹੋ ਗਈਆਂ ਜਿਹੜੀਆਂ ਸਾਹਮਣੇ ਆ ਗਈਆਂ। ਹਾਂਜੀ, ਸੀਕ੍ਰੇਟ ਮੀਟਿੰਗਾਂ ਬਹੁਤ ਹੋ ਰਹੀਆਂ ਜੀ। ਤੇ ਉਹ ਤਾਂ ਮਤਲਬ ਉਹ ਨਾ ਜਿਵੇਂ ਉਹ ਡੈਸਪਰੇਟ ਹੈ। ਠੀਕ ਆ। ਵੀ ਸਿੱਖਾਂ ਨੂੰ ਉਹ ਅਫੋਰਡ ਨਹੀਂ ਕਰ ਸਕਦਾ ਵੀ ਸਿੱਖ ਵਿਰੋਧ ਚ ਖੜ ਜਾਣ। ਅੱਛਾ, ਜਿਹੜੀਆਂ ਉਹਦੀਆਂ ਐਂਬੀਸ਼ਨਸ ਨੇ ਵੀ ਇੱਕ ਉਹਨੇ ਜਿਵੇਂ ਰੀਜਨਲ ਪਾਵਰ ਬਣਦੀਆਂ ਉਹਦੀਆਂ ਐਂਬੀਸ਼ਨਸ ਨੇ, ਤੇ ਉਹਦੇ ਚ ਨੈਚੁਰਲੀ ਮਿਲਟਰੀ ਦਾ ਬਹੁਤ ਵੱਡਾ ਰੋਲ ਹੋਊਗਾ। ਜੀ ਜੀ ਜੀ। ਹਨਾ, ਅੱਜ ਕੱਲ ਤਾਂ ਤੁਸੀਂ ਜਾਂ ਇਕਨੋਮਿਕ ਪਾਵਰ, ਕੱਲੀ ਇਕਨੋਮਿਕ ਪਾਵਰ ਕੀ ਕਰ ਸਕਦੀ ਹੈ, ਇੰਪਲੀਮੇਸ਼ਨ ਪਾਵਰ ਵੀ ਹੋਣੀ ਚਾਹੀਦੀ ਹੈ। ਜੇ ਮੈਚਿੰਗ ਨਾਲ ਮਿਲਟਰੀ ਪਾਵਰ ਨਹੀਂ, ਸੋ ਇਕਨੋਮਿਕ ਪਾਵਰ ਇਹ ਕਹੀ ਜਾਂਦੇ ਨੇ ਵੀ ਇਹਨੇ ਉਹ ਬਣ ਜਾਣਾ ਜੀ ਇੰਨੇ ਟ੍ਰਿਲੀਅਨ ਦੀ ਇਕਨੋਮੀ ਜੇ ਹੈ, ਉਹ ਤਾਂ ਹੁਣ ਤੁਸੀਂ ਦੇਖ ਲਓ ਜਲੂਸ ਨਿਕਲਣ ਵਾਲੀ ਗੱਲ। ਬਿਲਕੁਲ ਬਿਲਕੁਲ। ਪਰ ਬਹੁਤ ਵੱਧਵੇਂ ਦਾਅਵੇ ਹੈ, ਅਜੇ ਵੀ ਕਹੀ ਜਾਂਦੇ ਨੇ ਇੰਨੇ ਨੰਗੇ ਚਿੱਟੇ। ਚਲੋ ਆਪਾਂ ਗੱਲ ਛੱਡ ਦਈਏ। ਦੂਜੀ ਗੱਲ ਇਹ ਹੈ ਵੀ ਜਿਹੜੀਆਂ ਇਹਨਾਂ ਦੀਆਂ ਐਸਪੀਰੇਸ਼ਨਸ ਨਾ ਰੀਜਨ ਦੇ ਵਿੱਚ, ਹਾਂਜੀ, ਤੇ ਜਿਹੜੇ ਹੋਸਟਾਈਲ ਸਾਰੇ ਆਲਾ ਦੁਆਲਾ ਬੈਠਾ ਕੰਟਰੀ, ਹਾਂਜੀ ਹਾਂਜੀ, ਦੋ ਤਾਂ ਪਾਕਿਸਤਾਨ ਤੇ ਚੀਨ ਤਾਂ ਸਿੱਧੇ ਹੀ ਹੈ ਨਾ, ਜਿਹੜੇ ਮਿਲਟਰੀ ਥ੍ਰੈਟ ਨਾਲ ਇੱਕ ਤਕੜੇ ਪਾਵਰ ਹੈ, ਉਹ ਛੋਟੀ ਨਹੀਂ। ਜੀ ਜੀ ਜੀ। ਕਈ ਵਾਰ ਸਾਨੂੰ ਪਾਕਿਸਤਾਨ ਛੋਟਾ ਲੱਗਣ ਲੱਗ ਜਾਂਦਾ, ਪਰ ਕਹਿੰਦੇ ਜੇ ਮਿਲਟਰੀ ਦਾ ਕੰਪੈਰੀਜ਼ਨ ਕੀਤਾ ਜਾਵੇ ਤਾਂ ਉਹ ਸੁਪੀਰੀਅਰ ਹੈ ਜੇ ਵੀ। ਠੀਕ ਹੈ। ਤੇ ਚੀਨ ਨਾਲ ਤਾਂ ਕੋਈ ਮੁਕਾਬਲਾ ਹੀ ਨਹੀਂ ਜੀ। ਅੱਛਾ, ਹੁਣ ਉਹਦੇ ਚੋਂ ਜੇ ਸਿੱਖ ਐਲੀਨੇਟ ਹੁੰਦਾ ਹੈ, ਅੱਛਾ, ਮਿਲਟਰੀ ਤੇ ਵੀ ਅਸਰ ਪਊ, ਤੇ ਇਹ ਬਾਰਡਰ ਸਟੇਟ ਹੈ, ਇੱਥੇ ਪਾਪੂਲੇਸ਼ਨ ਤੇ ਸਾਰੀ ਸਿਵਲ ਜਿਹੜੀ ਹੈਗੀ ਹੈ, ਜੇ ਉਹ ਕੋਆਪਰੇਟ ਜੰਗ 'ਚ ਨਹੀਂ ਕਰਦੀ, ਤੁਹਾਨੂੰ ਤਾਂ ਪਤਾ ਨਹੀਂ, ਮਤਲਬ ਮੈਂ ਤਾਂ ਉਹ ਦੇਖੀਆਂ 65 ਤੇ 71 ਦੀਆਂ ਜੰਗਾਂ। ਹਾਂਜੀ ਹਾਂਜੀ ਹਾਂ, ਉਹਦੇ 'ਚ ਤੁਸੀਂ ਮਤਲਬ ਜਿੰਨਾ ਬਾਰਡਰ ਏਰੀਏ ਦੇ ਵਿੱਚ ਲੋਕਾਂ ਨੇ, ਉਹਦਾ ਸਾਰੇ ਪੰਜਾਬ 'ਚ ਬਾਰਡਰ ਏਰੀਏ 'ਚ ਜਿੰਨੀ ਮਦਦ ਕੀਤੀ ਮਿਲਟਰੀ ਦੀ, ਸੋ ਉਸ ਕੋਆਪਰੇਸ਼ਨ ਤੋਂ ਬਗੈਰ ਉਹ ਲੜਾਈਆਂ ਨਹੀਂ ਲੜੀਆਂ ਜਾਂਦੀਆਂ। ਤੇ ਜੇ ਤੁਹਾਡੀ ਪਾਪੂਲੇਸ਼ਨ ਹੋਸਟਾਈਲ ਹੋ ਗਈ ਤੇ ਫੌਜ ਲੜੂਗੀ ਕਿਵੇਂ? ਤਾਂ ਕਰਕੇ ਇਸ ਕਰਕੇ ਬਹੁਤ ਡਰੇ ਹੋਏ ਨੇ ਤੇ ਜਿਵੇਂ ਮਰਜੀ ਇਹਨਾਂ ਨੂੰ ਸਿੱਖਾਂ ਨੂੰ ਅਪੀਜ਼ਮੈਂਟ ਕਰਕੇ ਨਾਲ ਰੱਖਿਆ ਜਾਵੇ, ਪਰ ਮੈਂ ਕਹਿਣਾ ਵੀ ਉਹ ਇੰਨੇ ਸ਼ਰੀਊਡ ਸਟ੍ਰੈਟਜੀਸ਼ਨ ਹੈ ਨਹੀਂ। ਅੱਛਾ, ਜਿੰਨੀ ਇੰਦਰਾ ਸੀ, ਠੀਕ ਆ, ਜਿੰਨਾ ਨਹਿਰੂ ਸੀ, ਜਾਂ ਜਿੰਨੀ ਕੁ ਕਾਂਗਰਸ ਦੀ ਟ੍ਰੈਡੀਸ਼ਨ ਸੀ। ਠੀਕ ਹੈ। ਉਹਦਾ ਕੀ ਕਾਰਨ? ਉਹਦਾ ਇਹ ਕਾਰਨ ਹੈ ਕਿ ਇਹਨਾਂ ਦਾ ਇੱਕ ਤਾਂ ਉਹ ਕੈਲੀਬਰ ਨਹੀਂ। ਅੱਛਾ, ਇਹ ਤਾਂ ਜਿਹੜੇ ਹੁੰਦੇ ਨੇ ਨਾ ਆਹ ਗੁੰਡੇ ਸਟਰੀਟ ਵਾਲੇ ਜੀ, ਇਹ ਤਾਂ ਉਹ ਪਾਵਰ ਚ ਆ ਗਏ ਨੇ। ਠੀਕ ਹੈ। ਤੁਸੀਂ ਦੇਖੋ ਇਹਨਾਂ ਦੀ ਕੀ ਬੈਕਗ੍ਰਾਉਂਡ ਹੈ, ਕੁਛ ਵੀ ਨਹੀਂ ਨਾ, ਏਜੰਡਾ ਹੋਛਾਪਣ ਸਾਰਾ ਗੱਲਾਂ ਚ ਇਹਨਾਂ ਦੇ ਮਤਲਬ ਹਰ ਭਾਸ਼ਣ ਚੋਂ, ਹਰ ਗੱਲਬਾਤ ਚੋਂ ਅਨਾੜੀਪਣ ਦਿਸਦਾ। ਕੋਈ ਸਟੇਟਸਮੈਨਸ਼ਿਪ ਨਹੀਂ, ਕੋਈ ਡਿਪਲੋਮੇਸੀ ਦਾ ਨਹੀਂ, ਸਾਰੇ ਹੀ ਪੂਅਰ ਹੋ ਗਿਆ ਹੁਣ ਇਹਨਾਂ ਦਾ। ਇਹਨਾਂ ਕੋਲ ਕੋਈ ਬੰਦਾ ਵੀ ਨਹੀਂ ਰਹਿ ਗਿਆ ਜਿਹੜਾ ਉਸ ਲੈਵਲ ਤੇ ਕੋਈ ਕੰਮ ਕਰ ਸਕੇ।
ਜੀ ਤੇ ਇਸ ਕਰਕੇ ਹੁਣ ਇਹ ਜਿਹੜਾ ਕੰਮ ਕਰਦੇ ਜਦੋਂ ਇਸ ਨਹੀਂ ਤਰ੍ਹਾਂ ਦਾ ਕੰਮ ਆਉਂਦਾ ਨਾ ਹਾਂਜੀ ਵੀ ਆ ਸਿੱਖਾਂ ਨੂੰ ਅਸੀਂ ਜੀ ਆਪਦੇ ਨਾਲ ਜੋੜਨਾ ਹੈ ਹਾਂਜੀ ਤਾਂ ਇੱਕ ਟੀਮ ਹੁੰਦੀ ਹੈ ਕੋਈ ਕੰਮ ਕਰ ਰਹੀ ਬਕਾਇਦਾ ਜੀ 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 ਤੇ ਉਹ ਟੀਮ ਬੜੀ ਕੰਪੀਟੈਂਟ ਹੁੰਦੀ ਹੈ ਉਹਦੇ ਚ ਬੜੀ ਕਪੈਸਿਟੀ ਹੁੰਦੀ ਹੈ ਇੰਟੈਲੈਕਚੁਅਲੀ ਵੀ ਜੀ ਅਦਰਵਾਈਜ਼ ਵੀ ਸ਼ਖਸੀਅਤਾਂ ਦੇ ਤੌਰ ਤੇ ਜੀ ਇਹ ਹੁਣ ਆਹ ਹਰਦੀਪ ਪੁਰੀ ਵਰਗੇ ਬੰਦੇ ਜਿਹੜੇ ਉਂਝ ਬੜੇ ਹੌਲੇ ਜਿਹੇ ਬੰਦੇ ਹਾਂਜੀ ਤੇ ਇਹੀ ਜਿਹੀ ਤਾਂ ਇਹਦੀਆਂ ਟੀਮਾਂ ਨੂੰ ਮਤਲਬ ਉਹ ਫਿਰ ਜਿਹੋ ਜਿਹਾ ਲੀਡਰ ਹੋਏ ਜੀ ਉਹਦੀ ਟੀਮ ਉਹੀ ਜੀ ਟੀਮ ਹੋ ਸਹੀ ਹੈ ਨਾ ਸਟਰੋਂਗ ਟੀਮ ਕਿਵੇਂ ਲਿਆਊਗਾ ਉਹ? ਜੀ ਸੋ ਮੈਨੂੰ ਇਹ ਲੱਗਦਾ ਵੀ ਜਿਵੇਂ ਇਹ ਕਰ ਰਿਹਾ ਨਾ ਮੋਦੀ ਜੀ ਤੇ ਅਮਿਤ ਸ਼ਾਹ ਸਿੱਖਾਂ ਨੂੰ ਬਿਲਕੁਲ ਹੀ ਨਹੀਂ ਘਬਰਾਉਣਾ ਚਾਹੀਦਾ ਜੀ ਅੱਛਾ ਠੀਕ ਹੈ ਹਾਂ ਉਹ ਖਬਰਾਂ ਹੀ ਦਿਸਦੀਆਂ ਚਿਹਰੇ ਦਿਸਦੇ ਨੇ ਹੂੰ ਮੀਟਿੰਗ ਹੋ ਗਈ ਹਾਂ ਤੇ ਇਹ ਹੁਣ ਇਹਨਾਂ ਚੋਣਾਂ ਦੇ ਵਿੱਚ ਦਿਸ ਗਿਆ ਜਦੋਂ ਇਹਨਾਂ ਨੇ ਮਤਲਬ ਮੈਂ ਤਾਂ ਹੈਰਾਨ ਹੋਇਆ ਸੀਗਾ ਜੀ ਜੀ ਵੀ ਇਹਨਾਂ ਨੇ ਇੰਨੇ ਇਲੂਜਨ ਪਾਲ ਲਏ ਵੀ ਅਸੀਂ ਪੰਜਾਬ 'ਚ ਪਾਵਰ ਲੈ ਜਾਣੀ ਹੈ ਅਮਰਿੰਦਰ ਸਾਡੇ ਨਾਲ ਆ ਗਿਆ ਢੀਂਡਸਾ ਆ ਗਿਆ ਹਾਂ ਸਿਰਸਾ ਆ ਗਿਆ ਉਹ ਆ ਗਿਆ ਟਕਸਾਲ ਆ ਗਈ ਹਨਾ ਇਹਦੀ ਬਾਬਤ ਅੱਛਾ ਇਹ ਪਤਾ ਹੈ ਕੀ ਹੈ ਕਈ ਤਾਂ ਬੰਦੇ ਕਿੰਨੇ ਹੌਲੇ ਆ ਇਹਨਾਂ ਨੂੰ ਪਤਾ ਹੀ ਨਹੀਂ ਜਿਹਨਾਂ ਨੂੰ ਤੁਸੀਂ ਲਿਆ ਰਹੇ ਹੋ ਲਿਆ ਰਹੇ ਆ ਦੂਜੀ ਗੱਲ ਜਿੰਨਾ ਮਰਜ਼ੀ ਨਿੱਗਰ ਹੋਵੇ ਬੰਦਾ ਠੀਕ ਹੈ ਜਿੱਦੇ ਦਿੱਲੀ ਚਲਿਆ ਗਿਆ ਨਾ ਉਹ ਖਰਾ ਵੀ ਨਾਲ ਦੀ ਨਾਲ ਖੋਟਾ ਹੋ ਜਾਣਾ ਛੋਟਾ ਹੋ ਦਿੱਲੀ ਪੁਲਿਸ ਦੀ ਇੱਥੇ ਨਹੀਂ ਪਲੋਸ ਦੀ ਨਹੀਂ ਇਹ ਪੰਜਾਬ ਦੀ ਸਾਈਕੀ ਹੈ ਭਾਵੇਂ ਸਿੱਧੂ ਮੂਸੇਵਾਲੇ ਦੇ ਗੀਤਾਂ ਚੋਂ ਦੇਖ ਲਓ ਅੱਛਾ ਹੁਣ ਜਿੰਨੇ ਵੀ ਸਾਡੇ ਨਵੇਂ ਸਿੰਗਰ ਆ ਰਹੇ ਜੀ ਸਾਰੇ ਯਾਰੋ ਗੀਤਾਂ ਦੇ ਵਿੱਚ ਹੈ ਤਾਂ ਦਿੱਲੀ ਨੂੰ ਲਲਕ ਰਹੇ ਹੈ ਪੂਰੇ ਸਿੱਧੇ ਤੌਰ ਤੇ ਹਾਂ ਸੋ ਇੱਥੇ ਤਾਂ ਇਹ ਵੀ ਜਿਹੜਾ ਦਿੱਲੀ ਨਾਲ ਰਲ ਗਿਆ ਗਦਾਰ ਹੈ ਜੀ ਇਹ ਗਦਾਰ ਨੂੰ ਤਾਂ ਕੁੱਤੇ ਨਾਲ ਵੀ ਭੈੜਾ ਸਮਝਿਆ ਜਾਂਦਾ ਸਾਡੀ ਸੁਸਾਇਟੀ 'ਚ ਜੀ ਜੀ ਇਸ ਕਰਕੇ ਇਹਨਾਂ ਨੂੰ ਪੰਜਾਬ ਦੀ ਜਾਂ ਸਿੱਖਾਂ ਦੀ ਉਹ ਸਾਈਕੀ ਦੀ ਸਮਝ ਉਹ ਤਾਂ ਹੀ ਤਾਂ ਕਹਿੰਦਾ ਨਾ ਵੀ ਪੰਜਾਬੀ ਬੰਦਾ ਉਹ ਸਮਝ ਸਕਦੇ ਵੀ ਨਹੀਂ ਜੀ 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 ਬਿਲਕੁਲ ਉਹਨਾਂ ਨੂੰ ਪਤਾ ਹੀ ਨਹੀਂ ਅਣਖ ਕੀ ਹੁੰਦੀ ਹੈ ਗੈਰਤ ਕੀ ਹੁੰਦੀ ਸਹੀ ਹੈ ਉਹਨਾਂ ਨੂੰ ਤਾਂ ਐ ਵੀ ਬੰਦੇ ਨਾ ਭੁੱਖੇ ਹੁੰਦੇ ਨੇ ਪੈਸਿਆਂ ਦੇ ਤੇ ਬਸ ਰੁਤਬਿਆਂ ਦੇ ਬਿਲਕੁਲ ਬੰਦੇ ਨੂੰ ਖਰੀਦ ਲਓ ਜਿਵੇਂ ਮੂਲੀ ਗਾਜਰਾਂ ਹੁੰਦੀਆਂ ਹਾਂਜੀ ਬੰਦਾ ਕਰ ਰਹੇ ਨੇ ਉਹਨਾਂ ਦੇ ਰਾਸ ਆ ਰਿਹਾ ਨਾ ਤੁਸੀਂ ਖਰੀਦ ਲਓ ਤਾਂ ਉਦੋਂ ਹੀ ਖੋਟਾ ਹੋ ਜੂ ਨਾਲ ਦੀ ਨਾਲ ਜੀ ਜੀ ਮੈਂ ਆ ਜੀ ਹਾਂ ਮੈਂ ਅੱਜ ਮੇਰੇ ਬਾਰੇ ਹੋ ਜੇ ਵੀ ਯਾਰ ਤਾਂ ਗਿਆ ਬੀਜੇਪੀ ਨਾਲ ਜੀ ਮਾੜੀ ਮੋਟੀ ਹਵਾ ਵੀ ਫੈਲ ਜੇ ਹਾਂਜੀ ਤੂੰ ਦੇਖਿਓ ਨਾਲ ਦੀ ਨਾਲ ਜਿਵੇਂ ਉਹ ਹੁੰਦਾ ਨਾ ਸ਼ੇਅਰ ਡਿੱਗਦੇ ਹੁੰਦੇ ਇੱਕਦਮ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਤਾਂ ਤੁਸੀਂ ਜਿਹਨੂੰ ਤੁਸੀਂ ਫੋਟੋਆਂ ਲਾਤੀਆਂ ਵੀ ਮੋਦੀ ਨੂੰ ਮਿਲ ਲੈ ਉਹ ਤਾਂ ਸਮਾਜ ਤੇ ਉਦਾਂ ਹੀ ਮਨਾ ਚ ਲੈ ਗਏ ਉਹ ਤਾਂ ਮਨਾ ਚ ਲੈ ਗਏ ਤੁਸੀਂ ਲੁਕੋ ਕੇ ਰੱਖੋ ਸੀਕਟ ਜੇ ਕਿਤੇ ਜੇ ਤੁਹਾਡੇ ਕੰਮ ਆ ਜਾਣ ਹਾਂ ਮੈਂ ਤਾਂ ਇਸ ਨਿਰਣੇ ਤੇ ਪਹੁੰਚ ਗਿਆ ਬਿਲਕੁਲ ਨਾ ਡਰੋ ਜੀ ਠੀਕ ਹੈ ਠੀਕ ਜੋ ਕਰਦੇ ਨੇ ਕਰੀ ਜਾਣ ਦਿਓ ਹੱਸੋ ਹਾਂਜੀ ਉਹ ਰੈਲਿਸ਼ ਕਰੋ ਇੰਜੋਏ ਕਰੋ ਉਸ ਨੂੰ ਸੋ ਜੀ ਜੀ ਸੋ ਬਹੁਤ ਟਾਈਮ ਵੇਸਟ ਨਾ ਕਰੋ ਜੀ ਹੁਣ ਸਿੱਖਾਂ ਵਾਸਤੇ ਤਾਂ ਜਿਹੜਾ ਕੰਮ ਹੈ ਨਾ ਕਰਨਾ ਹਾਂਜੀ ਹਾਂਜੀ ਉਹ ਤਾਂ ਹੈ ਵੀ ਤੁਸੀਂ ਇਹਨਾਂ ਗੱਲਾਂ ਨੂੰ ਛੱਡ ਦਿਓ ਕੋਈ ਬੜਾ ਡਰੋ ਨਾ ਪੈਨਿਕ ਨਾ ਹੋਵੋ ਜੀ ਜੀ ਠੀਕ ਹੈ ਪਰ ਸਿਚੁਏਸ਼ਨ ਇੱਕ ਪੱਖੋਂ ਬੜੀ ਡੇਂਜਰਸ ਆ ਰਹੀ ਹੈ ਜੀ ਕੋਈ ਰੌਲਾ ਨਹੀਂ ਠੀਕ ਹੈ ਜੀ ਕਿਹੜੇ ਪਾਸੇ ਜਿੱਧਰ ਨੂੰ ਵੱਧ ਰਹੀ ਹੈ ਬੀਜੇਪੀ ਸਰਕਾਰ ਜਾਂ ਉਹ ਸਾਰਾ ਸਟੇਟ ਕਹਿ ਲੋ ਸਰਕਾਰ ਕੀ ਹਾਂਜੀ ਹਾਂ ਉਹ ਮਤਲਬ ਟੋਟਲੀ ਉਹਦੇ ਵਿੱਚ ਇੱਕ ਜੈਨੋਸਾਈਡਲ ਇੰਪਲਸ ਫੇਰ ਜੋ ਟੋਟਲ ਨੈਰੇਟਿਵ ਇਸ ਤਰ੍ਹਾਂ ਦਾ ਸਿਰ ਜੋ ਗਿਆ ਈਵਨ ਸਿੱਧੂ ਮੂਸੇਵਾਲੇ ਤੇ ਤੁਸੀਂ ਜਿਹੜੇ ਸ਼ੌਵਨਿਸਟ ਹਿੰਦੂ ਹੈ ਨਾ ਹਾਂਜੀ ਹਾਂਜੀ ਉਹਨਾਂ ਦੀਆਂ ਪੋਸਟਾਂ ਦੇਖੀਆਂ ਬਿਲਕੁਲ ਖਾਲਿਸਤਾਨੀ ਬੰਦਾ ਦੱਸ ਰਿਹਾ ਹਾਂ ਨਹੀਂ ਉਹ ਸੈਲੀਬ੍ਰੇਟ ਕਰ ਰਹੇ ਹਨ ਵੀ ਲੈਟ ਅਸ ਸੈਲੀਬ੍ਰੇਟ ਕਹਿੰਦੇ ਚੰਗਾ ਹੋ ਗਿਆ ਮਰ ਗਿਆ ਹਾਂ ਚੰਗਾ ਹੋ ਗਿਆ ਮਰ ਗਿਆ ਤੇ ਬੜਾ ਮਤਲਬ ਬੜੀਆਂ ਉਹ ਨਾ ਇਹ ਕਹਿ ਲੋ ਕਿ ਪ੍ਰੋਵੋਕੇਟਿਵ ਗੱਲਾਂ ਵੀ ਕਰਦੇ ਨੇ ਬਿਲਕੁਲ ਕਰ ਰਹੇ ਬਹੁਤ ਵਾਰੀ ਦੀਪਵਾਲੀ ਇਸ ਕਰਕੇ ਨਾ ਸਿੱਖਾਂ ਨੂੰ ਇੱਕ ਪੱਖੋਂ ਤਾਂ ਇਹ ਵੀ ਵੇਸਲੇ ਨਹੀਂ ਹੋਣਾ ਚਾਹੀਦਾ ਇਹ ਠੀਕ ਹੈ ਮੋਦੀ ਨੂੰ ਕਿਹੜਾ ਸਿੱਖ ਮਿਲ ਗਿਆ ਉਹ ਤੋਂ ਪੈਨਕੀ ਨਾ ਹੋਵੋ ਜੀ ਠੀਕ ਹੈ ਪਰ ਖਾਤਰੇ ਰੀਅਲ ਇਮੇਜਿਨਰੀ ਨਹੀਂ ਬਹੁਤੇ ਇਹ ਵੀ ਨਾ ਰਹੀਏ ਸਾਨੂੰ ਕੁਝ ਨਹੀਂ ਹੋ ਸਕਦਾ ਜੀ ਆਫਟਰ ਸਟੇਟ ਹੈ ਹਾਂਜੀ ਹਾਂਜੀ ਬਿਲਕੁਲ ਹੱਥ ਬੜੇ ਲੰਬੇ ਪਾਵਰ ਹੈ ਹਾਂ ਮਸ ਸਟੇਟ ਵੱਡੇ ਕ੍ਰਾਈਮ ਕਰਦੀ ਹੁੰਦੀ ਹੈ ਜੀ ਜੀ ਆਰਗੇਨਾਈਜ਼ਡ ਜੀ ਜੀ ਤੇ ਕੈਲਕੂਲੇਟਡ ਜੀ ਇਸ ਕਰਕੇ ਨਾ ਬੀ ਪ੍ਰੀਪੇਅਰਡ ਉਹਦੇ ਵਾਸਤੇ ਦੋ ਤਿੰਨ ਚੀਜ਼ਾਂ ਨੇ ਸਾਰੇ ਕੁਝ ਚ ਸੰਜੀਦਗੀ ਲਿਆਓ ਜੀ ਜ਼ਿੰਮੇਵਾਰੀ ਲਿਆਓ ਜਿਹੜੀ ਕੱਲੀ ਨਾਅਰੇਬਾਜ਼ੀ ਹੈ ਨਾ ਕਈ ਵਾਰ ਮਤਲਬ ਤੁਸੀਂ ਉਸ ਨੂੰ ਟ੍ਰਿਵਲਾਈਜ਼ ਨਾ ਕਰੋ ਆਪਦੀ ਕਿਸੇ ਵੀ ਗੱਲ ਜੀ ਜੀ ਜੋ ਕਰ ਰਹੇ ਹੋ ਸੀਰੀਅਸਲੀ ਕਰੋ ਤੇ ਉਹਦੇ ਨੂੰ ਮਤਲਬ ਆਰਗੇਨਾਈਜ਼ ਹੋਵੋ ਠੀਕ ਹੈ ਸਾਡੇ ਕੋਲੇ ਅਨਫਾਰਚੂਨੇਟਲੀ
ਤੁਸੀਂ ਦੱਸ ਸਕਦੇ ਹੋ ਕਿਹੜੀ ਜਥੇਬੰਦੀ ਹੈ ਜਿਹਤੇ ਅਸੀਂ ਰਿਲਾਈ ਕਰ ਸਕਦੇ ਹਾਂ ਲੜਨ ਵਾਸਤੇ? ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਪਲੱਸ 1 ਸਹਿਮਤ ਹੈ। ਪਲੱਸ 2 ਕਿਹੜਾ ਲੀਡਰ ਹੈ? ਜੀ ਜੀ। ਇੱਕ ਮੌਕਾ ਸੀ ਸੰਤਾਂ ਵੇਲੇ, ਸੰਤ ਜਰਨੈਲ ਸਿੰਘ ਵੇਲੇ, ਜਥੇਬੰਦੀ ਭਾਵੇਂ ਕੋਈ ਨਹੀਂ ਦਿਸਦੀ, ਜੀ ਪਰ ਇੱਕ ਲੀਡਰ ਇੱਕ ਦਿਸਦਾ ਲੀਡਰ ਬਸ। ਲੀਡਰ ਸਹੀ ਸਹੀ। ਉਹ ਸਾਰੇ ਘਰ ਪੂਰੇ ਕੰਪਨਸੇਟ ਕਰ ਰਿਹਾ ਸਭ ਕੁਝ। ਉਹਦਾ ਇੱਕ ਔਰਾ ਸੀਗਾ। ਹੁਣ ਕੋਈ ਐਵੇਂ ਸਮਝੀ ਜਾਵੇ ਆਪਦੇ ਆਪ ਨੂੰ ਵੀ ਉਹਦੀ ਕੁਰਬਾਨੀ ਹੈ ਜੀ, ਉਹ ਵੀ ਹੈ, ਉਹ ਤਾਂ ਹਰ ਇੱਕ ਦੇ ਨਾ ਧੜੇ ਦੇ ਆਪਦੇ ਉਹ ਸਾਰੇ ਦੇ ਬਰਾਬਰ ਨਹੀਂ ਜਾਣਾ, ਕੁਛ ਵੀ ਨਹੀਂ, ਬਹੁਤ ਮਤਲਬ ਔਖਾ, ਹਾਂ ਬਹੁਤ ਔਖਾ। ਸੋ ਸਾਡੇ ਕੋਲੇ ਉਸ ਤਰ੍ਹਾਂ ਦਾ ਜੇ ਲੀਡਰ ਨਹੀਂ, ਸਾਡੇ ਕੋਲ ਕੋਈ ਜਥੇਬੰਦੀ ਨਹੀਂ ਜੀ। ਤੇ ਅਜੇ ਅਸੀਂ ਨਾ ਮਤਲਬ ਜਿਸ ਤਰ੍ਹਾਂ ਕੰਮ ਕਰ ਰਹੇ ਹਾਂ, ਹਾਂਜੀ, ਇਹ ਕੰਮ ਇਹ ਤਾਂ ਠੀਕ ਆ, ਤੁਸੀਂ ਗੱਲਾਂ ਯਾਦ ਤਾਜ਼ੀਆਂ ਤਾਂ ਕਰੀ ਚੱਲੋਗੇ, ਹਾਂਜੀ ਹਾਂ। ਪਰ ਜਿਹੜਾ ਇੱਕ ਪ੍ਰਿਪੇਅਰ ਹੋਣਾ ਹੁੰਦਾ ਆਉਣ ਵਾਲੇ ਸਮੇਂ ਵਾਸਤੇ, ਮੈਂ ਦੋ ਪੱਖਾਂ ਤੋਂ ਇਹ ਗੱਲ ਕਰਨੀ ਚਾਹੁੰਦਾ। ਜੀ ਜ਼ਰੂਰ ਕਰੋ। ਇੱਕ ਤਾਂ ਇਹ ਕਿ ਖਤਰੇ ਬਹੁਤ ਵੱਡੇ ਨੇ, ਆਰਗੇਨਾਈਜ਼ਡ ਕ੍ਰਾਈਮ ਫੇਰ ਵੱਡਾ ਹੋ ਸਕਦਾ ਹੈ। ਠੀਕ ਹੈ। ਜੈਨੋਸਾਈਡਲ ਇੰਪਲਸ ਫਿਰ ਬਿਲਡ ਹੋ ਰਹੀ ਹੈ। ਨੰਬਰ 2, ਇੱਕ ਖਤਰੇ ਵੱਡੇ ਨੇ, ਇੱਕ ਅਪਰਚੂਨਿਟੀ ਸਿੱਖਾਂ ਨੂੰ ਪਤਾ ਨਹੀਂ ਕਿਸ ਕਿਸਮ ਦੀਆਂ ਪੈਦਾ ਹੋ ਰਹੀਆਂ ਸਡਨਲੀ, ਕਿਉਂਕਿ ਉਹ ਇਹੋ ਜਿਹੇ ਮੌਕੇ ਆ ਰਹੇ ਹਨ ਜਿੱਥੇ ਸਲਤਨਤਾਂ ਕੋਲੈਪਸ ਹੁੰਦੀਆਂ ਜੀ, ਡਿਸਇੰਟੈਗਰੇਟ ਹੁੰਦੀਆਂ। ਉਹ ਜਿਵੇਂ ਕਿਸੇ ਵੱਡੇ ਵਿਦਵਾਨ ਨੇ ਕਿਹਾ 19ਵੀਂ ਸਦੀ ਚ ਨਾ, ਵੀ ਇਤਿਹਾਸ ਚ ਕੁਝ ਮੌਕੇ ਆਉਂਦੇ ਨੇ ਜਦੋਂ ਦਰਜਨਾਂ ਤਾਜ ਸੜਕਾਂ ਤੇ ਰੁਲਦੇ ਫਿਰਦੇ ਹੁੰਦੇ, ਪਰ ਚੱਕਣ ਵਾਲਾ ਕੋਈ ਹੋਵੇ। ਅੱਜ ਸਿੱਖਾਂ ਦੀ ਹਾਲਤ ਇਹ ਹੈ ਵੀ ਉਹ ਤਾਜ ਰੁਲਦਾ ਵੀ ਹੋਵੇ ਨਾ, ਸਾਡੇ ਚ ਚੱਕਣ ਵਾਲਾ ਕੋਈ ਹੈ ਕੋਈ ਹੱਥੋਂ ਖੋਣਗੇ। ਜੀ। ਸੋ ਇਸ ਗੱਲ ਵਾਸਤੇ ਨਾ ਸੀਰੀਅਸਲੀ ਪ੍ਰਿਪੇਅਰ ਹੋਵੋ। ਜੀ, ਮੌਕੇ ਅਚਾਨਕ ਪੈਦਾ ਹੁੰਦੇ ਆ, ਦਸਤਕ ਦੇ ਕੇ ਨਹੀਂ ਆਉਂਦੇ। ਜੀ ਜੀ ਜੀ। ਸੋ ਸਰੋਤਿਓ, ਦਰਸ਼ਕੋ, ਦੱਸਦੇ ਜਾਈਏ ਅਜਮੇਰ ਸਿੰਘ ਜੀ ਜਿਹੜੇ ਆ ਰਿਹਾ 4 ਜੂਨ ਦਾ ਜਿਹੜਾ ਨਗਰ ਕੀਰਤਨ ਆ, ਸੋਵਰਨਿਟੀ ਮਾਰਚ, ਜਿਹੜਾ ਨਗਰ ਕੀਰਤਨ ਉੱਥੇ ਸੈਨ ਫਰਾਂਸਿਸਕੋ 'ਚ ਹੋਣਾ ਹੈ, ਉੱਥੇ ਮੁੱਖ ਬੁਲਾਰਿਆਂ ਦੇ ਵਿੱਚੋਂ ਆ। ਸੋ ਇੱਦਾਂ ਦੇ ਵਿਚਾਰ, ਇੱਦਾਂ ਦੀਆਂ ਗੱਲਾਂ, ਕਿੱਦਾਂ ਪ੍ਰਿਪਰੇਸ਼ਨ, ਹੋਰ ਸਾਰੀਆਂ ਚੀਜ਼ਾਂ ਕੀ ਚੱਲ ਰਿਹਾ ਆ, ਉਸ ਦੇ ਬਿਰਤਾਂਤ ਨੂੰ, ਉਸ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਜਿਹੜਾ ਉੱਥੇ ਪੇਸ਼ ਕਰਨਗੇ। ਸੋ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਸਾਰੇ ਹੀ ਸੁਣਨ ਵਾਲੇ ਤੇ ਦੇਖਣ ਵਾਲਿਆਂ ਨੂੰ ਵੀ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਆ, ਸੈਨ ਫਰਾਂਸਿਸਕੋ ਦੇ ਵਿੱਚ 4 ਜੂਨ ਨੂੰ ਆਉਂਦੇ ਸ਼ਨੀਚਰਵਾਰ ਨੂੰ ਜਿਹੜਾ ਹੈ ਇਸ ਨਗਰ ਕੀਰਤਨ ਦੇ ਵਿੱਚ ਹੁਮ ਹੁਮਾ ਕੇ ਪਹੁੰਚੋ, ਪਰਿਵਾਰਾਂ ਸਮੇਤ, ਬੱਚਿਆਂ ਸਮੇਤ, ਜਿਹੜਾ ਉਹ ਤੁਸੀਂ ਪਹੁੰਚੋ, ਤਾਂ ਜੋ ਆਪਾਂ ਇੱਥੋਂ ਕੁਛ ਨਾ ਕੁਛ ਵਧੀਆ ਸਿੱਖ ਕੇ ਜਾਈਏ। ਅਜਮੇਰ ਸਿੰਘ ਜੀ, ਇਸ ਤੋਂ ਪਹਿਲਾਂ ਮੈਨੂੰ ਪਤਾ ਵੀ ਸਮਾਂ ਆਪਣਾ ਕਾਫੀ ਹੋ ਰਿਹਾ, ਪਰ ਨਾਲ ਦੇ ਨਾਲ ਮੈਂ ਪੁੱਛਣਾ ਚਾਹੁੰਦਾ ਵੀ ਨੈਰੇਟਿਵ ਦੀ ਆਪਾਂ ਗੱਲ ਕਰ ਰਹੇ ਸੀ, ਇਸ ਟਾਈਮ ਪੰਜਾਬ ਦਾ ਕੀ ਨੈਰੇਟਿਵ ਸਿਰਜਿਆ ਜਾ ਰਿਹਾ? ਹੁਣ ਹਥਿਆਰਾਂ ਨੂੰ ਲੈ ਕੇ ਇੱਕ ਨਵਾਂ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੈ, ਜਦ ਕਿ ਭਾਰਤ ਵਿੱਚ ਉਹ ਪਿਛਲੇ ਉਸ ਲਿਸਟ ਦੇ ਵਿੱਚ ਬੜੀ ਪਿੱਛੇ ਆ ਹਥਿਆਰਾਂ ਦੇ ਮਾਮਲੇ 'ਚ, ਜਿਹੜੇ ਕੋਈ ਪਰਸਨਲ ਵੀ ਜਿਹੜਾ ਕੋਈ ਰੱਖਦਾ ਆ। ਹੁਣ ਹਰ ਇੱਕ ਬਿਆਨ ਦੇ ਵਿੱਚ ਬਾਰਡਰ ਸਟੇਟ ਲੱਗ ਕੇ ਆਉਂਦਾ ਆ। ਸੋ ਸੈਂਟਰ ਦਾ ਸ਼ਿਕੰਜਾ ਹੌਲੀ ਹੌਲੀ ਕਸਵਾ ਜਾ ਰਿਹਾ। ਬਿਲਕੁਲ ਬਿਲਕੁਲ, ਇੱਕ ਮਾਹੌਲ ਤਿਆਰ ਕੀਤਾ ਜਾ ਰਿਹਾ ਜੀ, ਵੀ ਜਿਵੇਂ ਪੰਜਾਬ ਤਾਂ ਨਾ, ਵੀ ਜਿਵੇਂ ਇੱਥੇ ਕ੍ਰਿਮੀਨਲ ਕ੍ਰਾਈਮਸ ਇੰਨੇ ਹੋ ਰਹੇ ਨੇ, ਕੋਈ ਲਾ ਐਂਡ ਆਰਡਰ ਨਹੀਂ ਜੀ ਜੀ, ਤੇ ਕਿਸੇ ਦੀ ਜਾਨ ਮਾਲ ਦੀ ਸੁਰੱਖਿਆ ਨਹੀਂ। ਸੋ ਇਹ ਇੱਕ ਬਿਲਡ ਕੀਤਾ ਜਾ ਰਿਹਾ ਹੈ ਜੀ ਜੀ। ਆ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਹੋਈਆਂ, ਸਿੱਧੂ ਮੂਸੇਵਾਲੇ ਦਾ ਕਾਤਲ, ਫਿਰ ਇੱਕ ਬੱਸ ਲੁੱਟ ਲੈਣੀ, ਫਿਰ ਕਿੰਨੀਆਂ ਫਾਇਰਿੰਗ ਦੀਆਂ ਇੰਸੀਡੈਂਟਸ, ਸ਼ਾਇਦ ਕੋਈ ਪਿੱਛੇ ਡਿਜ਼ਾਈਨ ਹੈ ਇਹਨਾਂ ਦੇ। ਇਸ ਥਿਊਰੀ ਤੋਂ ਵੀ ਦੇਖਣਾ ਚਾਹੀਦਾ, ਇਸ ਪਾਸੇ ਤੋਂ ਵੀ ਦੇਖਣਾ ਚਾਹੀਦਾ। ਤੇ ਜੇ ਫਿਰ ਇਹ ਗੱਲ ਹੋਵੇ, ਜੇ ਡਿਜ਼ਾਈਨ ਹੋਵੇ, ਤਾਂ ਇਹਦੇ ਵਿੱਚੋਂ ਕੋਈ ਵੱਡੀ ਗੱਲ ਨਿਕਲੂਗੀ, ਉਹਦੇ ਵਾਸਤੇ ਲਗਾਤਾਰ ਚੌਕਸ ਰਹਿਣਾ ਚਾਹੀਦਾ। ਅੱਛਾ, ਇੱਕ ਆਪਾਂ ਜਦੋਂ ਗੱਲਬਾਤ ਕਰ ਰਹੇ ਸੀਗੇ, ਆਪਾਂ ਦੀਪ ਸਿੱਧੂ ਦਾ ਵੀ ਜ਼ਿਕਰ ਆਇਆ ਵਿੱਚ, ਸਿੱਧੂ ਮੂਸੇਵਾਲੇ ਦਾ ਵੀ ਆਇਆ। ਸਿੱਧੂ ਮੂਸੇਵਾਲੇ ਨੂੰ ਪਹਿਲਾਂ ਸਿੱਖ ਹਲਕਿਆਂ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਲਿਆ ਜਾਂਦਾ ਸੀ। ਦੀਪ ਸਿੱਧੂ ਜਦੋਂ ਮੋਰਚਾ ਲੱਗਦਾ, ਉਦੋਂ ਹੋਰ ਹਲਕੇ ਤਰੀਕੇ ਨਾਲ ਲਿਆ ਗਿਆ। ਉਹਨੂੰ ਕਿਹਾ ਗਿਆ ਕਿ ਜਦੋਂ, ਖਾਸ ਕਰਕੇ ਉਸ ਬਿਆਨ ਨੂੰ, ਜਿਹਦੇ ਬਿਆਨ ਦੇ ਵਿੱਚ ਦੀਪ ਸਿੱਧੂ ਕਹਿੰਦਾ ਵੀ ਜਿੰਨਾ ਕੁ ਮਿਲਦਾ ਉਹਨਾਂ ਕੁ ਲੈ ਜਾਓ, ਬਾਅਦ ਦੇ ਵਿੱਚ ਇਕੱਠੇ ਹੋ ਕੇ ਆ ਜਾਾਂਗੇ, ਆਰਗੇਨਾਈਜ਼ਡ ਹੋ ਕੇ ਆ ਜਾਾਂਗੇ। ਇਹਨਾਂ ਦੋਨਾਂ ਨੂੰ ਸੇਮ ਪੇਜ ਤੇ ਕਿਹੜੇ ਤੱਥਾਂ ਦੇ ਆਧਾਰ ਤੇ, ਜਾਂ ਕਿਹੜੀਆਂ ਗੱਲਾਂ 'ਚ ਸੇਮ ਪੇਜ ਤੇ ਦੇਖਦੇ ਹੋ ਤੁਸੀਂ? ਤਾਂ ਜੇ ਵੱਖ ਕਰਦੇ ਹੋ ਤਾਂ ਵੱਖ ਕਿਵੇਂ ਕਰਦੇ? ਦੇਖੋ, ਕੁਛ ਸਾਂਝਾਂ ਦੋਹਾਂ 'ਚ, ਅੱਛਾ, ਵਰਤਾਰੇ 'ਚ ਜੀ, ਪਰ ਕੁਛ ਅਹਿਮ ਫਰਕ ਵੀ ਹੈਗੇ। ਕੁਛ ਤਾਂ ਬਹੁਤ ਵੱਡੇ ਫਰਕ ਹੈ ਇਹ ਤਾਂ ਲੱਗਦਾ। ਹਾਂਜੀ, ਤੇ ਚਲੋ ਆਪਾਂ ਹੁਣ ਇੱਥੇ ਸਮਾਂ ਨਹੀਂ ਇਸ ਗੱਲ ਬਾਰੇ ਬਹੁਤਾ ਡਿਟੇਲ 'ਚ ਨਹੀਂ ਆਪਾਂ ਜਾ ਸਕਦੇ।
ਪਰ ਇੱਕ ਗੱਲ ਮੈਂ ਜੋ ਆਪਦੇ ਐਕਸਪੀਰੀਅੰਸ ਚੋਂ ਆਬਜ਼ਰਵ ਕਰ ਰਿਹਾ ਹਾਂਜੀ ਕਿ ਅਸੀਂ ਨਾ ਚੀਜ਼ਾਂ ਨੂੰ ਦੇਖਣ ਦੇ ਇੱਕ ਖਾਸ ਨਜ਼ਰੀਏ ਦੇ ਕਈ ਵਾਰ ਮਾਈਂਡ ਆਦੀ ਹੋ ਜਾਂਦਾ ਹੈ। ਜਦੋਂ ਕੋਈ ਉਹ ਤੋਂ ਪਾਸੇ ਹਟ ਕੇ ਗੱਲ ਵਾਪਰਦੀ ਹੈ ਅਸੀਂ ਉਹ ਪੁਰਾਣੇ ਐਟੀਟਿਊਡ ਮੁਤਾਬਕ ਹੀ ਉਹਦੇ ਪ੍ਰਤੀ ਇੱਕ ਰਵੱਈਆ ਧਾਰਨ ਕਰ ਲੈਂਦੇ ਹਾਂ, ਉਹਨੂੰ ਜਾਂ ਡਿਸਮਿਸ ਕਰਦੇ ਹਾਂ, ਹਾਂਜੀ ਰਿਜੈਕਟ ਕਰਦੇ ਹਾਂ, ਜਾਂ ਉਹਨੂੰ ਐਕਸੈਪਟ ਜਾਂ ਉਹਦਾ ਵਿਰੋਧ ਕਰਦੇ ਹਾਂ, ਜਾਂ ਉਹਦੇ ਚੋਂ ਕੁਝ ਵੀ ਚੰਗਾ ਦਿਸਦਾ ਨਹੀਂ ਹੁੰਦਾ, ਇਗਨੋਰ ਕਰ ਦਿੰਦੇ ਇਗਨੋਰ ਕਰ ਦਿੰਦੇ ਹਾਂ। ਹਾਂਜੀ ਕਿਉਂਕਿ ਇਹ ਹੁੰਦਾ ਕਿ ਪੰਥਕ ਕੌਣ ਜੀ 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 ਉਹਦੇ ਇੱਕ ਹਰ ਇੱਕ ਦਾ ਆਪਦਾ ਮਨ ਚ ਬਣ ਜਾਂਦਾ ਹੁੰਦਾ। ਇਹ ਸਹੀ ਹੈ। ਸੋ ਇਹ ਪ੍ਰੋਬਲਮ ਦੀਪ ਸਿੱਧੂ ਵੇਲੇ ਵੀ ਆਈ, ਇਹ ਸਿੱਧੂ ਮੂਸੇ ਵਾਲੇ ਵੇਲੇ ਵੀ ਆਈ ਜੀ ਜੀ। ਸੋ ਮੈਨੂੰ ਇਹ ਲੱਗਦਾ ਹੈ ਕਿ ਐਕਚੁਅਲੀ ਸਮਾਂ ਬੜਾ ਬਦਲ ਰਿਹਾ ਹੈ। ਅੱਛਾ ਠੀਕ ਹੈ। ਪਰ ਸਟੇਟ ਪ੍ਰਤੀ ਤਾਂ ਦੋਨੇ ਬੜੇ ਵੋਕਲ ਹੈ ਜੇ ਵੇਖਿਆ ਜਾਵੇ, ਮਤਲਬ ਨਹੀਂ, ਦੀਪ ਸਿੱਧੂ ਉਹਦੇ ਵੋਕਲ ਦਾ ਮਤਲਬ ਇਹੀ ਹੈ ਜਿਹੜਾ ਮੈਂ ਕਹਿੰਦਾ ਨਾ ਹਾਂਜੀ। ਸਮਾਂ ਬਦਲ ਰਿਹਾ ਹੈ। ਹਾਂਜੀ ਜਿਹੜੀਆਂ ਰੈਜ਼ਿਸਟੈਂਸ ਦੀਆਂ ਫਾਰਮਸ ਆ ਨਾ ਹਾਂਜੀ ਉਹ ਹਮੇਸ਼ਾ ਉਹੀ ਨਹੀਂ ਰਹਿੰਦੀਆਂ ਹੁੰਦੀਆਂ। ਡਿਫਰੈਂਸ ਠੀਕ ਆ ਠੀਕ ਆ ਜਿਹੜਾ ਓਪਰੈਸਡ ਸੈਕਸ਼ਨ ਹੈ ਨਾ, ਜਿਹੜਾ ਜ਼ੁਲਮ ਦਾ ਸ਼ਿਕਾਰ ਹੈ, ਹਾਂਜੀ ਉਹ ਕਈ ਵਾਰ ਆਪਦੇ ਜਿਹੜੇ ਹੈਗੀਆਂ ਭਾਵਨਾਵਾਂ ਦਾ ਐਕਸਪ੍ਰੈਸ਼ਨ ਅੱਛਾ ਉਹ ਹੋਰ ਵੱਖਰੇ ਵੱਖਰੇ ਤਰੀਕਿਆਂ ਨਾਲ ਵੀ ਲੱਭਦਾ ਹੈ। ਠੀਕ ਹੈ ਇਹ ਮੈਂ ਕਾਲਿਆਂ ਦੇ ਵਿੱਚ ਓਬਜ਼ਰਵ ਕੀਤਾ ਪਿਛਲੇ 30 ਕੁ ਸਾਲਾਂ 'ਚ। ਠੀਕ ਹੈ। 30-40 ਸਾਲਾਂ 'ਚ ਕਾਲਿਆਂ ਦੇ ਜਿਹੜੇ ਹੈਗੇ ਆ ਨਾ ਇੱਕ ਵਿਦਰੋਹ ਦੀ ਗੱਲ, ਹਾਂਜੀ ਹਾਂਜੀ ਉਹ ਉਹਨਾਂ ਦੇ ਰੈਪਰਸ ਰਾਹੀਂ ਪ੍ਰਗਟ ਹੋ ਰਹੀ ਹੈ। ਠੀਕ ਆ ਉਹ ਬੜੇ ਪਾਪੂਲਰ ਆਈਕਨ ਬਣ ਰਹੇ ਨੇ ਆਰਟਿਸਟ ਦੇ ਥਰੂ। ਆਰਟਿਸਟ ਦੇ। ਕਈ ਵਾਰ ਆਰਟ ਰਾਹੀਂ ਵੀ ਤੁਹਾਡੀ ਜਿਹੜੀ ਹੈ ਨਾ ਹਾਂਜੀ ਬੜੇ ਸਟਲ ਜਿਹੇ ਤਰੀਕੇ ਨਾਲ ਜੀ ਜੀ ਉਹ ਆ ਰਹੀ ਹੁੰਦੀ ਹੈ। ਪਰ ਸਾਡੀ ਮਨ ਆਦੀ ਹੋ ਚੁੱਕਿਆ ਹੁੰਦਾ ਹੋਰ ਤਰ੍ਹਾਂ ਦੇਖਣ ਦਾ। ਉਹਨਾਂ ਗੱਲਾਂ ਨੂੰ ਦੇਖ ਕੇ ਅਸੀਂ ਉਹਨੂੰ ਜਾਂ ਤਾਂ ਰਿਜੈਕਟ ਕਰਦੇ ਹਾਂ ਜਾਂ ਉਹਦੀ ਸਾਨੂੰ ਦਿਸਦਾ ਨਹੀਂ। ਜੀ ਜੀ ਸੋ ਇਹ ਕਾਲਿਆਂ ਦੇ ਵਿੱਚ ਇਹ ਗੱਲ ਆਈ ਹੈ ਕਿ ਰੈਪਰਸ ਦੇ ਰਾਹੀਂ ਐਕਚੁਅਲੀ ਉਹ ਬਗਾਵਤ ਦੀ ਗੱਲ ਹੀ ਕਿਤੇ ਨਾ ਕਿਤੇ ਜਾਂ ਉਹ ਜ਼ੁਲਮ ਦੇ ਖਿਲਾਫ ਜਾਂ ਉਹਨਾਂ ਦੇ ਜਿਹੜੇ ਹੈਗੇ ਆ ਡੋਮੀਨੇਸ਼ਨ ਦੇ ਖਿਲਾਫ ਆਵਾਜ਼ ਹੁੰਦੀ ਹੈ। ਕਿਉਂਕਿ ਇੱਕ ਆਪਾਂ ਚੀਜ਼ ਦੇਖਦੇ ਆ ਨਾ ਵੀ ਸੰਤਾਂ ਦੀ ਜਦੋਂ ਗੱਲ ਹੁੰਦੀ ਸੀ ਸਾਡੇ ਕਲਾਕਾਰ ਡਰਦੇ ਆ, ਮਤਲਬ ਸਟੇਟ ਇੰਨੀ ਹਾਵੀ ਹੈ ਸਾਡੀ ਸਾਈਕੀ ਤੇ, ਸਾਈਕੀ ਦੀ ਗੱਲ ਮੈਂ ਕਰ ਰਿਹਾ ਵਾਂ, ਉਹ ਡਰਦੇ ਆ, ਉਹਨਾਂ ਨੂੰ ਐਂ ਲੱਗਦਾ ਯਾਰ ਵਿਵਾਦ ਜੇ ਨਾ ਹੋ ਜੇ, ਕਿਤੇ ਐ ਨਾ ਹੋ ਜੇ, ਕਿਤੇ ਐ ਨਾ ਹੋ ਜੇ। ਕਿੰਨੇ ਕਲਾਕਾਰ ਸਾਡੀ ਇੰਡਸਟਰੀ 'ਚ ਹੁਣ ਵੀ ਦੱਸ ਦਿਓ ਜਿਹੜੇ ਸੰਤਾਂ ਪ੍ਰਤੀ ਵੋਕਲ ਆ। ਇਹ ਜਦੋਂ ਕਹਿੰਦਾ ਵੀ ਪੰਜਾਬ ਗਾਣਾ ਆਉਂਦਾ ਤੇ ਜਦੋਂ ਕਹਿੰਦਾ ਵੀ ਅਸੀਂ ਹੱਥ ਦੇ ਵਿੱਚ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ, ਪੰਜਾਬ ਗਾਣੇ ਦੀ ਸ਼ੁਰੂਆਤੀ ਲਾਈਨ ਹੈ ਜੀ ਜੀ ਜੀ। ਤੇ ਉਦੋਂ ਇਹ ਲੱਗਦਾ ਵੀ ਯਾਰ ਇਹ ਜਿਹੜੇ ਮੁੰਡੇ ਆ ਦੋਨੇ ਜਿਹੜੇ ਆ ਇਹ ਸੇਮ ਪੇਜ ਤੇ ਤਾਂ ਆਉਂਦੇ ਆ ਵੀ ਇੰਨੇ ਵੋਕਲ ਹੋ ਕੇ, ਜਦ ਕਿ ਇਹਨਾਂ ਤੋਂ ਜਿਹੜੇ ਪਹਿਲਾਂ ਮੇਰੇ ਮੁਤਾਬਕ ਜੇ ਆਪਾਂ ਇਹਨੂੰ ਨਾ ਮਤਲਬ ਬਾਟਮ ਲਾਈਨ ਕੀ ਹੈ, ਹਾਂਜੀ ਇਹ ਦੋਵੇਂ ਬੰਦੇ ਜਿਹੜੀ ਪੰਜਾਬ ਦੀ ਗੈਰਤ ਹੈ ਇੱਕ ਤਾਂ ਉਹਦੀ ਨਬਜ਼ ਉਹਦੇ ਪ੍ਰਤੀਕ ਬਣ ਕੇ ਉੱਭਰੇ ਨਾ। ਠੀਕ ਆ ਤੇ ਵੋਕਲ ਬਿਲਕੁਲ ਮਤਲਬ ਇਹਨਾਂ ਨੇ ਇਹ ਇੱਕ ਹਿਸਾਬ ਨਾਲ ਇਹ ਹੈ ਵੀ ਅਸੀਂ ਡਰਦੇ ਨਹੀਂ। ਹੁਣ ਸਿੱਧੂ ਮੂਸੇ ਵਾਲਾ ਹੈ, ਹਾਂਜੀ ਹੁਣ ਜਦੋਂ ਥਾਪੀ ਮਾਰਦਾ ਹੈ ਆਪਾਂ ਕਹਿ ਸਕਦੇ ਹਾਂ ਥੋੜਾ ਹੰਕਾਰ ਹੈ। ਜੀ ਜੀ ਕਹਿੰਦੇ ਆਪਾਂ ਉਹ ਫਿਜ਼ੀਕਲੀ ਕਹਿੰਦੇ ਆਪਾਂ, ਹਾਂ ਉਹ ਫਿਜ਼ੀਕਲੀ ਮਾਪਣ ਦਾ ਘੇਰ। ਮੈਨੂੰ ਇਹ ਹੈ ਵੀ ਇਹ ਸਾਰਾ ਸਾਡਾ ਨਜ਼ਰੀਆ ਨਾ ਕਿਸੇ ਚੀਜ਼ ਦੇ ਕਈ ਸਟਲ ਮੀਨਿੰਗ ਵੀ ਤਾਂ ਹੁੰਦੇ ਆ। ਨਾਬਰੀ ਦਾ ਉਹ ਕੋਈ ਉਹਦਾ ਜਾਤੀ ਹੰਕਾਰ ਨਹੀਂ, ਉਹ ਤਾਂ ਇੱਕ ਪਾਸੇ ਨਾ ਉਹ ਜ਼ਾਲਮ ਨੂੰ ਲਲਕਾਰਾ ਵੀ ਹੈ ਨਾਲ, ਵੀ ਐ ਨਹੀਂ ਦਬਦੇ ਸੀ। ਠੀਕ ਆ ਜੀ, ਅਸੀਂ ਖੜੇ ਆ, ਠੀਕ ਹੈ ਨਾ, ਅਸੀਂ ਖੜੇ ਆ। ਸੋ ਅਸੀਂ ਕਈ ਵਾਰ ਸੁਪਰਫੀਸ਼ੀਅਲ ਲੈਵਲ ਦੇ ਉੱਤੇ ਵੀ ਹਾਂਜੀ ਉਹ ਤਾਂ ਜੀ ਹਥਿਆਰਾਂ ਦੀਆਂ ਗੱਲਾਂ ਕਰਦਾ ਹੈ, ਉਹ ਤਾਂ ਜੱਟ ਦੀ ਗੱਲ, ਇਹ ਜਿਹੜਾ ਜਾਤ ਪਾਤ ਦਾ ਵੀ ਉਹ ਤਾਂ ਹਨਾ ਇਹ ਸਾਡੇ ਸੈੱਟ ਜੇ ਫਾਰਮੂਲੇ ਬਣ ਜਾਂਦੇ ਹੈਗੇ ਬਿਲਕੁਲ ਹੈਗੇ ਆ ਹਨਾ। ਉਹ ਫਾਰਮੂਲੇ ਬੜੀ ਪ੍ਰੋਬਲਮ ਕ੍ਰੀਏਟ ਇਹਨਾਂ ਚੋਂ ਅੱਧੇ ਤਾਂ ਉਹੀ ਆ ਜਿਹੜੇ ਸਾਡੇ ਤੇ ਥੋਪੇ ਗਏ ਆ ਹਨਾ ਵੀ ਸਾਡੇ ਦੇ ਆਧਾਰ ਤੇ। ਹਾਂ ਅਸੀਂ ਨਾ ਉਹ ਚੀਜ਼ਾਂ ਇੱਕ ਲੈ ਲੀਆਂ ਉਹ ਚ ਪਾ ਕੇ ਦੇਖ ਕੇ ਬੰਦਿਆਂ ਨੂੰ ਨਾ ਉਹਨੂੰ ਰਿਜੈਕਟ ਕਰੀ ਜਾਂਦੇ ਆ ਵੀ ਇਹ ਤਾਂ ਨਾ ਹਾਂਜੀ ਵੀ ਇਹ ਤਾਂ ਜਾਤ ਪ੍ਰਸਤ ਬੰਦਾ। ਇਹ ਤਾਂ ਉਹਨਾਂ ਚੋਂ ਇੱਕ ਨਾ ਜਦੋਂ ਵੀ ਹੱਥ ਮਿਲਾਉਣਾ ਤੇ ਭਾਰਤ ਮਾਤਾ ਕੀ ਜੈ ਕਹਿਣਾ, ਸੈੱਟ ਪੈਟਰਨ ਹੈ ਇੱਕ। ਸੋ ਇਸ ਕਰਕੇ ਨਾ ਉਹ ਮੇਰੇ ਮੁਤਾਬਕ ਹੈ ਜਦੋਂ ਉਹ ਜੱਟ ਕਹਿੰਦਾ ਨਾ ਐਕਚੁਅਲੀ ਤਾਂ ਉਹ ਬਗਾਵਤ ਦੀ ਗੱਲ ਜਾਂ ਅਣਖ ਦੀ ਗੱਲ ਹੀ ਕਰਦਾ ਜੀ ਹਨਾ। ਉਹ ਕੋਈ ਐ ਨਹੀਂ ਵੀ ਉਹ ਕੋਈ ਕਾਸਟ ਉਹਦਾ ਪ੍ਰਤੀਕ ਨਹੀਂ ਆ, ਉਹਦਾ ਨਹੀਂ ਜੀ। ਉਹ ਕਿਤੇ ਐ ਨਹੀਂ ਵੀ ਦਲਿਤਾਂ ਨੂੰ ਨਫ਼ਰਤ ਕਰਦਾ, ਕਿਤੇ ਨਹੀਂ। ਜਾਂ ਤਾਂ ਐ ਹੋਵੇ ਨਾ ਵੀ ਯਾਰ ਦੂਜਿਆਂ ਨੂੰ ਹੀਨ ਸਮਝਦਾ ਹੋਵੇ, ਹਾਂਜੀ ਉਹ ਤਾਂ ਬਰਾਬਰਦਿਆਂ ਨੂੰ ਲਲਕਰ, ਬਰਾਬਰਦਿਆਂ ਨੂੰ ਵੀ ਆਪ ਤੋਂ ਜੋਰਾਵਰਾਂ ਨੂੰ ਲਲਕਰ, ਜੋਰਾਵਰ
ਬਿਲਕੁਲ ਹਾਂ ਜੀ ਸੋ ਇਹ ਚੀਜ਼ਾਂ ਨੇ ਜਿਹੜੀਆਂ ਨਾ ਇਹ ਹਾਂਜੀ ਨਵੀਂ ਫਾਰਮਾਂ ਦੇ ਵਿੱਚ ਵੀ ਲੋਕ ਹੂੰ ਆਪਦੀ ਉਹ ਗੱਲ ਨੂੰ ਹੁਣ ਜਿਵੇਂ ਸੰਤ ਭਿੰਡਰਾਂ ਵਾਲੇ ਆ। ਜੀ ਹੁਣ ਇੱਕ ਤਾਂ ਕਿਸੇ ਦੇ ਮਨ 'ਚ ਇਹ ਹੋ ਸਕਦਾ ਮੋਨੇ ਬੰਦੇ ਨੂੰ ਅਧਿਕਾਰ ਕੀ ਆ ਯਾਰ ਉਹ ਸੰਤ ਪਹਿਲਾਂ ਉਹਦੇ ਵਰਗਾ ਬਣੇ ਜੀ ਹੂੰ ਜੀ ਹੂੰ ਇਹ ਥਿੰਕਿੰਗ ਵੀ ਹੈ ਹੈਗੀ ਹੂੰ ਤੇ ਪਰ ਮੈਨੂੰ ਇਹ ਥਿੰਕਿੰਗ ਠੀਕ ਨਹੀਂ ਲੱਗਦੀ ਠੀਕ ਆ ਕਿ ਬੰਦਾ ਸ਼ੁਰੂ ਕਿਤੋਂ ਹੋਰ ਕਰੂਗਾ ਹੂੰ, ਅਖੀਰ ਨੂੰ ਉੱਥੇ ਆ ਜਾਊਗਾ। ਇਹ ਹੋ ਜੀ ਸਕਦਾ ਜੀ ਜੀ ਹਾਂ ਤੇ ਰਸਤੇ ਜੇ ਕਈ ਹੋ ਤੁਸੀਂ ਇਹ ਕਹੋ ਵੀ ਸਕਦੇ ਪਹਿਲਾਂ ਬਹੁਤ ਸਿੰਘ ਸੱਜ ਕੇ ਆਵੇ ਜੀ ਜੀ ਫਿਰ ਅਸੀਂ ਉਹਨੂੰ ਪ੍ਰਵਾਨ ਕਰਾਂਗੇ ਇਹ ਐ ਸਹੀ ਨਹੀਂ ਹੈ ਹੁੰਦਾ ਤੁਸੀਂ ਉਹਦੇ ਹਿਡਨ ਟਰਾਂਸਫਰਮੇਸ਼ਨ ਦੀ ਐਕਸੈਪਟੈਂਸੀ ਤਾਂ ਰੱਖੋ ਨਾ ਹਾਂ ਤੁਸੀਂ ਉਹਦੀ ਹਿਡਨ ਜਿਹੜੀ ਸਾਰੀ ਹੈਗੀ ਆ ਗੱਲ ਨਹੀਂ ਨਹੀਂ ਨਾ ਸਹੀ ਇਹ ਬਿਲਕੁਲ ਉਹ ਲੱਭੋ ਮਤਲਬ ਅੱਜ ਅੱਜ ਸੰਤਾਂ ਦਾ ਨਾਮ ਲੈਣਾ ਨਾ ਇੱਕ ਹਿਸਾਬ ਨਾਲ ਹੈ ਵੀ ਉਹ ਬਗਾਵਤ ਦਾ ਐਲਾਨ ਹੀ ਹੈ ਜੀ 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 ਕਿਉਂਕਿ ਜਿਹਨੂੰ ਉਹਨਾਂ ਨੇ ਸਭ ਤੋਂ ਵੱਧ ਹੂੰ ਡਿਮਨਾਈਜ਼ ਕੀਤਾ ਹੈ, ਹੂੰ ਰਾਖਸ਼ ਬਣਾ ਕੇ ਪੇਸ਼ ਕੀਤਾ ਹੈ ਨਾ ਵੀ ਐ ਉਹ ਸੰਤ ਵੀ ਉਹਦਾ ਜਦੋਂ ਬੰਦਾ ਵੀ ਮੈਂ ਤਾਂ ਉਹ ਹਾਂ ਜੀ ਹੂੰ ਭਾਵੇਂ ਮੁੰਨ ਹੈ ਜੀ 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 ਖੁਸ਼ ਹੈ ਭਾਵੇਂ ਜੀ ਜੀ ਉਸ ਨੂੰ ਇੱਥੇ ਕੰਮ ਕਰੋ। ਜੀ ਇੱਥੇ ਅਜਮੇਰ ਸਿੰਘ ਜੀ ਜੇ ਮੈਂ ਇਹਦੇ ਵਿੱਚ ਨਾਲ ਗੱਲ ਕਰਦਾ ਜਾਂ ਤੁਸੀਂ ਪਹਿਲਾਂ ਸਿੱਧੂ ਮੂਸੇਵਾਲੇ ਦੀ ਵੀ ਗੱਲ ਕੀਤੀ ਹੋਰ ਵੀ ਕੀਤੀ ਤੇ ਪਹਿਲਾਂ ਵੀ ਇੱਕ ਚਰਚਾ ਜਿਹੜੀ ਤੁਸੀਂ ਕਰ ਰਹੇ ਸੀ ਵੀ ਜਿਹੜਾ ਲੈਫਟਿਸਟ ਖਾਸ ਕਰਕੇ ਪੰਜਾਬ ਦਾ ਆ ਉਹ ਹਮੇਸ਼ਾ ਪੰਜਾਬ ਦੇ ਉਲਟ ਜਿਹੜਾ ਉਹ ਚੱਲਿਆ ਖਾਸ ਕਰਕੇ ਸਿੱਖਾਂ ਦੇ ਉਲਟ ਚੱਲਿਆ ਹੁਣ ਜਦੋਂ ਕਿਤੇ ਵੀ ਐਜ਼ ਏ ਪੀੜਤ ਸਿੱਖ ਜਿਹੜਾ ਉਹ ਦੇਖਦਾ ਹੈ ਬਹੁਤ ਸਾਰੇ ਥਾਵਾਂ ਦੇ ਉੱਤੇ ਜਦੋਂ ਉਹਨਾਂ ਨੂੰ ਦੱਬਿਆ ਜਾਂਦਾ ਆ ਉਦੋਂ ਜਿਹੜਾ ਉਹੀ ਲਿਬਰਲ ਆ ਉਹੀ ਜਿਹੜਾ ਲੈਫਟਿਸਟ ਆ ਇੱਥੋਂ ਤੱਕ ਕਿ ਹੁਣ ਜਿਹੜਾ ਆਪਾਂ ਦੇਖ ਰਹੇ ਆ ਜਿਹੜਾ ਕਾਸਟਿਜ਼ਮ ਦਾ ਵੀ ਜਿਹੜਾ ਰੌਲਾ ਸਿੱਧੂ ਮੂਸੇਵਾਲੇ ਦੇ ਗਾਣਿਆਂ ਦਾ ਆ ਬਾਹਰਲੇ ਪਾਸੇ ਵਾਲੇ ਸਾਰੇ ਦੇ ਸਾਰੇ ਜਿਹੜੇ ਆ ਪੰਜਾਬ ਦੇ ਜਾਂ ਸਿੱਖਾਂ ਨੂੰ ਉਹ ਮਾੜਾ ਪੇਸ਼ ਕਰਨ ਕਿਉਂ ਲੱਗ ਜਾਂਦੇ ਜਦ ਕਿ ਉਹੀ ਗੱਲਾਂ ਕਿਸੇ ਹੋਰ ਨੇ ਕਹੀਆਂ ਹੁੰਦੀਆਂ ਆ ਉਹ ਫਿਰ ਉਹਨਾਂ ਦੇ ਹੱਕ 'ਚ ਆ ਜਾਂਦੇ ਉਹ ਉਹਨਾਂ ਦੇ ਪੱਕੇ ਜੇ ਫਾਰਮੂਲੇ ਕੁਝ ਬਣੇ ਹੋਏ ਆ ਜੀ ਸੋਚਣ ਦੇ ਤਰੀਕੇ ਜੀ ਜਿਹੜੀ Set pattern ਜੀ। ਜਿਹੜੀ ਕਾਮਰੇਡਾਂ ਦੀ ਗੱਲ ਆ ਨਾ ਕਿਉਂਕਿ ਕਾਮਰੇਡਾਂ ਦਾ ਪਹਿਲਾਂ ਲੋਕਾਂ ਨੂੰ ਬਹੁਤਾ ਪਤਾ ਨਹੀਂ ਸੀ ਕਿਸਾਨ ਅੰਦੋਲਨ 'ਚ ਜ਼ਿਆਦਾ ਇਹ ਗੱਲ ਲੋਕਾਂ ਨੂੰ ਪਤਾ ਲੱਗੀ ਕਾਮਰੇਡ ਕੌਣ ਹੈ ਜੀ ਜੀ ਤੇ ਉਹਦੇ 'ਚ ਚਲੋ ਉਹ ਉਹਨਾਂ ਨੂੰ ਇੱਕ ਨੈਗੇਟਿਵ ਦੇ ਤੌਰ ਤੇ ਉਹ ਦਿਸਣ ਲੱਗ ਗਏ ਪਰ ਮੈਂ ਇੱਥੇ ਗੱਲ ਕਰਦਾ ਵੀ ਜਿਹੜਾ ਕਾਮਰੇਡ ਆ ਨਾ ਐਕਚੁਅਲੀ ਜਿਹੜਾ ਉਹਦਾ ਸਟਾਈਲ ਆਫ ਥਿੰਕਿੰਗ ਆ ਉਹ ਚੀਜ਼ਾਂ ਨੂੰ ਦੇਖਦਾ ਕਿਵੇਂ ਹੈ ਜੀ ਜੀ ਉੱਥੋਂ ਦੇਖੋ ਤੁਸੀਂ ਠੀਕ ਆ ਕੋਈ ਸਿੱਖ ਹੁੰਦਾ ਹੋਇਆ ਵੀ ਪੰਥਕ ਹੁੰਦਾ ਹੋਇਆ ਬੰਦਾ ਵੀ ਉਹਦਾ ਸਟਾਈਲ ਆਫ ਥਿੰਕਿੰਗ ਬਿਲਕੁਲ ਕਾਮਰੇਡਾਂ ਵਾਲਾ ਵੀ ਹੋ ਸਕਦਾ ਬਿਲਕੁਲ ਅੱਛਾ ਹਾਂ ਜੀ ਜਿਹੜਾ ਦੀਪ ਸਿੱਧੂ ਦਾ ਵਿਰੋਧ ਜਾਂ ਸਿੱਧੂ ਮੂਸੇਵਾਲੇ ਦਾ ਹਾਂਜੀ ਹਾਂਜੀ ਇਹੀ ਹੈ ਵੀ ਇੱਕ ਖਾਸ ਕਿਸਮ ਦੀ ਤੁਹਾਡੇ ਚ ਕੱਟੜਤਾ ਤੇ ਤੰਗ ਨਜ਼ਰੀ ਹੈ ਠੀਕ ਆ ਕਿ ਬਿਲਕੁਲ ਜਿਹੜਾ ਸਾਡੇ ਵਰਗਾ ਬਣ ਕੇ ਨਹੀਂ ਆਉਂਦਾ ਉਹ ਸਾਡਾ ਨਹੀਂ ਉਹਦੇ ਇਸੈਂਸ ਵੱਲ ਨੂੰ ਨਹੀਂ ਦੇਖਦੇ ਬਿਲਕੁਲ ਬਿਲਕੁਲ ਇਹ ਸਹੀ ਆ ਤੇ ਸਿੱਖੀ ਚ ਤਾਂ ਟੈਨਸ਼ਨ ਵੀ ਨਹੀਂ ਦੇਖਦੇ ਸਿੱਖੀ ਦੇ ਵਿੱਚ ਤਾਂ ਨਾ ਬਹੁਤ ਮੋਕਲਾ ਕੰਮ ਹੈ ਇਹ ਠੀਕ ਹੈ ਐ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਯਾਰ ਇੱਥੇ ਤਾਂ ਬੰਦਾ ਬੀੜੀ ਵੀ ਪੀ ਜਾਵੇ ਤੇ ਉਹ ਵੀ ਕਰੀ ਜਾਵੇ ਨਹੀਂ ਸਿਧਾਂਤ ਤਾਂ ਸੁਪਰੀਮ ਰਹਿਣਾ ਹੈ ਉਹ ਤਾਂ ਸੁਪਰੀਮ ਆ ਨਹੀਂ ਕੋਈ ਸਾਡੀ ਰਹਿਤ ਮਰਿਆਦਾ ਵੀ ਹੈਗੀ ਆ ਸੋ ਤਾਂ ਬਿਲਕੁਲ ਉਹ ਤਾਂ ਪਰ ਇਹਦੇ ਚ ਕਾਫੀ ਕੁਝ ਸਾਨੂੰ ਲਿਬਰਲ ਹੈਗਾ ਉਹ ਤੋਂ ਹੀ ਪ੍ਰਵਾਨ ਹੁੰਦਾ ਹੈ ਇੱਥੇ ਨਾ ਉਹ ਨਹੀਂ ਯੂਨੀਫਾਰਮਿਟੀ ਦੀ ਇੱਥੇ ਕਦੇ ਵੀ ਗੱਲ ਨਹੀਂ ਸੈਟ ਪੈਟਰਨ ਨਹੀਂ ਚੱਲਿਆ ਇੱਥੇ ਤੁਸੀਂ ਦੇਖੋ ਜਿਹੜੇ ਪੁਰਾਣੇ ਮੋਰਚੇ ਆ ਜੀ 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 ਉਹਦੇ ਚ ਵੀ ਮਤਲਬ ਇਹ ਸੀ ਵੀ ਅਲੱਗ-ਅਲੱਗ ਧਰਾਵਾਂ ਉਹਦੇ ਵਿੱਚ ਹੀ ਹਾਂ ਚੱਲਦੀਆਂ ਰਹੀਆਂ ਇੱਕ ਨਹੀਂ ਸਹੀ ਹੈ ਬਿਲਕੁਲ ਹਾਂ ਸਟੱਡੀ ਕੀਤੀ ਸੋ ਪ੍ਰਵੀਨ ਜੀ ਅਜਮੇਰ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਆ ਛੋਟੀ ਜੀ ਤੇ ਉਸ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆ ਉਸ ਨੂੰ ਆਪਾਂ ਇਦਾਂ ਹੀ ਜਾਰੀ ਰੱਖਾਂਗੇ ਸਰੋਤਿਓ ਦਰਸ਼ਕੋ ਇਦਾਂ ਹੀ ਜੁੜੇ ਰਹੋ ਜੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIIT Sacramento 1470 AM KCVR Lodi Stockton 1570 AM
ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਪ੍ਰੋਗਰਾਮ ਸਾਂਝੀ ਸੱਚ ਚੱਲ ਰਿਹਾ ਤੇ ਆਪਣੇ ਨਾਲ ਅੱਜ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਿਹੜੇ ਹੋਏ ਨੇ ਸਰਦਾਰ ਅਜਮੇਰ ਸਿੰਘ ਜੀ, ਸਿੱਖ ਚਿੰਤਕ ਤੇ ਸਿੱਖ ਹਿਸਟੋਰੀਅਨ, ਤੇ ਪ੍ਰਵੀਨ ਸ਼ਰਮਾ ਜੀ ਆਪਣੇ ਨਾਲ ਜੁੜੇ ਹੋਏ ਨੇ। ਪ੍ਰਵੀਨ ਜੀ, ਜੀ ਨੂੰ ਸਵਾਗਤ ਹੈ ਜੀ, ਤੁਹਾਡਾ ਵੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਅਜਮੇਰ ਸਿੰਘ ਜੀ, ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ। ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਅਜਮੇਰ ਸਿੰਘ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਵੀ ਆਪਾਂ ਨੂੰ ਤਿਆਰ ਰਹਿਣ ਦੀ ਜ਼ਰੂਰਤ ਆ, ਵੀ ਅਵੇਸ ਵੇਲੇ ਨਾ ਹੋਈਏ, ਪਰ ਜਿਹੜੇ ਮੋਦੀ ਵੱਲੋਂ ਸਿੱਖ ਚਿਹਰੇ ਆ ਉਹਨਾਂ ਦੀ ਬਹੁਤੀ ਪਰਵਾਹ ਨਾ ਕਰੀਏ। ਜਦੋਂ ਤੁਸੀਂ ਕਹਿ ਰਹੇ ਆ ਵੀ ਤਿਆਰੀ ਕਰਨ ਦੀ ਜ਼ਰੂਰਤ ਆ, ਉਸ ਦੇ ਵਿੱਚ ਜੇ ਤੁਸੀਂ ਥੋੜਾ ਜਿਹਾ ਸਾਨੂੰ ਦੱਸ ਸਕੋ ਵੀ ਕਿੱਦਾਂ ਦੀ ਤਿਆਰੀ ਦੀ ਆਪਾਂ ਜਿਹੜੀ ਇਸ ਦੇ ਵਿੱਚ ਗੱਲ ਕਰ ਰਹੇ ਆ, ਕਿਉਂਕਿ ਇਸ ਨੂੰ ਮੈਂ ਇਸ ਚੀਜ਼ ਦੇ ਨਾਲ ਵੀ ਜੋੜ ਕੇ ਦੇਖਣਾ ਜਾਂ ਪੁੱਛਣਾ ਤੁਹਾਨੂੰ ਚਾਹੁੰਦਾ ਆ। ਸਿੱਖਾਂ ਦੀ ਸਾਈਕੀ ਦੇ ਵਿੱਚ ਬਦਲਾਵ ਲਿਆਂਦਾ ਗਿਆ ਆ, ਬਹੁਤ ਤਰੀਕੇ ਦੇ ਨਾਲ ਉਹਨਾਂ ਦੀ ਮੈਂਟਲ ਨੂੰ ਜਿਹੜਾ ਆ ਉਹ ਸਿਮੂਲੇਟ ਕੀਤਾ ਆ, ਫਰਕ ਪਾਇਆ ਆ। ਉਹ ਬੰਦਾ ਅੱਜ ਸਿੱਖ ਨਜ਼ਰੀਏ ਨੂੰ ਪਹਿਚਾਨਣ ਤੋਂ ਜਾਂ ਉਸ ਨੂੰ ਜਾਣਨ ਤੋਂ ਇਨਕਾਰੀ ਹੈ ਜਾਂ ਉਸ ਤੋਂ ਉਲਟ ਹੋਇਆ ਹੈ। ਆਪਾਂ ਕਿੱਦਾਂ ਤਿਆਰ ਕਰਾਂਗੇ ਏਦਾਂ ਦੇ ਸਟੇਟ ਦੇ ਰਵੱਈਏ ਨੂੰ ਪਹਿਚਾਨਣ 'ਚ? ਦੇਖੋ, ਜਿਹੜਾ ਮੈਂ ਤਿਆਰ ਹੋਣ ਦੀ ਗੱਲ ਕਰ ਰਿਹਾ ਨਾ, ਵੀ ਸਿੱਖਾਂ ਨੂੰ ਆਉਣ ਵਾਲੇ ਸਮੇਂ ਵਾਸਤੇ ਤਿਆਰ ਹੋਣਾ ਚਾਹੀਦਾ ਹੈ, ਹਾਂਜੀ ਉਹ ਦੋ ਲੈਵਲ ਦੇ ਉੱਤੇ ਹੈ ਜੀ। ਇੱਕ ਤਾਂ ਚੇਤਨਤਾ, ਕੌਨਸ਼ੀਅਸਨੈਸ। ਠੀਕ ਹੈ, ਸਿੱਖ ਮਤਲਬ ਦਬ ਨਹੀਂ ਰਹੇ ਜੀ, ਤੇ ਪਰ ਕੱਲੀ ਇੰਨੀ ਗੱਲ ਨਾਲ ਲੜਿਆ ਨਹੀਂ ਜਾਂਦਾ ਹੁੰਦਾ, ਕਿਉਂਕਿ ਲੜਾਈ ਤਾਂ ਪੋਲੀਟੀਕਲ ਹੈ ਨਾ ਜੀ, ਤੇ ਬੜੀ ਕੰਪਲੈਕਸ ਹੁੰਦੀ ਆ, ਗੁੰਝਲਦਾਰ ਹੁੰਦੀ ਹੈ। ਦੁਸ਼ਮਣ ਨੇ ਕੀ ਦਾ ਪੇਚ ਵਰਤਨੇ ਨੇ, ਕੀ ਹਥਿਆਰ ਵਰਤਨੇ ਨੇ, ਤੁਸੀਂ ਉਹਨਾਂ ਨੂੰ ਕਿਵੇਂ ਬੇਅਸਰ ਕਰਨਾ ਹੈ ਜੀ, ਤੇ ਤੁਸੀਂ ਅੱਗੇ ਕਿਵੇਂ ਵਧਣਾ ਹੈ, ਤੇ ਇਸ ਦੀ ਤੁਹਾਡੇ ਵਾਸਤੇ ਤੁਹਾਡੇ ਕੋਲੇ ਇੱਕ ਅੰਡਰਸਟੈਂਡਿੰਗ ਪੂਰੀ ਜ਼ਰੂਰ ਹੋਣੀ ਚਾਹੀਦੀ ਹੈ ਜੀ। ਸੋ ਲੜਨ ਵਾਸਤੇ ਇਹ ਤਾਂ ਜ਼ਰੂਰ ਚਾਹੀਦਾ ਵੀ ਅਸੀਂ ਬਹਾਦਰ ਹਾਂ, ਅਸੀਂ ਕਿਸੇ ਤੋਂ ਦਵਾਏ ਦਬਦੇ ਨਹੀਂ ਜੀ। ਪਰ ਇਹ ਇਕੱਲਾ ਕਈ ਵਾਰ ਇਲੂਜਨ ਬਣ ਜਾਂਦਾ ਹੈ। ਜੇ ਇਸ ਇਲੂਜਨ ਭਰਮ ਦੇ ਵਿੱਚ ਹੀ ਰਹਾਂਗੇ ਜੀ, ਕਿੰਨੀ ਵੀ ਬਹਾਦਰ ਕੌਮ ਕਿਉਂ ਨਾ ਹੋਵੇ, ਜੇ ਉਹ ਤਿਆਰ ਨਹੀਂ, ਜੇ ਉਹ ਅਵੇਸ ਲਈ ਆ, ਉਹ ਮਾਰ ਖਾ ਜਾਂਦੀ ਹੈ। ਇਹ ਤਾਂ ਸੋ ਇਸ ਕਰਕੇ ਇਹ ਤਾਂ ਗੱਲ ਰਹਿਣੀ ਚਾਹੀਦੀ ਹੈ। ਅਸੀਂ ਐ ਕਿਸੇ ਦਵਾਇਆ ਨਹੀਂ ਦਬਦੇ, ਤੇ ਇਹ ਲੜਨ ਵਾਸਤੇ ਜਜ਼ਬਾ ਜ਼ਰੂਰੀ ਹੈ, ਪਰ ਨਾਲ ਚੇਤਨਤਾ ਜਿਹੜੀ ਹੈ ਕਿ ਦੁਸ਼ਮਣ ਨੂੰ ਸਮਝੋ ਇੱਕ ਬੁਨਿਆਦੀ ਗੁਰਾ ਲੜਾਈ ਦਾ, ਜੀ। ਨੋ ਦੀ ਐਨਮੀ ਐਂਡ ਨੋ ਯੂਅਰ ਸੈਲਫ। ਜਦੋਂ ਐਨਮੀ ਨੇ ਵੀ ਉਹਦੀ ਤਾਕਤ ਕਿਹੜੀ ਆ ਤੇ ਉਹਦੀ ਵੀਕਨੈਸ ਕਿੱਥੇ ਆ, ਦੋਵੇਂ ਫੈਕਟਰ ਦੇਖੋ। ਦੋਵੇਂ ਫੈਕਟਰ ਸਹੀ। ਤੇ ਤੁਸੀਂ ਫਿਰ ਉਸੇ ਲੈਵਲ ਤੇ ਉਹਦਾ ਉਪਾਅ ਕਰਨਾ ਤੇ ਉਹਨੂੰ ਬਹੁਤਾ ਮਤਲਬ ਇਹ ਵੀ ਨਾ ਕਹੋ ਵੀ ਕੁਛ ਨਹੀਂ, ਇਹ ਤਾਂ ਐਵੇਂ ਹੀ ਹੈ। ਜੀ, ਆਫਟਰ ਆਲ ਤਾਕਤ ਤਾਂ ਹੁੰਦੀ ਹੈ। ਹਾਂਜੀ ਹਾਂਜੀ। ਤੇ ਉਹਦੇ ਚ ਇੱਕ ਗੁਰਤਾ ਇਹੀ ਹੈ, ਕਹਿੰਦੇ ਵੀ ਸਟ੍ਰੈਟਜੀਕਲੀ ਤਾਂ ਉਹਨੂੰ ਟਿਚ ਕਰਕੇ ਜਾਣੋ, ਪਰ ਟੈਕਟੀਕਲੀ ਟੇਕ ਦੀ ਐਨਮੀ ਸੀਰੀਅਸਲੀ। ਠੀਕ ਹੈ ਨਾ? ਜੀ ਜੀ। ਆਫਟਰ ਆਲ ਉਹ ਐਨਮੀ ਤਾਂ ਐਨਮੀ ਹੈ ਨਾ, ਐਨਮੀ ਤਾਂ ਐਨਮੀ ਹਾਂ, ਥੋੜਾ ਨੁਕਸਾਨ ਕਰਨਾ ਹੀ ਆ। ਹਾਂ, ਹੁਣ ਜੇ ਆਪਾਂ ਕਹਿੰਦੇ ਸੱਪ ਤੋਂ ਡਰਨਾ ਨਹੀਂ ਚਾਹੀਦਾ, ਹਾਂਜੀ, ਤਾਂ ਠੀਕ ਹੈ, ਹਾਂਜੀ, ਪਰ ਡੰਗ ਤੋਂ ਤਾਂ ਬਚਣਾ ਚਾਹੀਦਾ। ਆਹੋ, ਡੰਗ ਤਾਂ ਮਾਰਦਾ ਨਾ ਸੱਪ, ਡੰਗ ਤਾਂ ਮਾਰਦਾ, ਜੇ ਲੱਗ ਗਿਆ ਉਹ ਤਾਂ ਮਾਰੂਗਾ ਹੀ, ਤੇ ਉਹਦਾ ਵੀ ਤਾਂ ਤੁਹਾਨੂੰ ਤੁਹਾਡੇ ਕੋਈ ਚਾਹੀਦਾ ਨਾ ਇੰਤਜ਼ਾਮ। ਬਿਲਕੁਲ, ਬਹਾਦਰੀ। ਸੋ ਇਸ ਕਰਕੇ ਮਤਲਬ ਸੱਪ ਨੇ ਡੰਗ ਮਾਰਨਾ ਜੀ, ਉਸ ਡੰਗ ਤੋਂ ਬਚਣਾ ਹੈ। ਤੇ ਇਸ ਕਰਕੇ ਮੈਂ ਦੋ ਲੈਵਲ ਤੇ ਤਿਆਰੀ ਦੀ ਗੱਲ ਕਰਦਾ ਸੀ, ਇੱਕ ਚੇਤਨਤਾ ਦੀ ਲੈਵਲ ਤੇ, ਸਮਝ ਦੇ ਵਿੱਚ ਜੀ ਬਹੁਤ ਨਿਖਾਰ ਚਾਹੀਦਾ ਹੈ, ਜਿੱਥੇ ਫਿਰ ਆਉਂਦੀ ਹੈ ਗੱਲ ਸਿਧਾਂਤਕ ਸਪਸ਼ਟਤਾ ਦੀ। ਜੀ, ਮਸਲਿਆਂ ਨੂੰ ਗੰਭੀਰਤਾ ਤੇ ਗਹਿਰਾਈ ਚ ਜਾ ਕੇ ਵਿਚਾਰਿਆ ਜਾਵੇ, ਇਤਿਹਾਸ ਨੂੰ ਵੀ ਉਸ ਤਰ੍ਹਾਂ ਪੜ੍ਹਿਆ ਜਾਵੇ। ਇੱਕ ਤਾਂ ਹੁੰਦਾ ਸਿਰਫ 12 ਜੀ, ਵੀ ਅਸੀਂ ਆਓ ਕੀਤਾ, ਅਸੀਂ ਸਾਰਾ ਉਹ ਵੀ ਜ਼ਰੂਰੀ ਹੁੰਦਾ, ਬਿਲਕੁਲ, ਪਰ ਇਤਿਹਾਸ ਚ ਬਹੁਤ ਸਬਕ ਪਏ ਹੁੰਦੇ ਹਨਾ। ਕਿਤੇ ਨਾ ਕਿਤੇ ਇਤਿਹਾਸ ਚ ਗਲਤੀਆਂ ਵੀ ਤਾਂ ਹੋਈਆਂ ਹੁੰਦੀਆਂ। ਕਿਹੜੀ ਕੌਮ ਆ ਜਿਹੜੀ ਗਲਤੀ ਨਹੀਂ ਕਰੂ? ਕੂਟਨੀਤਿਕ ਤੌਰ ਤੇ ਹੋਰ ਬਥੇਰੇ, ਬੜਾ ਕੁਛ ਹੋਰ, ਮਤਲਬ ਹਾਂ, ਜਾਂ ਕੁਛ ਡਰਾਬੈਕਸ ਕਹਿ ਲਓ, ਡਰਾਬੈਕਸ, ਹਾਂ, ਵੀ ਉਸ ਮੌਕੇ ਦੇ ਉੱਤੇ ਕੋਈ ਗਲਤੀ ਨਹੀਂ, ਪਰ ਅਸੀਂ ਅਵੇਸਲੇ ਸੀ ਜਾਂ ਕੋਈ ਆਹ ਗੱਲ ਸੀ, ਹਨਾ। ਤੇ ਇਸ ਕਰਕੇ ਨਾ ਉਸ ਇਤਿਹਾਸ ਨੂੰ ਉਸ ਤਰ੍ਹਾਂ ਦੇਖੋ, ਬਾਚੋ ਇਤਿਹਾਸ ਚੋਂ ਬੜਾ ਕੁਝ ਸਿੱਖਿਆ ਜਾਂਦਾ ਹੈ। ਜੀ। ਫਿਰ ਇਹ ਹੈ ਕਿ ਕਰੰਟ ਜੋ ਹੈਗੀ ਹੈ ਪੋਲਿਟਿਕਸ, ਜੀ, ਇੰਟਰਨੈਸ਼ਨਲ ਲੈਵਲ ਤੇ, ਠੀਕ ਆ, ਜੀਓ ਪੋਲੀਟੀਕਲ ਅੰਡਰਸਟੈਂਡਿੰਗ ਸਾਰੇ ਵਰਤਾਰਿਆਂ ਦੀ,
ਉਹ ਬੜੀ ਜ਼ਰੂਰੀ ਤੁਹਾਡਾ ਨਜ਼ਰੀਆ ਉੱਥੋਂ ਤੱਕ ਪਹੁੰਚਣਾ ਚਾਹੀਦਾ ਹੈ। ਹੂੰ ਚੀਜ਼ਾਂ ਨੂੰ ਲੋਕਲਾਈਜ਼ਡ ਨਾ ਦੇਖੋ ਹੂੰ ਵੀ ਆਹ ਗੱਲ ਇੱਥੇ ਵਾਪਰ ਗਈ। ਜੀ ਜੀ ਵਾਪਰੂ ਤਾਂ ਇੱਕ ਸਪੈਸੀਫਿਕ ਜਗ੍ਹਾ ਤੀ, ਜੀ ਹੂੰ ਜੀ ਹੂੰ ਪਰ ਉਹ ਕਿਸੇ ਵੱਡੇ ਵਰਤਾਰੇ ਦਾ ਅੰਗ ਹੁੰਦੀ ਹੈ ਹੂੰ ਤੇ ਉਹਨੂੰ ਉਹ ਸਾਰੇ ਵਰਤਾਰੇ ਦੇ ਤੌਰ ਤੇ ਦੇਖੋ। ਮੇਰਾ ਕਹਿਣ ਤੋਂ ਇਹ ਭਾਵ ਸੀ ਇੱਕ ਵਿਸ਼ਾਲ ਪ੍ਰਸੰਗ ਚ ਰੱਖ ਕੇ ਚੀਜ਼ਾਂ ਨੂੰ ਦੇਖੋ। ਅੱਛਾ ਇਹ ਅੰਡਰਸਟੈਂਡਿੰਗ ਇੱਕ ਤਾਂ ਇਹ ਡਿਵੈਲਪ ਕਰਨੀ ਚਾਹੀਦੀ ਹੈ ਸਾਨੂੰ, ਠੀਕ ਹੈ ਪਰ ਇਹਦੇ ਚ ਇਹ ਨਹੀਂ ਹੁੰਦਾ ਕਿ ਸਾਰੀ ਕੌਮ ਹੀ ਇੰਨੀ ਚਤੰਨ ਹੁੰਦੀ ਹੈ। ਜੀ ਜੀ ਐਟ ਨਹੀਂ। ਲੀਸਟ ਉਹਦੀ ਜਿਹੜੀ ਹੈਗੀ ਆ ਨਾ ਆਗੂ ਟੁਕੜੀਆਂ, ਜੀ ਜੋ ਬੁੱਧੀਜੀਵੀ ਹੂੰ ਬੁੱਧੀਜੀਵੀ ਵੀ ਕਹਿ ਲਓ ਤੁਸੀਂ, ਇਕੱਲੇ ਬੁੱਧੀਜੀਵੀ ਨਹੀਂ, ਹੁਣ ਫਾਈਟਰ ਵੀ ਇੰਨੇ ਸਿਆਣੇ ਹੋਣੇ ਚਾਹੀਦੇ ਨੇ। ਚਾਹੀਦੇ ਨੇ ਹੂੰ ਹਾਂਜੀ, ਬੁੱਧੀਜੀਵੀ ਇੱਕ ਅਲੱਗ ਤਰੀਕੇ ਦਾ ਮਾਰਗਦਰਸ਼ਨ ਕਰਦੇ ਉਹ ਅਲੱਗ ਚੱਕ ਤਰੀਕੇ ਦਾ, ਉਹਨੂੰ ਵੀ ਮਤਲਬ ਲੀਡ ਆਪਾਂ ਕਰਨਾ ਇੱਕ ਹਾਂ, ਹੋਰ different ਚੀਜ਼। ਉਹਦੇ ਪ੍ਰਤੀ ਵੀ ਸਿਨੀਕਲ ਨਾ ਹੋਈਏ ਹੂੰ ਵੀ ਇਹ ਗੱਲਾਂ ਵਾਲੇ ਹੀ ਹੁੰਦੇ ਆ, ਲੜਨ ਵਾਲੇ ਨਹੀਂ। ਨਹੀਂ ਹੁੰਦੀ ਗੱਲਾਂ ਦੀ ਆਪਦੀ ਅਹਿਮੀਅਤ ਹੈ ਭਾਈ। ਹੁਣ ਸਟ੍ਰੈਟਜੀ ਅਲੱਗ ਚੀਜ਼ ਹਾਂ, ਆ ਹਰ ਇੱਕ ਬੰਦੇ ਨੇ ਥੋੜਾ ਲੜਨਾ ਹੁੰਦਾ। ਜੀ ਜੀ ਹੂੰ ਸੋ ਆਪਾਂ ਨਾ ਹਰ ਇੱਕ ਦਾ ਮੁੱਲ ਪਾਈਏ ਉਸ ਤਰ੍ਹਾਂ। ਤੇ ਇੱਕ ਤਾਂ ਇਹ, ਤੇ ਦੂਜਾ ਇਹ ਤਾਂ ਸੀ ਕਿ ਮਤਲਬ ਜਿਹਨੂੰ ਕਹਿ ਲਓ ਕਿ ਚੇਤਨਤਾ ਦੀ ਲੈਵਲ ਤੇ ਜਾਂ ਸਿਧਾਂਤਕ ਲੈਵਲ ਤੇ। ਹਾਂਜੀ ਜੀ ਦੂਜਾ ਪ੍ਰੈਕਟੀਕਲ ਹੈ ਕੁਛ। ਹੂੰ ਉਹ ਇਹ ਹੈ ਕਿ ਕੋਈ ਵੀ ਕੌਮ ਬਿਨਾਂ ਲੀਡਰਸ਼ਿਪ ਤੋਂ ਤੇ ਬਿਨਾਂ ਜਥੇਬੰਦੀ ਤੋਂ ਨਹੀਂ ਲੜ ਸਕਦੀ। ਨਹੀਂ ਸਰਵਾਈਵ ਕਰਦੇ ਉਹ ਟੂਲ ਤਾਂ ਉਹੀ ਹੁੰਦਾ ਨਾ, ਹਥਿਆਰ ਤਾਂ ਉਹਦਾ ਉਹੀ ਹੈ ਨਾ। ਜੀ ਜੀ ਢਾਲ ਵੀ ਹੈ ਉਹ ਤੇ ਤਲਵਾਰ ਵੀ ਹੈ। ਜੀ ਹੂੰ ਤੇ ਉਸ ਪੱਖੋਂ ਅਸੀਂ ਦੇਖੀਏ ਕਿੱਥੇ ਖੜੇ ਆ ਹੁਣ ਅਸੀਂ। ਹਾਂਜੀ ਜੱਜ ਸਾਡੇ ਤੇ ਕੋਈ ਅਚਾਨਕ ਵੱਡੀ ਗੱਲ ਵਾਪਰਦੀ ਹੈ। ਜੀ ਮੈਂ ਪਹਿਲਾਂ ਵੀ ਕਿਹਾ ਪਿਛਲੀ ਗੱਲਬਾਤ 'ਚ ਵੀ ਦਸਤਕ ਦੇ ਕੇ ਨਹੀਂ ਆਉਂਦੇ ਖਤਰੇ, ਕਦੀ ਵੀ ਨਹੀਂ ਨਿਸ਼ਾਨੀਆਂ ਦਿਸਣ ਲੱਗ ਜਾਂਦੀਆਂ ਹੂੰ ਫਿਰ ਸਡਨਲੀ ਵੀ ਆਉਂਦੇ ਨੇ। ਸਡਨਲੀ ਵੀ ਆਉਂਦੀ ਹਾਂ, ਤੇ ਇਸ ਕਰਕੇ ਨਾ ਅਜੇ ਮੈਨੂੰ ਇਹ ਲੱਗ ਰਿਹਾ, ਪਤਾ ਨਹੀਂ ਮਤਲਬ ਵੀ ਮੈਂ ਰੌਂਗ ਹੋ ਸਕਦਾ, ਪਰ ਮੈਨੂੰ ਇਹ ਲੱਗ ਰਿਹਾ ਸਾਡੀ ਜਥੇਬੰਦੀ ਪੱਖੋਂ ਵੀ ਅਸੀਂ ਤਿਆਰ ਨਹੀਂ। ਐਸੇ ਸਵਾਲ ਤੇ ਆ ਬਹੁਤ ਖਿੰਡੀ ਹੈ ਕੌਮ, ਜੀ ਜੀ ਕੱਲੀ ਖਿੰਡੀ ਨਹੀਂ, ਜੀ ਆਪਸ ਵਿੱਚ ਪਾਟੋ ਧਾੜ ਹੈ, ਧੜੇਬਾਜ਼ ਬਿਰਤੀ ਹੈ, ਹੈਗੀ ਹੈ ਇੱਕ ਦੂਜੇ ਦੇ ਖਿਲਾਫ ਨਿੰਦਿਆ, ਚੁਗਲੀ, ਵਿਰੋਧ, ਪੜਚੋਲ, ਜਿਹੜੀ એનર્ਜੀ ਨਾ ਬਹੁਤ ਵੇਸਟ ਇੱਕ ਦੂਜੇ ਦੇ ਖਿਲਾਫ ਹੋ ਰਹੀ ਹੈ। ਹੂੰ ਪੱਕੇ ਐਟੀਟਿਊਡ ਚ ਬਣਾਏ ਹੋਏ ਨੇ ਮਿੱਥਾਂ ਨੇ ਬਸ, ਤੇ ਉਹ ਲਗਾਤਾਰ ਹੋਰ ਸਟਰੈਂਥਨ ਹੋਈ ਜਾਂਦੇ ਗੂੜੇ ਕਰਦੇ ਕਰ ਰਹੇ ਆ ਜੀ ਗੂੜੇ ਕਰ ਸੋ ਇਹਨਾਂ ਚੀਜ਼ਾਂ ਨੂੰ ਆਇਡੈਂਟੀਫਾਈ ਕਰੋ ਵੀ ਯਾਰ ਕੁਝ ਡੂਜ਼ ਐਂਡ ਡੋਂਟਸ। ਏਕਤਾ ਦੀ ਸਾਰੇ ਗੱਲ ਕਰੀ ਜਾਂਦੇ ਯਾਰ, ਕੌਮ ਇੱਕ ਨਹੀਂ। ਹਾਂਜੀ ਹਾਂਜੀ ਬਿਲਕੁਲ ਕਰਦੇ। ਹੁਣ ਇਹ ਤਾਂ ਤੁਸੀਂ ਲੱਖ ਕਹੀ ਚੱਲੋ, ਇੱਕ ਨਹੀਂ ਮਤਲਬ ਕੋਈ ਸਟੈਪ ਤਾਂ ਚੁੱਕਣੇ ਪੈਣਗੇ ਨਾ, ਆਇਡੈਂਟੀਫਾਈ ਕਰਨੀਆਂ ਪੈਣਗੀਆਂ ਗੱਲਾਂ। ਜਿਵੇਂ ਮੈਂ ਆਹ ਕਹਿਣਾ ਮਤਲਬ ਜਿਹੜੀ ਧੜੇਬਾਜ਼ ਬਿਰਤੀ ਆ ਛੱਡੋ, ਹਾਂਜੀ ਹਾਂਜੀ ਧੜੇ ਰਹਿਣ ਜੀ, ਪਰ ਧੜੇਬਾਜ਼ ਬਿਰਤੀ ਨਾ ਹੋਵੇ। ਮਿਸਲਾਂ ਸੀਗੀਆਂ, ਸੀਗੀਆਂ ਜੀ। ਬਿਲਕੁਲ ਧੜੇ ਸੀ ਪਰ ਧੜੇਬਾਜ਼ ਬਿਰਤੀ ਨਹੀਂ ਸੀ। ਨਹੀਂ। ਜਦੋਂ ਕੋਈ ਗੱਲ ਆਉਂਦੀ ਸੀ ਸਿਰ ਜੋੜ ਕੇ ਇਕੱਠੇ ਹੋ ਜਾਂਦੇ। ਹੋ ਜਾਂਦੇ ਸੀ ਸਿਧਾਂਤ ਉੱਤੇ ਸੀ। ਇੱਥੇ ਸਾਡੇ ਹੁਣ ਇਕੱਠੇ ਹੋਣ ਦੇ ਵੀ ਕ੍ਰੈਡਿਟ ਕਿਹਨੂੰ ਜਾਊ ਪਹਿਲਾਂ ਇਹ ਦੌੜ ਹੈਗੀ ਹੈ, ਇਹ ਦੌੜ ਹੈ। ਅੱਛਾ ਇੱਕ ਮੇਰਾ ਇਸ ਕਰਕੇ ਇੱਕ ਤਾਂ ਇਹ ਸਟੈਪ ਚੁੱਕਣਾ ਚਾਹੀਦਾ ਜੀ ਜੀ ਇਹਨਾਂ ਚੀਜ਼ਾਂ ਨੂੰ, ਇਹ ਜਿਹੀਆਂ ਟੈਂਡੈਂਸੀਜ਼ ਨੂੰ ਜਿਹੜੀਆਂ। ਹੂੰ ਦੂਜੀ ਗੱਲ ਮੈਂ ਕਿਹਾ ਸੀ ਜਥੇਬੰਦੀ ਤੇ, ਤੀਜਾ ਲੀਡਰਸ਼ਿਪ ਨਹੀਂ। ਹੂੰ ਹੁਣ ਹਰ ਧੜੇ ਨੂੰ ਇਹ ਇਲੂਜਨ ਹੁੰਦਾ ਹੈ ਜੀ ਵੀ ਕਿਉਂ ਨਹੀਂ ਸਾਡੇ ਕੋਲ ਹੈਗਾ, ਹੂੰ ਹਰ ਇੱਕ ਨੂੰ ਹੈ। ਜੀ ਮੈਂ ਕਹਿੰਦਾ ਵੀ ਇਹ ਭਰਮ ਛੱਡੋ ਜੀ ਜੀ ਆਪਦੇ ਭਰਮ ਪਾਲਣ ਨਾਲ ਤਾਂ ਕੋਈ ਹਕੀਕਤ ਨਹੀਂ ਨਾ ਬਣ ਜਾਣੀ। ਹਾਂਜੀ ਹਾਂਜੀ ਇਹ ਮੰਨ ਕੇ ਚੱਲੋ ਵੀ ਜੇ ਕੌਮ ਦਾ ਕੋਈ ਸਰਬਪ੍ਰਵਾਨਿਤ ਆਗੂ ਨਹੀਂ ਹੈਗਾ, ਨਹੀਂ ਹੈ, ਇਹ ਸੱਚ ਹੈ, ਸੱਚ ਹੈ। ਇਸ ਕਰਕੇ ਨਾ ਜਦੋਂ ਤੁਸੀਂ ਭਰਮ ਚੋਂ ਨਿਕਲੋਗੇ ਆਪਦੇ ਲੀਡਰਾਂ ਬਾਰੇ, ਆਪਦੇ ਧੜਿਆਂ ਬਾਰੇ। ਅੱਛਾ ਇਹ ਸੱਚ ਨੂੰ ਐਕਸੈਪਟ ਕਿਹੜੇ ਲੋਕ ਨਹੀਂ ਹੋਣ ਦੇ ਰਹੇ, ਤੁਹਾਨੂੰ ਕੀ ਲੱਗਦਾ ਜਿਹੜੇ ਇਸ ਟਾਈਮ ਹਾਵੀ ਨੇ ਨੈਰੇਟਿਵ ਬਣਾਉਣ ਚ, ਜਾਂ ਜਿਨ੍ਹਾਂ ਨੂੰ ਦੇਖੋ ਹਾਂ ਕੁਝ ਤਾਂ ਅਗਿਆਨਤਾ ਵੀ ਹੁੰਦੀ ਹੈ, ਜੀ ਕੁਝ ਵੈਸਟਡ ਇੰਟਰਸਟ ਬਣ ਜਾਂਦੇ ਆ ਅੱਛਾ ਹਮੇਸ਼ਾ ਹੀ। ਠੀਕ ਆ ਇੱਕ ਛੋਟਾ ਜਿਹਾ ਸਮਝ ਲਓ ਕੋਈ ਧੜਾ ਹੈ ਤਾਂ ਹੁਣ ਛੋਟੇ ਹੀ, ਐਵੇਂ ਕੋਈ ਵੱਡਾ ਸਮਝੀ ਜਾਵੇ ਹਨਾ। ਉਹਦੇ ਚ ਇੱਕ ਨੰਬਰ ਹੈ ਇੱਕ ਬੰਦਾ, ਦੂਜਾ 2 ਨੰਬਰ ਹੈ, 3 ਹੈ, ਉਹ 2 ਵਾਲੇ ਨੂੰ ਖਤਰਾ ਹੋਊ ਜੇ ਇਕੱਠੇ ਹੋ ਗਏ ਮੈਂ 2 ਨੰਬਰ ਤੇ ਰਹਿ ਜੂ ਕਿ ਨਹੀਂ ਰਹਿ ਜੂ। ਇਹ ਛੋਟੀ ਸੋਚ ਹੈ। ਜਾਂ ਕਈ ਵਾਰੀ ਇੱਕ ਵਾਲਾ ਇਨਸਿਕਿਉਰਿਟੀ ਫੀਲ ਕਰਦਾ ਵੀ 2 3 4 ਇਕੱਠੇ ਹੋ ਕੇ ਤੇ ਉਹੀ ਮਤਲਬ ਤੁਸੀਂ ਆਪਦੇ ਵੈਸਟਡ ਇੰਟਰਸਟ ਨਾ ਆਪਦੇ ਹਿੱਤ ਜੁੜ ਕੇ ਪਰਸਨਲੀ ਵੀ ਮੇਰਾ ਕੀ ਬਣੂ ਭਲਾ ਨਵੇਂ ਸੈਟਅਪ ਚ, ਪਹਿਲਾਂ ਇਹ ਖਤਰਾ ਚੇਤ ਤੌਰ ਤੇ ਖੜਾ ਹੋ ਜਾਂਦਾ। ਜੀ 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 ਸਹੀ ਹੈ। ਸੋ ਜਿਹੜੀ ਸਪਿਰਿਟ ਆਫ ਤਿਆਗ, ਸੰਤਾਂ ਨੇ ਕਿਹਾ ਸੀ ਏਕਤਾ ਵਾਸਤੇ ਤਿਆਗ ਜ਼ਰੂਰੀ ਹੈ, ਤਿਆਗ ਜ਼ਰੂਰੀ, ਤੇ ਤਿਆਗ ਦਾ ਉਹਨਾਂ ਨੇ ਐਲਾਨ ਕਰਤਾ ਸੀ, ਮੈਂ ਕੋਈ ਵੀ ਅਹੁਦਾ ਨਹੀਂ ਲੈਣਾ, ਨਾ ਮੈਂ MLA ਬਣਨਾ, ਨਾ ਮੁੱਖ ਮੰਤਰੀ ਬਣਨਾ, ਨਾ ਮੈਂ ਪ੍ਰਧਾਨ ਬਣਨਾ। ਜੀ ਜੀ ਠੀਕ ਹੈ।
ਤੇ ਨਾ ਮੈਂ ਡਿਕਟੇਟਰ ਬਣਨਾ ਧਰਮ ਯੁੱਧ ਮੋਰਚੇ ਦਾ। ਡਿਕਟੇਟਰ ਉਹਨੇ ਲੌਂਗੋਵਾਲ ਨੂੰ ਮੰਨਿਆ, ਬਿਲਕੁਲ ਇਹ ਗੱਲ ਸਹੀ ਹੈ। ਫਿਰ ਮਰਿਆਦਾ ਦਾ ਪਾਲਣ ਵੀ ਕੀਤਾ। ਜੀ ਜੀ ਉਹਦਾ ਕ੍ਰਿਟਿਸਿਜ਼ਮ ਵੀ ਇੱਕ ਮਰਿਆਦਾ 'ਚ ਰਹਿ ਕੇ ਕੀਤਾ ਜੀ। ਅੱਛਾ, ਇੱਕ ਗੱਲ ਹੋਰ ਹੈ, ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਆਪਾਂ ਨੂੰ ਇਹ ਯਾਦ ਆਉਂਦਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਕਾਰ ਚੱਲਦੀ ਰਹੀ। ਜਦੋਂ ਖਾਲਸਾ ਰਾਜ ਸੀ, ਅਕਾਲ ਤਖ਼ਤ ਸਾਹਿਬ ਸਰਵਉੱਚ ਸੀ। ਹਾਂਜੀ। ਪਰ ਹੁਣ ਜਦੋਂ ਆਪਾਂ ਗੱਲਾਂ ਕਰਦੇ ਹਾਂ, ਜਦੋਂ ਆਪਾਂ ਸਿਧਾਂਤ ਦੀ ਹੀ ਗੱਲ ਕਰਦੇ ਹਾਂ, ਤੇ ਸਾਡੇ ਤਾਂ ਸਿਧਾਂਤ ਹੈ ਵੀ ਹਥਿਆਰ ਗੁਰੂ ਸਾਹਿਬ ਨੇ ਕਿਹਾ ਆਪਦੀ ਵੀ ਰੱਖਿਆ ਕਰੋ, ਮਜਲੂਮ ਦੀ ਵੀ ਕਰੋ, ਕਿਸੇ ਦੀ। ਪਰ ਹੁਣ ਉਸੇ ਚੀਜ਼ ਨੂੰ ਜੇ ਜਥੇਦਾਰ ਸਾਹਿਬ ਕਹਿ ਦਿੰਦੇ ਸਾਡੇ ਹਰਪ੍ਰੀਤ ਸਿੰਘ, ਉਹਨੂੰ ਫਿਰ ਹੋਰ ਤਰੀਕਿਆਂ ਨਾਲ ਡਿਕੋਡਿੰਗ ਹੁੰਦੀ ਹੈ, ਉਹਦੀ ਅਲੱਗ-ਅਲੱਗ ਐਂਗਲ ਤੋਂ। ਜਥੇਦਾਰ ਸਾਹਿਬ ਇੱਕ ਵਿਅਕਤੀ ਵਿਸ਼ੇਸ਼ ਨੇ, ਉਹਨਾਂ ਨਾਲ ਤੁਹਾਡੇ ਵਖਰੇਵੇਂ ਹੋਣ ਇੱਕ ਅਲੱਗ ਚੀਜ਼ ਹੈ, ਉਹ ਹੋ ਸਕਦਾ। ਪਰ ਕੀ ਉਹਨਾਂ ਦੇ ਰਾਹੀਂ ਜੇ ਸਿਧਾਂਤ ਟਾਰਗੇਟ ਹੁੰਦਾ, ਫਿਰ ਉੱਥੇ ਆਪਾਂ ਉਹਨੂੰ ਤੁਸੀਂ ਕਿਵੇਂ ਡਿਫਾਈਨ ਕਰੋ? ਉਹਦੇ 'ਚ ਦੇਖੋ, ਪਹਿਲੀ ਗੱਲ ਤਾਂ ਤੁਸੀਂ ਆਇਡੈਂਟੀਫਾਈ ਕਰੋ ਕਿਹੜੇ ਸੈਕਸ਼ਨ ਨੇ ਵਿਰੋਧ ਕੀਤਾ ਹੈ। ਅੱਛਾ ਜੀ, ਇਹ ਬਹੁਤ ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ ਹੈ। ਅੱਛਾ, ਤੰਦ ਇੱਥੋਂ ਫੜਿਆ ਜਾਊ, ਉਲਝਿਆ ਇੱਥੋਂ ਫੜਿਆ ਜਾਊ ਜੀ। ਠੀਕ ਹੈ। ਮੈਂ ਜਿੰਨਾ ਕੁ ਦੇਖਿਆ, ਮਤਲਬ ਉਹ ਜਾਂ ਤਾਂ ਚਲੋ ਹਿੰਦੂ ਨੇ ਤਾਂ ਵਿਰੋਧ ਕਰਨਾ ਹੀ ਕਰਨਾ। ਜੀ ਜੀ, ਠੀਕ ਹੈ। ਠੀਕ ਹੈ ਨਾ। ਉਹ ਤਾਂ ਆਪਾਂ ਜਿਹੜੇ ਬੰਦੇ ਇਸ ਤਰ੍ਹਾਂ ਦੇ ਨੇ, ਜਿਹੜੇ ਸਿੱਖਾਂ ਦੇ ਵਿੱਚੋਂ ਬੰਦੇ ਕਹਿੰਦੇ, ਹਾਂਜੀ, ਮੱਤਾਂ ਦਿੰਦੇ ਜੀ ਜੀ। ਨੰਬਰ 1 ਨੈਸ਼ਨਲਿਸਟ, ਜਿਹੜੇ ਰਾਸ਼ਟਰਵਾਦੀ ਆ ਪੱਕੇ, ਠੀਕ ਹੈ, ਸਿੱਖਾਂ ਦੇ ਵਿੱਚ ਹੀ। ਹਾਂਜੀ ਹਾਂਜੀ, ਹੈਗੇ ਨੇ। ਹਾਂ, ਉਹ ਹਰ ਚੀਜ਼ ਨੂੰ ਉਸ ਨਜ਼ਰੀਏ ਤੋਂ ਹੀ ਦੇਖਦੇ ਆ, ਨੈਸ਼ਨਲਿਜ਼ਮ ਸੈਟ ਪੈਟਰਨ ਦੇ ਮੁਤਾਬਕ। ਨੰਬਰ 2 ਸੈਕੂਲਰਿਸਟ ਜੀ। ਐਂ ਲੱਗਦਾ ਵੀ ਧਰਮ ਨਿਰਪੱਖਤਾ ਵਰਗੀ ਤਾਂ ਕੋਈ ਚੀਜ਼ ਹੀ ਨਹੀਂ। ਠੀਕ ਹੈ। ਹਾਲਾਂਕਿ ਇਹ ਦੰਭ ਹੈ, ਧਰਮ ਨਿਰਪੱਖਤਾ ਕਿਤੇ ਵੀ ਨਹੀਂ ਹੈ, ਦੰਭ। ਅੱਛਾ। ਪਰ ਕਈ ਵਾਰ ਦੰਭ ਨੂੰ ਪੂਜ ਕੇ ਵੀ ਬੰਦੇ ਨੂੰ ਨਾ ਬੜਾ ਸਕੂਨ ਮਿਲਦਾ ਹੁੰਦਾ, ਵੀ ਕਰਨਾ ਕੁਛ ਨਹੀਂ ਪੈਣਾ, ਸਮਝਣ ਲੱਗ ਜਾਂਦਾ ਵੀ ਫਲਾਨਾ ਤਾਂ ਫਿਰਕੂ ਆ, ਮੈਂ ਬੰਦਾ ਸੈਕੂਲਰਿਸਟ ਆ। ਅੱਛਾ। ਹਾਂ ਜੀ, ਆਪਣੇ ਪੇ ਠਾਪੇ ਥਾਪੜੀ ਜਾਓ, ਆਪੇ ਥਾਪੂ। ਇਹ ਜਿਹੜਾ ਚੀਜ਼ ਹੈ ਨਾ, ਮਤਲਬ ਦੂਜੇ ਨੂੰ ਇਨਫੀਰੀਅਰ ਸਮਝਣਾ, ਆਪਦੇ ਆਪ ਨੂੰ ਸੁਪੀਰੀਅਰ। ਹਾਂਜੀ ਹਾਂਜੀ। ਇਹ ਜਿਹੜੀ ਜਾਤ ਪਾਤ ਅਸੀਂ ਕਹਿੰਦੇ ਆ, ਅਸੀਂ ਜਿਹੜੀ ਉਹਨੂੰ ਉਹ ਕੱਲੀ ਜੋ ਬ੍ਰਾਹਮਣ ਨੇ ਸਿਰਜਤੀ, ਐਕਚੁਅਲੀ ਉਹ ਤਾਂ ਚਲੋ ਇੱਕ ਉਹ ਪ੍ਰੈਕਟੀਕਲੀ ਉਹਨੇ ਉਹ ਇੱਕ ਉਹਦੀ ਘੜਤੀ। ਹਾਂਜੀ, ਉਹ ਤਾਂ ਉਹਦੀ ਆਪਦੀ ਡੈਫੀਨੇਸ਼ਨ। ਗੱਲ ਤਾਂ ਪਿੱਛੇ ਉਹਦੇ ਤੇ ਉਹਦੀ ਬੁਨਿਆਦ ਕੀ ਹੈ? ਉਹਦੀ ਬੁਨਿਆਦ ਹੈ ਊਚ ਨੀਚ, ਇੱਕ ਨੂੰ ਸੁਪੀਰੀਅਰ ਸਮਝਣਾ, ਇੱਕ ਨੂੰ ਇਨਫੀਰੀਅਰ। ਇਹੀ ਆ। ਜੇ ਸੈਕੂਲਰਿਸਟ ਇਹ ਸਮਝਦਾ ਵੀ ਮੈਂ ਆ ਸੈਕੂਲਰਿਸਟ ਜੀ, ਤੇ ਮੈਂ ਤਾਂ ਬਹੁਤ ਸੁਪੀਰੀਅਰ ਆ, ਤੇ ਜਿਹੜੇ ਦੂਜੇ ਬੰਦੇ ਨੇ ਤਾਂ ਫਿਰਕੂ ਨੇ ਤਾਂ ਬੜੇ ਇਨਫੀਰੀਅਰ ਆ। ਠੀਕ ਹੈ। ਫਿਰ ਤਾਂ ਆਪ ਸੈਕੂਲਰ ਰਿਹਾ ਹੀ ਨਾ। ਜੀ ਜੀ ਜੀ। ਸੋ ਐਕਚੁਅਲੀ ਉਹ ਬ੍ਰਾਹਮਣਵਾਦੀ ਨੇ। ਅੱਛਾ, ਜਿਹੜੇ ਇਹਨੂੰ ਨਿੰਦਦੇ। ਹਾਂ, ਮੈਂ ਜਿਵੇਂ ਪਹਿਲਾਂ ਕਿਹਾ ਨਾ, ਪੰਥਕ ਬੰਦਾ ਵੀ ਕਾਮਰੇਡ ਹੋ ਸਕਦਾ ਹੈ। ਕਿਆ ਕਿਆ ਕਿਆ, ਬਿਲਕੁਲ। ਸੋਚਣ ਦਾ ਤਰੀਕਾ ਬਿਲਕੁਲ ਉਹਦੇ ਵਾਲਾ ਹੋ ਸਕਦਾ ਹੈ, ਵਿਚਰਨ ਦਾ ਤਰੀਕਾ ਉਹਦੇ ਵਾਲਾ ਹੋ ਸਕਦਾ। ਐਕਸੈਪਟੈਂਸੀ ਘੱਟ ਹਾਂ, ਹੋਊਗੀ। ਸਰੂਪ ਹੋਊ, ਸਿੱਖ ਵਿਚਾਰਧਾਰਾ ਵੀ ਹੋਊ, ਸਭ ਕੁਝ ਹੋਊ। ਠੀਕ ਹੈ। ਬਹੁਤ ਦਿਖਦੇ ਨੇ ਸੈੱਟ ਹੋਊ ਬਿਲਕੁਲ। ਸੋ ਲੀਡਰਸ਼ਿਪ ਦੀ ਜਿਹੜਾ ਇਹ ਹੈ ਨਾ ਸੈਕੂਲਰਿਸਟ ਹੋਣਾ, ਹਾਂਜੀ, ਇਹ ਤੇ ਕੰਮ ਕਰਨ ਦੀ ਲੋੜ ਹੈ। ਭਰਮ ਤੋੜੋ ਉਹਨਾਂ ਦਾ ਵੀ, ਯੂ ਆਰ ਨਾਟ ਸੁਪੀਰੀਅਰ। ਤੁਸੀਂ ਲਾਈਨ ਦੇ ਕਿਹੜੇ ਪਾਸੇ ਖੜੇ ਹੋ? ਸੁਪੀਰੀਅਰ ਹੋਣ, ਪਰ ਸਿਧਾਂਤ ਨੂੰ ਆਪਦੇ ਉੱਤੋਂ ਆਪਦੇ ਤੋਂ ਨੀਵਾਂ ਥੋੜੋ ਕਰ ਸਕਦੇ ਆ, ਜੇ ਹੁਣ ਵੀ ਚੱਲ। ਨਹੀਂ, ਸੁਪੀਰੀਅਰ ਕਾਹਦੇ ਹੋ ਸਕਦੇ ਆ, ਫਿਰ ਚਲ ਆਪਦੇ ਆਪ ਤੇ ਬਣੇ ਰਹਿ। ਵਿਅਕਤੀਗਤ ਤੌਰ ਤੇ ਤਾਂ ਗੱਲ ਕੋਈ ਵੀ ਆਪਾਂ, ਉਹ ਤਾਂ ਕਹਿੰਦੇ ਵੀ ਅਸੀਂ ਕਿਉਂਕਿ ਸਿਧਾਂਤਾਂ ਨਾਲ ਕਿਉਂਕਿ ਅਸੀਂ ਧਰਮ ਨਿਰਪੱਖ ਆ, ਇਸ ਕਰਕੇ ਅਸੀਂ ਸੁਪੀਰੀਅਰ ਆ। ਅੱਛਾ, ਤੁਸੀਂ ਲਾਈਨ ਦੇ ਖੜੇ ਕਿਹੜੇ ਪਾਸੇ? ਕਿਹੜੇ ਪਾਸੇ? ਰੌਲਾ ਤਾਂ ਇਹੀ ਹੈ, ਜ਼ਾਲਮਾਂ ਨਾਲ ਹਾਂ, ਜਾਂ ਮਜਲੂਮਾਂ ਨਾਲ। ਹਾਂ, ਵੀ ਜਦੋਂ ਸਿਧਾਂਤ ਦੀ ਗੱਲ ਆਈ, ਤੁਹਾਡਾ ਪਾਸਾ ਕਿਹੜਾ ਹੈ? ਸੋ ਇੱਕ ਨੈਸ਼ਨਲਿਸਟ ਸਿੱਖ ਵਿਰੋਧ ਕਰ ਰਿਹਾ, ਹਾਂਜੀ, ਇੱਕ ਸੈਕੂਲਰਿਸਟ, ਇੱਕ ਜਿਹੜਾ ਇਹ ਕਹਿ ਲੋ ਕਿ ਨੀਮ ਲੈਫਟਿਸਟ। ਠੀਕ ਆ। ਪੱਕਾ ਲੈਫਟਿਸਟ ਵੀ ਨਹੀਂ। ਅੱਛਾ। ਪਰ ਉਹਨੂੰ ਅਜੇ ਆਪਣੇ ਵਿਚਾਰਾਂ ਦਾ ਹੀ ਨਹੀਂ ਪਤਾ, ਉਹ ਕਿੱਧਰ ਨਹੀਂ ਪਤਾ ਸਭ ਕੁਝ। ਨਹੀਂ, ਉਹ ਤਾਂ ਕਲੀਅਰ ਆ। ਮਤਲਬ ਬਹੁਤ ਬੰਦੇ ਇਹ ਜਿਹੇ ਨੇ ਜਿਹੜੇ ਇੱਕ ਮੌਕੇ ਦੇ ਉੱਤੇ 84 ਤੋਂ ਬਾਅਦ ਕਾਮਰੇਡੀ ਚੋਂ ਸਿੱਖਾਂ ਵੱਲ ਨੂੰ ਆਏ। ਹੁਣ ਜਿਹੜੀ ਇਹ ਟਰਾਂਸਫਰਮੇਸ਼ਨ ਹੈ, ਹਾਂਜੀ ਹਾਂਜੀ, ਇਹ ਵਨ ਟਾਈਮ ਨਹੀਂ ਹੁੰਦੀ ਵੀ ਬਸ ਬੰਦਾ ਨਾ ਜਿਵੇਂ ਵੀ ਉਹ ਆਹ ਪਜਾਮਾ ਲਾਇਆ ਤੇ ਆਹ ਪਾ ਲਿਆ, ਇਦਾਂ ਨਹੀਂ। ਇੱਕ ਵਿਚਾਰਧਾਰਾ ਤੋਂ ਦੂਜੀ ਵਿਚਾਰਧਾਰਾ ਨੂੰ ਇੱਕ ਬੜਾ ਕੰਪਲੈਕਸ ਤੇ ਲੰਬਾ ਅਮਲ ਹੁੰਦਾ। ਉਹ ਬੰਦੇ ਜੇ ਹਾਫ ਵੇ ਸੀਗੇ। ਅੱਛਾ, ਠੀਕ ਆ। ਕੁਝ ਪੋਲੀਟੀਕਲ ਪੋਜੀਸ਼ਨਾਂ ਲੈ ਲਈਆਂ ਵੀ ਯਾਰ ਸਟੇਟ ਨੇ ਆਹ ਗਲਤ ਕੀਤਾ, ਇਸ ਪੱਖੋਂ ਅਸੀਂ ਸਿੱਖਾਂ ਨਾਲ ਸਿੱਖ ਠੀਕ ਕਰਨਾ ਜੀ। ਈਵਨ ਖਾਲਿਸਤਾਨ ਦੇ ਹਮੈਤੀ ਵੀ ਬਣੇ ਕੁਝ ਬੰਦੇ। ਠੀਕ ਹੈ। ਇਹ ਪੋਲੀਟੀਕਲ ਪੋਜੀਸ਼ਨ ਹੈ ਉਹਨਾਂ ਦੀਆਂ। ਠੀਕ ਹੈ।
ਪਰ ਅੰਦਰੋਂ ਉਹ ਸਿੱਖ ਨਹੀਂ ਬਣੇ ਸੀ। ਆਈਡੀਓਲੋਜੀਕਲੀ ਉਹ ਅੱਛਾ, ਅੰਦਰੋਂ ਟਰਾਂਸਫਰਮੇਸ਼ਨ ਨਹੀਂ ਹੋਈ ਉਹ ਸੀ ਪੂਰੀ ਨਹੀਂ ਸੀ। ਨਾ। ਹੂੰ, ਉਹ ਗੁਰੂ ਨਾਲ ਤੇ ਗੁਰਬਾਣੀ ਨਾਲ ਉਸ ਹਾਂ, ਲੈਵਲ ਤੇ ਉਸ ਉਹ ਤਾਂ ਉਹਦਾ ਗੁਰੂ ਨੂੰ ਕਾਨੂੰਨ ਵਾਲੇ ਲੈਵਲ ਤੇ ਨਹੀਂ ਗਏ। ਉਹ ਗੁਰੂ ਤੇ ਗੁਰਬਾਣੀ ਨੂੰ ਵੀ ਵਿਚਾਰਧਾਰਾ ਦੇ ਖੇਤਰ ਦੇ ਚ ਹੀ ਰੱਖ ਕੇ ਨਾ ਵੀ ਇਸ ਤੋਂ ਉਹਨਾਂ ਵਿਚਾਰਾਂ ਵਾਲੇ ਆ ਜੀ। ਹਾਂਜੀ ਹਾਂਜੀ, ਇਹ ਬੜਾ ਫੰਡਾ ਹੈ ਵਿਚਾਰਾਂ ਬਹੁਤ ਬਹੁਤ ਹੈਗਾ, ਬੰਦੇ ਬਹੁਤ ਨੂੰ ਹੈਗਾ। ਬੜਾ ਹੰਕਾਰ ਹੁੰਦਾ, ਹਾਂ, ਮਾਣ ਵੀ ਹੈ। ਮੇਰੇ ਵਿਚਾਰ ਵੱਡਾ ਹੈ। ਹਾਂ ਵੀ ਮੈਂ ਤਾਂ ਵਿਚਾਰਾਂ ਨਾਲ ਖੜਾ ਜੀ। ਰਹਿਣਾ ਸਿਧਾਂਤ ਨਹੀਂ ਹਾਂ, ਸੁਪਰੀਮ। ਇਹ ਸਿੱਖੀ ਕੋਈ ਵਿਚਾਰਾਂ ਦੀ ਇਕੱਲੀ ਗੱਲ ਨਹੀਂ। ਹਾਂਜੀ ਹਾਂਜੀ, ਬਿਲਕੁਲ ਸਹੀ ਇਹ ਇੱਕ ਆਤਮਿਕ ਕਾਇਆ ਕਲਪ ਹੈ ਹੈਗਾ। ਜਿੱਥੇ ਤੁਹਾਡੀ ਟੋਟਲ ਹਸਤੀ ਮਰਦੀ ਹੈ, ਮੈਂ ਮਰਦੀ ਹੈ, ਹੂੰ, ਮਨੋਵਿਕਾਰ ਮਰਦੇ ਨੇ ਜੀ, ਹਨਾ। ਇਹ ਨਾਮ ਬਾਣੀ ਬਗੈਰ ਪੋਸੀਬਲ ਹੀ ਨਹੀਂ। ਨਹੀਂ ਹੈਗਾ, ਬਿਲਕੁਲ ਸੋ ਉਹ ਬੰਦੇ ਜੇ ਹਾਫ ਕਨਵਰਟਡ ਸੀ ਜੀ। ਉਹ ਫਿਰ ਕਿਸਾਨ ਅੰਦੋਲਨ ਦੌਰਾਨ ਇੱਕ ਇਹੋ ਜਿਹਾ ਮਾਹੌਲ ਬਣਿਆ ਅੱਛਾ, ਜਿੱਥੇ ਰਿਸਰਜੈਂਸ ਹੋਈ ਲੈਫਟ ਦੀ। ਠੀਕ, ਇਹ ਲੱਗਾ ਯਾਰ ਇਹ ਬਹੁਤ ਵੱਡਾ ਲਹਿਰ ਲੜ ਰਹੇ ਨੇ। ਉਹ ਵੀ ਐਵੇਂ ਇੱਕ ਨਾ ਵਧਾ ਕੇ ਪੇਸ਼ ਕੀਤਾ ਗਿਆ ਵੀ ਜਿਵੇਂ ਸਾਰਾ ਕੰਮ ਹੀ ਯੂਨੀਅਨਾਂ ਕਰ ਰਹੀਆਂ। ਤੇ ਉਹ ਤਾਂ ਇਲੈਕਸ਼ਨ ਚ ਭੁਲੇਖਾ। ਇਹ ਮੈਂ ਉਦੋਂ ਵੀ ਮਤਲਬ ਇੱਕ ਮਸਤੂਆਣਾ ਰੈਲੀ ਹੋਈ ਸੀ ਜਦੋਂ ਦੀਪ ਦੇ ਮਾਮਲੇ 'ਚ ਹੋਈ ਸੀ, ਮੈਂ ਉੱਥੇ ਗੱਲ ਕਰਦੀ ਸੀ। ਜਿਹੜੀ ਇਹ ਕਹਿੰਦੇ ਨਾ ਵੀ ਇਹ ਤਾਂ ਜੋਸ਼ ਵਾਲੇ ਆ, ਅਸੀਂ ਹੋਸ਼ ਵਾਲੇ ਆ। ਉੱਥੇ ਮੈਂ ਦੱਸਿਆ ਸੀ ਵੀ 26 ਨਵੰਬਰ ਨੂੰ ਹੋਸ਼ ਵਾਲੇ ਤਾਂ ਕਹਿੰਦੇ ਸੀ ਇੱਥੇ ਬਹਿ ਜਾਓ ਪੰਜਾਬ ਦੀ ਬਾਰਡਰ ਤੇ। ਜੀ ਜੀ, ਤੇ ਹੋਸ਼ ਵਾਲਿਆਂ ਤਾਂ ਇੱਥੇ ਬੈਠੇ ਹੋਣਾ ਸੀ, ਉੱਥੇ ਲੰਗਰ ਛਕੀ ਜਾਣੇ ਸੀ, ਸਪੀਚਾਂ ਦੇ ਹੀ ਜਾਣੀਆਂ ਸੀ। ਇਹ ਜੋਸ਼ ਵਾਲੇ ਭੰਨ ਕੇ ਗਏ। ਬਿਲਕੁਲ ਜੀ, ਸਹੀ ਆ। ਸੋ ਸਿੱਖੀ ਸਪਿਰਿਟ ਪਿੱਛੇ ਖੜੀ ਹੈ ਸਾਰੀ ਲਹਿਰ ਦੇ ਜੀ, ਖਾਤੇ 'ਚ ਲੋਕ ਪਾਈ ਗਏ ਕਾਮਰੇਡਾਂ ਦੇ ਤੇ ਯੂਨੀਅਨਾਂ ਦੇ। ਯੂਨੀਅਨਾਂ ਨੂੰ ਕੈਸ਼ ਕਰ ਗਈਆਂ ਕਿਉਂਕਿ ਉਹਨਾਂ ਕੋਲੇ ਇੱਕ ਮੀਡੀਆ ਨੇ ਬੜੀ ਸਪੋਰਟ ਕੀਤੀ ਸਾਰੀ। ਹਾਂਜੀ, ਉਹਨਾਂ ਕੋਲੇ ਇੱਕ ਸਕਿੱਲ ਹੈ, ਉਹਨਾਂ ਧੰਦਾ ਹੈ ਵੀ ਕਿਸੇ ਅਪਰਚੂਨਿਟੀ ਨੂੰ ਗ੍ਰੈਬ ਕਿਵੇਂ ਕਰਨਾ। ਜੀ, ਦੇ ਆਰ ਟ੍ਰੇਨਡ ਇਨ ਇਟ। ਸੋ ਇਹ ਇੱਕ ਬਹੁਤ ਮਿੱਥ ਬਣਿਆ ਉਦੋਂ। ਉਸ ਮਿੱਥ ਦਾ ਸਾਡੇ ਜਿਹੜੇ ਹਾਫ ਜੇ ਪੰਥਕ ਬੰਦੇ ਸੀ ਨਾ, ਅੱਛਾ, ਉਹ ਵੀ ਉਹਨਾਂ ਤੇ ਅਸਰ ਪਿਆ। ਉਹ ਉਹਨਾਂ ਦੇ ਨਾ ਰੋਵੇਟ ਪ੍ਰਭਾਵ ਛੱਡ ਗਈ ਗੱਲ, ਪ੍ਰਭਾਵ ਛੱਡ ਗਈ। ਪ੍ਰਭਾਵ ਛੱਡ ਗਈ। ਸੋ ਉਹ ਬੰਦੇ ਵੀ ਹੁਣ ਮਤਲਬ ਆਹ ਵਿਰੋਧ ਕਰ ਰਹੇ ਇਸ ਕਿਸਮ ਦੀਆਂ ਗੱਲਾਂ ਦਾ। ਜਦ ਕਿ ਜੇ ਇਸੇ ਸਿਧਾਂਤ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਇਹਦੇ ਚ ਤਾਂ ਮੇਰਾ ਖਿਆਲ ਲੀਕ ਤੋਂ ਇੱਕ ਪਾਸੇ ਜੇ ਦੂਜੇ ਪਾਸੇ ਖੜਦੇ ਤੇ ਅਸੀਂ ਕਹਿ ਸਕਦੇ ਹਾਂ ਖੁੱਲੇ ਤੌਰ ਤੇ ਵੀ ਯਾਰ ਸਾਡਾ ਸਿਧਾਂਤ ਵੱਡਾ, ਸਾਨੂੰ ਤਾਂ ਕਿਹਾ ਗੁਰੂ ਸਾਹਿਬ ਨੇ, ਸਾਨੂੰ ਕੀ ਹਰਜ਼ ਹੋਣਾ ਚਾਹੀਦਾ। ਨਹੀਂ, ਇਸ ਤਾਂ ਸੈਂਕਸ਼ਨ ਯਾਰ ਨਾ ਭਾਰਤ ਦੇ ਸੰਵਿਧਾਨ ਤੋਂ ਲੈਣਾ, ਨਾ ਕਿਸੇ ਵਿਚਾਰਧਾਰਾ ਤੋਂ। ਜੀ, ਸਾਡੀ ਵਿੰਡੀਕੇਸ਼ਨ ਕਿੱਥੋਂ ਹੋ? ਹਾਂ ਬਿਲਕੁਲ, ਤਾਂ ਗੁਰੂ ਤੋਂ ਹੋ। ਸਾਡਾ ਤਾਂ ਫਰੇਮ ਆਫ ਰੈਫਰੈਂਸ ਇੱਕੋ ਹੀ ਹੈ। ਹਾਂਜੀ ਹਾਂਜੀ, ਗੁਰੂ ਤੇ ਗੁਰਬਾਣੀ। ਇੱਥੇ ਰੌਲਾ ਫਰੇਮ ਆਫ ਰੈਫਰੈਂਸ ਦਾ ਹੁੰਦਾ ਹੈ। ਇੱਕ ਚੀਜ਼ ਦੇ ਤੁਸੀਂ ਪੈਮਾਨੇ ਕਰਨੇ ਵੀ ਆਹ ਠੀਕ ਆ, ਗਲਤ ਆ ਯਾਰ। ਜੀ ਜੀ, ਉਹ ਪੈਮਾਨਾ ਕੀ ਹੈ ਜੀ, ਉਹ ਸਾਡਾ ਪੈਮਾਨੇ ਤੇ ਹੀ ਰੌਲਾ ਹੈ। ਤੁਸੀਂ ਸੰਵਿਧਾਨ ਨੂੰ ਖੋਲ ਕੇ ਬਹਿ ਜਾਂਦੇ ਹੋ। ਹਾਂਜੀ ਹਾਂਜੀ, ਸਹੀ ਹੈ। ਹਾਂ, ਸਾਡੇ ਵਾਸਤੇ ਸੰਵਿਧਾਨ ਦੀ ਕੀਮਤ ਕੁਛ ਵੀ ਨਹੀਂ ਗੁਰਬਾਣੀ ਦੇ ਮੁਕਾਬਲੇ ਤੇ। ਬਿਲਕੁਲ ਸਹੀ, ਸਹੀ, ਬਿਲਕੁਲ। ਹਾਂ, ਉਹਦੇ ਚ ਸਾਡਾ ਸਾਰਾ ਇਤਿਹਾਸ ਖੜਾ ਹੈ। ਹਾਂਜੀ, ਕਿਉਂਕਿ ਫਿਰ ਸਾਡੇ ਸਾਰੇ ਇਤਿਹਾਸ ਤੇ ਲਕੀਰ ਫਿਰਦੀ ਹੈ। ਅਸੀਂ ਵੀ ਨਾ ਜਦੋਂ ਆਪਣੇ ਰੇਡੀਓ ਤੇ ਇੱਕ ਜਿਹੜਾ ਇਹ ਕਿਹਾ ਜਾਂਦਾ ਨਾ ਵੀ ਸਮਾਂ ਬਦਲ ਗਿਆ, ਹੁਣ ਉਹ ਸਮੇਂ ਨਹੀਂ ਰਹੇ ਵੀ ਹਾਂ ਗੁਰਬਾਣੀ ਨੂੰ ਤੇ ਗੁਰੂਆਂ ਦੀ ਗੱਲ ਨੂੰ ਇੱਕ ਖਾਸ ਇਤਿਹਾਸ ਨਾਲ ਜੋੜ ਦੇਣਾ ਵੀ ਇਤਿਹਾਸ ਦੇ ਇੱਕ ਖਾਸ ਖੰਡ ਚ ਜਾਂ ਕਾਲ ਚ ਤਾਂ ਉਹ ਗੱਲਾਂ ਠੀਕ ਸੀ, ਉਹ ਅੱਜ ਨਹੀਂ ਠੀਕ। ਇਹ ਟੋਟਲੀ ਗਲਤ ਨਜ਼ਰੀਆ ਗੁਰੂਆਂ ਪ੍ਰਤੀ। ਉਹਨਾਂ ਦਾ ਇਤਿਹਾਸ ਨਾਲ ਕੋਈ ਸੰਬੰਧ ਨਹੀਂ ਸੀ, ਉਹ ਕਿਸੇ ਇਤਿਹਾਸ ਦੇ ਮੁਤਾਜ ਨਹੀਂ ਸੀ। ਉੱਥੇ ਸਿੱਧਾ ਹੁਕਮ ਅਕਾਲ ਪੁਰਖ ਤੋਂ ਸੀ ਜੀ, ਉਹਦੀ ਉਹ ਮਤਲਬ ਬਖਸ਼ਿਸ਼ ਨਾਲ ਹੀ ਸਭ ਕੁਝ ਚੱਲਦਾ ਸੀਗਾ। ਸਮੇਂ ਨਾਲ ਨਹੀਂ ਬੱਦਾ ਸੀ ਉਹ ਨਾ, ਸਮੇਂ ਦੇ ਪ੍ਰੋਡਕਟ ਹੀ ਨਹੀਂ, ਬਿਲਕੁਲ। ਬਾਕੀ ਸਾਰੇ ਦੁਨੀਆ ਦੇ ਹੋਰ ਨਾਇਕਾਂ ਨਾਲੋਂ, ਵੱਡੇ ਜਰਨੈਲਾਂ ਨਾਲੋਂ, ਸਭ ਕੁਛ ਨਾਲੋਂ ਫਰਕ ਹੈ ਮਤਲਬ ਉਹ ਬੰਦੇ ਇਤਿਹਾਸ ਦੀ ਸਿਰਜਣਾ ਜੀ ਜੀ, ਇਹ ਇਤਿਹਾਸ ਦੇ ਸਿਰਜਕ ਹੈ। ਇਤਿਹਾਸ ਦੀ ਸਿਰਜਣਾ ਨਹੀਂ ਇਹ। ਜੀ ਜੀ, ਇਹ ਤਾਂ ਇਤਿਹਾਸ ਦੇ ਸਿਰਜਕ ਹੈ। ਜੀ ਰਾਜ ਜੀ, ਤੁਸੀਂ ਸਵਾਲ ਪੁੱਛ ਜੀ, ਮੈਂ ਅਜਮੇਰ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਲੀਡਰਸ਼ਿਪ ਜਾਂ ਲੀਡਰ ਨੂੰ ਲੈ ਕੇ, ਕਿੱਥੇ ਨਾਕਾਮੀ ਰਹੀ ਆ ਵੀ ਆਪਾਂ ਬਹੁਤੇ ਲੀਡਰ ਨਹੀਂ ਤਿਆਰ ਕਰ ਸਕੇ, ਜਾਂ ਇਹ ਜਿਹੜਾ ਹੋਸ਼ਾਪੰਤੀ ਵੀ ਜਿਹੜਾ ਉਹਨਾਂ ਦੇ ਆਪਣੇ ਨਿੱਜੀ ਮਫਾਦ ਕਿਉਂ ਇੰਨੇ ਜ਼ਿਆਦਾ ਵੱਧ ਰਹੇ ਆ, ਕਿੱਥੇ ਨਾਕਾਮੀ ਰਹਿ ਗਈ ਹੈ ਸਾਰੀ ਚੀਜ਼? ਨਹੀਂ ਦੇਖੋ, ਇੱਕ ਤਾਂ ਇਹ ਕਹਿਣਾ ਨਾ ਵੀ ਅਸੀਂ ਲੀਡਰ ਤਿਆਰ ਨਹੀਂ ਕਰ ਸਕੇ, ਇਹ ਮੈਨੂੰ ਥੋੜੀ ਜਿਹੀ ਟਰਮ ਮਤਲਬ ਫਾਰਮੂਲੇਸ਼ਨ ਠੀਕ ਨਹੀਂ। ਜੀ, ਠੀਕ ਹੈ।
ਕਿਉਂਕਿ ਲੀਡਰ ਕੋਈ ਫੈਕਟਰੀਆਂ 'ਚ ਨਹੀਂ ਤਿਆਰ ਹੁੰਦੇ, ਠੀਕ ਹੈ ਨਾ। ਇੱਕ ਬੜਾ ਨੈਚੁਰਲ ਪ੍ਰੋਸੈਸ ਹੈ ਜੀ ਲੀਡਰ ਤਿਆਰ ਹੋਣ ਦਾ, ਉਹ ਪ੍ਰੋਸੈਸ ਅਸੀਂ ਨਹੀਂ ਚਲਾ ਸਕੇ ਜੀ। ਇੱਥੇ ਪਤਾ ਨਹੀਂ ਕੌਣ ਲੀਡਰ ਨਿਕਲੂ, ਕੌਣ, ਇੱਥੇ ਕੁਛ ਨਹੀਂ। ਪ੍ਰੋਸੈਸ ਕੀ ਆ ਫਿਰ? ਹਨਾ, ਪ੍ਰੋਸੈਸ ਇਹ ਹੈ ਵੀ ਤੁਸੀਂ ਨਿਸ਼ਕਾਮ ਹੋ ਕੇ ਜੀ ਕੋਈ ਵੀ ਕਿਸੇ ਕਿਸਮ ਦੀ ਕਾਮਨਾ ਤੋਂ ਮੁਕਤ ਹੋ ਕੇ ਕੰਮ ਕਰੋ। ਜੇ ਪਹਿਲਾਂ ਹੀ ਇਹ ਗੱਲ ਆ ਗਈ ਨਾ ਮੈਂ ਲੀਡਰਾਂ ਤੇ ਮੈਂ ਲੀਡਰ ਦੇ ਤੌਰ ਤੇ ਵਿਚਰਨਾ ਹੈ, ਜੀ ਇਹ ਤਾਂ ਪਤਾ ਨਹੀਂ ਕਿਹਨੇ ਲੀਡਰ ਬਣਨਾ, ਕਿਹਨੇ ਨਹੀਂ, ਕਿਹਨੇ ਪਛੜ ਜਾਣਾ, ਕਿਹਨੇ ਅੱਗੇ ਨਿਕਲ ਜਾਣਾ। ਠੀਕ ਹੈ, ਠੀਕ ਹੈ ਨਾ। ਸੋ ਇੱਥੇ ਮੈਂ ਦੋ ਗੱਲਾਂ ਦੀ ਮੈਨੂੰ ਲੱਗਦਾ ਸਾਡੇ ਗੜਬੜ, ਇਹ ਵੈਸੇ ਤਾਂ ਇਹ ਖਾੜਕੂ ਸੰਘਰਸ਼ ਦੌਰਾਨ ਹੀ ਸਭ ਨੂੰ ਪਤਾ ਵੀ ਅਲੱਗ-ਅਲੱਗ ਫੋਰਸਾਂ, ਅਲੱਗ-ਅਲੱਗ ਧੜੇ ਸੀ। ਜੀ 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 ਹਨਾ, ਲਹਿਰ ਭਾਵੇਂ ਖਤਮ ਹੋ ਗਈ ਜੀ, ਪਰ ਇਹ ਮੈਂਟੈਲਿਟੀ ਉਹ ਚੱਲੀ ਹੈ, ਚੱਲੀ। ਆਪਦੇ ਆਪ ਨੂੰ ਪੰਥਾ ਦਾ ਨਾ ਸਮਝਦੇ, ਹਾਂਜੀ ਧੜਿਆਂ ਦਾ ਸਮਝਣਾ। ਜੀ ਜਿੰਨੀ ਸਾਰੀ ਪ੍ਰੈਕਟਿਸ ਆ 95 ਤੋਂ ਹੁਣ ਤੱਕ ਉਹ ਸਹੀ। ਵਿਅਕਤੀਆਂ ਦੁਆਲੇ ਤੇ ਧੜਿਆਂ ਦੁਆਲੇ ਚੱਲ ਰਹੀ ਵਿਅਕਤੀਗਤ, ਹੈ। ਬਿਲਕੁਲ ਸਹੀ। ਤੇ ਸਾਰੀ ਟਸਲ ਇਹ ਹੈ ਵੀ ਕੌਣ ਅੱਗੇ ਆਵੇ, ਇਹ ਬਿਰਤੀ ਤਿਆਗ ਦਿਓ। ਜੀ ਬੰਦਾ ਇਹ ਕਹੇ ਮੈਂ ਸਿੱਖ ਹਾਂ, ਬਸ ਮੈਂ ਕੋਈ ਲਾਗੂ ਨਹੀਂ, ਮੈਂ ਕੁਛ ਨਹੀਂ। ਜੀ ਵਿਦਵਾਨ ਨੂੰ ਆਪਦੀ ਵਿਦਵਤਾ ਦਾ ਘਮੰਡ ਨਾ ਹੋਵੇ। ਹਾਂਜੀ ਹਾਂਜੀ ਬਿਲਕੁਲ ਸਹੀ ਆ। ਹਨਾ, ਸੋ ਇਹ ਚੀਜ਼ਾਂ ਤੋਂ ਮੁਕਤ ਹੋ ਕੇ ਜੇ ਅਸੀਂ ਕੰਮ ਕਰਾਂਗੇ ਨਾ, ਇੱਕ ਪ੍ਰੋਸੈਸ ਚ ਪਾਵਾਂਗੇ ਹਾਂਜੀ ਹਾਂਜੀ, ਤਾਂ ਵਿੱਚੋਂ ਲੀਡਰ ਤਿਆਰ ਨਹੀਂ ਹੁੰਦਾ, ਲੀਡਰ ਇਵੋਲਵ ਹੁੰਦਾ। ਸਾਨੂੰ ਕਹਿਣਾ ਪਊਗਾ ਅਜਮੇਰ ਜੀ ਵੀ ਇਹ ਇੰਡੀਵਿਜੂਅਲ ਨਹੀਂ ਵੱਡਾ, ਮਾਸ ਵੱਡਾ, ਮਾਸ ਨੂੰ ਜ਼ਿਆਦਾ ਤਰਜੀਹ ਦੇਣੀ ਪਊ, ਜਾਂ ਸੰਗਤ ਵੱਡੀ ਜਾਂ ਕੁਝ ਵੀ ਵੱਡਾ? ਨਹੀਂ, ਉਹ ਤਾਂ ਖਰ ਗੁਰੂਆਂ ਨੇ ਕਿਹਾ ਹੀ ਹੈ, ਗੁਰੂ 20 ਵਿਸਵੇ ਸੰਗਤ 21 ਵਿਸਵੇ, ਦੈਟ ਵੇ ਤਾਂ ਉਹ ਗੱਲ ਠੀਕ ਹੈ। ਜੀ ਜੀ ਠੀਕ ਆ, ਪਰ ਉਹ ਸੰਗਤ ਕਿਹੜੀ? ਇਟਸ ਨਾਟ ਕਰਾਊਡ। ਹਾਂ ਬਿਲਕੁਲ ਬਿਲਕੁਲ, ਭੀੜਾ ਨਹੀਂ ਉਹ ਸੰਗਤ। ਸੰਗਤ ਉਹ ਹੈ ਜਿਹੜੇ ਸਪਿਰਚੁਅਲੀ ਅਵੇਕਨਡ, ਸੇਮ ਖਿਆਲਾਤ, ਸੇਮ ਨਹੀਂ, ਰੂਹਾਨੀ ਤੌਰ ਤੇ, ਜਿਹਦੇ ਅੰਦਰ ਰੂਹਾਨੀ ਚਿੰਗ ਹੈਗੀ ਹੈ ਨਾ। ਹਾਂਜੀ ਹਾਂਜੀ, ਉਹ ਸੰਗਤ ਹੈ। ਹੋਰ ਸਾਰੇ ਸਿੱਖ ਇਕੱਠੇ ਗੁਰਦੁਆਰੇ ਚ ਆਪਾਂ ਕਹਿ ਦਿੰਦੇ ਆ ਸੰਗਤ, ਉਹ ਤਾਂ ਚਲੋ ਟਰਮ ਚੱਲ ਪਈ। ਹਾਂਜੀ ਹਾਂਜੀ, ਜੇ ਆਪਾਂ ਉਂਝ ਦੇਖੀਏ ਸੰਗਤ, ਅੱਛਾ ਹਾਂ ਠੀਕ ਆ। ਤੇ ਜੇ ਗੁਰੂ ਰੂਪੀ ਸੰਗਤ ਕਹਿਣਾ ਹੈ, ਹਾਂਜੀ, ਗੁਰੂ ਪਿਆਰੀ ਤਾਂ ਆਪਾਂ ਕਹਿ ਸਕਦੇ ਆ, ਬਿਲਕੁਲ। ਉਹ ਤਾਂ ਗੁਰੂ ਰੂਪੀ ਸੰਗਤ ਆ ਉਹ ਨਾ, ਜਿਹੜੇ ਰੂਹਾਨੀ ਤੌਰ ਤੇ ਜਾਗਰੂਕ ਹੋਣਗੇ। ਹਾਂਜੀ ਹਾਂਜੀ, ਇਹ ਤਾਂ ਹੈ। ਗੁਰੂ ਪਿਆਰੀ ਤੱਕ ਹੋਰ ਲਫ਼ਜ਼ ਹੈ। ਹਾਂ, ਇਸ ਕਰਕੇ ਤੁਸੀਂ ਦੇਖੋ ਜਿਹੜੇ ਉਦੋਂ ਗੁਰਦੁਆਰੇ ਸੀ ਨਾ, ਹਾਂਜੀ, ਉਹਨਾਂ ਦੇ ਦਰਬਾਰ ਹਾਲ ਛੋਟੇ ਛੋਟੇ ਹੀ ਆ, ਵਾਲੇ ਵੱਡੇ ਨਹੀਂ ਪੁਰਾਤਨ ਗੁਰਦੁਆਰਿਆਂ ਦੇ। ਠੀਕ ਆ, ਕਿਉਂਕਿ ਸੰਗਤ ਤਾਂ ਉਨੀ ਹੁੰਦੀ ਸੀ। ਇਹ ਨਹੀਂ ਵੀ ਉਦੋਂ ਬਸੋਂ ਘੱਟ ਹੁੰਦੀ ਸੀ, ਇੰਨੀ ਵੀ ਘੱਟ। ਮਤਲਬ ਮੇਲਿਆਂ ਤੇ ਮੱਸਿਆ ਤੇ ਬਥੇਰੀ ਬਸੋਂ ਉੱਥੇ ਇਕੱਠੇ ਹੋ ਜਾਂਦੀ। ਸਹੀ ਗੱਲ ਹੈ। ਪਰ ਉਹ ਸੰਗਤ ਉਹ ਹੁੰਦੀ ਸੀ ਜਿਹੜੀ ਉੱਥੇ ਸਾਖੇ ਨੂੰ ਸਮਰਪਿਤ ਸੀ, ਗੁਰੂ ਦੇ ਜਿਹੜਾ ਉਹ ਗੁਰੂ ਲਿਵ ਚ ਹੁੰਦੀ ਸੀ। ਜੀ ਜੀ, ਸੋ ਇਸ ਕਰਕੇ ਨਾ ਅਸੀਂ ਉਹ ਪੈਦਾ ਕਰੀਏ। ਜੀ ਠੀਕ ਆ। ਜਦੋਂ ਅਸੀਂ ਗੁਰੂ ਨਾਲ ਜੁੜਨ ਦੀ ਗੱਲ ਕਰਦੇ ਆ, ਹਾਂਜੀ, ਜਦੋਂ ਬੰਦਾ ਗੁਰੂ ਨਾਲ ਜੁੜ ਗਿਆ ਉਦੋਂ ਦੀ ਮੈਂ ਸਭ ਕੁਝ ਜਾਊ। ਇਹ ਆਪਾਂ ਮੰਨ ਲਈਏ ਮੈਂ ਹੈ ਜੀ, ਬਹੁਤ ਜ਼ਿਆਦਾ। ਭਾਵੇਂ ਕੋਈ ਵਿਦਵਾਨ ਹੈ, ਭਾਵੇਂ ਕੋਈ ਕਲਾਕਾਰ ਹੈ, ਭਾਵੇਂ ਕੋਈ ਐਕਟਿਵਿਸਟ ਹੈ, ਕੁਛ ਵੀ ਹੈ, ਮਤਲਬ ਇਹ ਮੈਂ ਕਿਤੇ ਹੈ ਜੀ, ਹੈਗੀ ਆ, ਜਿਹੜੀ ਫਿਰ ਸਾਡੇ ਸਾਰੇ ਕੁਝ ਦੇ ਰਾਹ ਝੜਕਾ ਬਣ ਰਹੀ ਜੀ। ਸੋ ਇੱਕ ਤਾਂ ਇਸ ਪੱਖੋਂ ਵੀ ਧਰਮ ਚ ਰੀਅਲ ਸੈਂਸ ਦੇ ਵਿੱਚ ਸੁਦ੍ਰਿੜ ਹੋਇਆ ਜਾਵੇ। ਜੀ ਜੀ, ਉਹ ਬੈਕਬੋਨ ਬਣੂਗੀ ਸਾਡੀ ਫਿਰ ਸਾਰੀ ਸਟਰਗਲ ਦੀ। ਠੀਕ ਆ। ਬਾਕੀ ਬੰਦੇ ਹੋਰ ਟੈਲੈਂਟਡ ਬੜੇ ਆਉਣਗੇ। ਸਾਨੂੰ ਬੜੇ ਬੰਦਿਆਂ ਦੀ, ਸਾਨੂੰ ਡਿਪਲੋਮੈਟਸ ਦੀ ਲੋੜ ਹੈ, ਬਿਲਕੁਲ, ਸਾਨੂੰ ਐਡਮਿਨਿਸਟ੍ਰੇਟਰ ਦੀ ਲੋੜ ਹੈ, ਸਾਨੂੰ ਐਜੂਕੇਸ਼ਨਿਸਟਾਂ ਦੀ ਲੋੜ ਹੈ। ਜੀ ਜੀ ਜੀ, ਹੁਣ ਅਸੀਂ ਬੜੇ ਸੈਕਟੇਰੀਅਨ ਤੰਗ ਨਜ਼ਰ ਜੀ। ਸਾਡੇ ਕਹੇ ਜੇ ਪਮਾਨੇ ਆ ਵੀ ਦੂਜੇ ਵੀ ਇਹ ਤਾਂ ਗੱਲਾਂ ਵਾਲੇ, ਇਹਨਾਂ ਦਾ ਕੀ ਹੈ, ਇਹ ਪੜ੍ਹੇ ਲਿਖੇ ਜੇ ਮਰਦੇ ਨਹੀਂ ਹੁੰਦੇ ਜੀ, ਇਹ ਗੱਲਾਂ ਕਰ ਲੈਂਦੇ ਆ, ਲਿਖ ਲੈਂਦੇ ਆ, ਬੋਲ ਲੈਂਦੇ ਆ। ਹਾਂਜੀ, ਹਰ ਇੱਕ ਨੇ ਮਰਨਾ ਜਾਂ ਹਰ ਇੱਕ ਨੇ ਉਸ ਤਰ੍ਹਾਂ ਲੜਨਾ ਥੋੜਾ ਹੁੰਦਾ, ਨਹੀਂ ਹੁੰਦਾ, ਬਿਲਕੁਲ। ਹਾਂ, ਸੋਹਣ ਸੀਤਲ ਨੂੰ ਕਿਸੇ ਨੇ ਕਿਹਾ ਸੀਗਾ ਜੀ ਜੀ, ਹੁਣ ਉਹ ਬਹੁਤ ਵੱਡਾ ਲੀਜੈਂਡ ਸੀ ਨਾ ਢਾਡੀਆਂ। ਤੇ ਉਹ ਕਿਸੇ ਅਕਾਲੀ ਆਗੂ ਨੇ ਕਿਹਾ ਸੀ, ਕਹਿੰਦਾ ਸੀਤਲ ਸਾਹਿਬ ਤੁਸੀਂ ਬਥੇਰੀਆਂ 12 ਗਾ ਲੀਆਂ, ਅੱਛਾ, ਸ਼ਹੀਦਾਂ ਦੀਆਂ, ਕਿਤੇ ਹੁਣ ਆਪ ਵੀ ਸ਼ਹੀਦ ਹੋਣਾ ਕਿ ਨਹੀਂ?
ਠੀਕ ਹੈ। ਉਹਨੇ ਕਿਹਾ ਸੀ ਵੀ ਇਹ ਮੇਰਾ ਕੰਮ ਨਹੀਂ, ਹੂੰ, ਕਹਿੰਦਾ ਤੁਸੀਂ ਸ਼ਹੀਦ ਹੋਵੋ, ਅੱਛਾ ਮੈਂ ਤੁਹਾਡੇ ਤੇ 12 ਗਾਉਂਗਾ। ਠੀਕ ਆ, ਮਤਲਬ ਹੈ ਇਹ ਤਾਂ ਮਤਲਬ ਖੇਤਰ ਨਾ ਖੇਤਰ ਕਿ ਮੰਨਣਾ ਆਪਾਂ ਨੂੰ ਇਹ ਮੰਨਣਾ ਮੰਨਣਾ ਕੁਝ ਪਊਗਾ, ਖੇਤਰ ਬਿਲਕੁਲ, ਹੈਗੇ ਆ, ਬਿਲਕੁਲ। ਉਹ ਖੇਤਰ ਚ ਇਹੀ ਤੁਸੀਂ ਐਕਸੈਪਟੈਂਸੀ ਹੈ। ਉਹਨਾਂ ਕੋ ਨੂੰ ਤੁਸੀਂ ਮਾਨਤਾ ਦਿਓ ਤੇ ਉਹਨੂੰ ਪ੍ਰਵਾਨ ਕਰੋ, ਤੇ ਉਹਨਾਂ ਬੰਦਿਆਂ ਨੂੰ ਨਾ ਹੂੰ, ਐ ਨਾ ਵੀ ਇਹ ਕੀ ਨ ਬੰਦੇ, ਇਹ ਆਪਦੇ ਖੇਤਰ attitude ਚ ਉਹਨਾਂ ਜਿਹੜਾ ਨੂੰ ਮੁਕਾਮ ਹਾਸਲ ਕਰਨ ਦਿਓ। ਹਾਂ, ਇਹ ਐਟੀਟਿਊਡ ਇਹੀ ਇੱਕ ਹੋਰ ਕਿਸਮ ਦਾ ਬ੍ਰਾਹਮਣਵਾਦ ਹੈਗਾ ਹੈ। ਅੱਛਾ ਆ ਵੀ ਉਹਨਾਂ ਨੂੰ ਤੁਸੀਂ ਵੀ ਐਵੇਂ ਇਨਫੀਰੀਅਰ ਜੇ ਕੀ ਮੈਂ ਆ, ਹਾਂ ਹੁਣ ਸਹੀ ਜੇ ਕੋਈ ਬੰਦਾ ਅੰਮ੍ਰਿਤ ਛਕ ਲੇ ਮਤਲਬ ਉਹਦੇ ਚ ਇਹ ਆ ਜੇ ਘਮੰਡ ਆ ਜੇ ਹੂੰ ਵੀ ਇਹ ਕੀ ਹੈ, ਤੇ ਮੈਂ ਤਾਂ ਗੁਰੂ ਦਾ ਹੋ ਕੇ ਛਕ ਲਿਆ ਹੈ, ਜੀ ਜੀ ਮੈਂ ਤਾਂ ਨਿਤਨੇਮੀ ਆ, ਮੈਂ ਤਾਂ ਹੂੰ ਮਤਲਬ ਉਹ ਜਿਵੇਂ ਅੰਗਰੇਜ਼ੀ ਚ ਹੈ ਨਾ ਹਾਂਜੀ ਵੀ ਜਿਹੜਾ ਅਸਲ ਦੇ ਵਿੱਚ ਜਿਹੜਾ ਸਿਆਣਾ ਬੰਦਾ ਨਾ ਹਾਂਜੀ ਉਹ ਹੋਰ ਨਿਮਰ ਹੋਈ ਜਾਂਦਾ ਹੁੰਦਾ, ਜਿਹੜਾ ਵੱਧ ਪੜਿਆ ਲਿਖਿਆ ਹੈ। ਹਾਂਜੀ ਹਾਂਜੀ ਮੈਨੂੰ ਤੁਹਾਡੀ ਕੋਟ ਯਾਦ ਹੈ, the more you read the ਹਾਂ more you learn the more you humble। ਹਾਂ ਯਾਦ ਹੈ ਇਹ ਉਹ ਹੈ ਵੀ ਜੇ ਥੋੜੀ ਜਿਹੀ ਨਿਮਰਤਾ ਨਹੀਂ ਆਉਂਦੀ, ਹਾਂਜੀ ਹਲੀਮੀ ਨਹੀਂ ਆਉਂਦੀ, ਲੀਮੀ ਹੈਂਕੜ ਆ ਜਾਂਦੀ ਹੈ, ਇਹ ਤਾਂ ਸਹੀ ਫਿਰ ਹੈ। ਤਾਂ ਤੁਹਾਡੀ ਪੜ੍ਹਾਈ ਗਈ ਠੱਠੇ ਖੂਹ ਚ। ਹਾਂ ਸੋ ਇਹ ਗੱਲਾਂ ਨਾ ਅਸਲ ਦੇ ਵਿੱਚ ਹਾਂਜੀ ਇਹ ਜਿਹਨੂੰ ਅਸੀਂ ਕਿਰਦਾਰ ਦੀ ਗੱਲ ਕਰਦੇ ਹਾਂ, ਅਸੀਂ ਵੀ ਕਿਰਦਾਰ ਨੂੰ ਨਾ ਇੱਕ ਬੜਾ ਲਿਮਟਿਡ ਵਨ ਡਾਇਮੈਂਸ਼ਨਲ ਜਿਹਾ ਬਣਾ ਲਿਆ ਵੀ ਕਿਰਦਾਰ ਦਾ ਮਤਲਬ ਸੂਰਮਾ। ਇਹ ਹੈ ਇਹ ਹੈ ਜੀ ਜੀ ਸੀ, ਪਰਪੱਕਤਾ ਨਹੀਂ ਹੈ, ਸੂਰਮਾ ਹੈ। ਹਾਂ ਹਾਂ। ਮਤਲਬ ਕਿਰਦਾਰ ਤਾਂ ਮਤਲਬ ਇਹ ਹੈ ਵੀ ਸਹੀ। ਜਿਹੜੇ ਬੰਦੇ ਦੇ ਵਿੱਚ ਨਾ ਇਸ ਕਿਸਮ ਦੀਆਂ ਸਪਿਰਚੁਅਲ ਕੁਆਲਿਟੀਜ਼ ਆ ਜਾਣ। ਜੀ ਰਾਜ ਜੀ ਕਰਦਾ ਸਮਾਂ ਵੀ ਹੁਣ ਇਜਾਜ਼ਤ ਲੈਣ ਦਾ ਸਮਾਂ ਇਜਾਜ਼ਤ ਨਹੀਂ ਦਿੰਦਾ, ਗੱਲਾਂ ਚ ਵਿੱਚ ਆਪਾਂ ਜੀਤ ਨਹੀਂ ਕਰਦਾ ਪਰ ਦਿਲ ਨਹੀਂ ਕਰਦੇ ਬਿਲਕੁਲ ਜੀ, ਪਰ ਇਹ ਪਰ ਦਿਲ ਦੇ ਪਿੱਛੇ ਨਹੀਂ ਜਾਣਾ ਚਾਹੀਦਾ, ਇਹ ਮਨਮੱਤ ਹੁੰਦਾ ਹੈ। ਹਾਂਜੀ ਹਾਂਜੀ ਨਹੀਂ ਕਈ ਵਾਰ ਬਿਲਕੁਲ ਖਾਣ ਤੋਂ ਬੰਦਾ ਹੁੰਦਾ ਵੀ ਖਾਣ ਛੱਡਣਾ ਨਹੀਂ ਜੀ ਹਾਂਜੀ ਕਰਦਾ, ਬਿਲਕੁਲ ਇਸ ਇਹ ਕਰਕੇ ਜ਼ਰੂਰ ਇੱਕ ਵਾਰੀ ਫੇਰ ਦੱਸ ਬਹੁਤ ਕੇ ਸਮਾਂ ਜਾਈਏ। ਹੋ ਬਹੁਤ ਸਮਾਂ ਹੋ ਗਿਆ ਜੀ ਜੀ ਇੱਕ ਵਾਰੀ ਫੇਰ ਦੱਸਦੇ ਜਾਈਏ 4 ਤਰੀਕ ਨੂੰ ਜੋ ਨਗਰ ਹਾਂਜੀ। ਕੀਰਤਨ ਸੈਨ ਫਰਾਂਸਿਸਕੋ ਦੇ ਵਿੱਚ ਆ, ਅਜਮੇਰ ਸਿੰਘ ਜੀ ਉੱਥੇ ਵੀ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਉਹ ਪੇਸ਼ ਕਰਨਗੇ, ਤੇ ਬਾਕੀ ਜਿਹੜੀ ਫਰੀडम ਮਾਰਚ ਸੋਵਰਨਿਟੀ ਰੈਲੀ ਜਿਹੜੀ ਇਹ ਹੋਣੀ ਹੈ, ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸੈਨ ਫਰਾਂਸਿਸਕੋ ਦੇ ਵਿੱਚ। ਸੋ ਤੁਸੀਂ ਸਾਰਿਆਂ ਨੇ ਪਰਿਵਾਰਾਂ ਸਮੇਤ ਹੋਮ ਹਮਾ ਕੇ ਪਹੁੰਚਣਾ ਆ ਆਉਂਦੀ 4 ਤਰੀਕ ਨੂੰ, ਪਰਸੋਂ ਸ਼ਨੀਚਰਵਾਰ ਨੂੰ ਸਵੇਰੇ ਜਿਹੜਾ ਤੁਸੀਂ ਸੈਨ ਫਰਾਂਸਿਸਕੋ ਦੇ ਵਿੱਚ ਪਹੁੰਚੋ। ਵੀਕਐਂਡ ਦੇ ਉੱਤੇ ਉੱਥੇ ਪਾਰਕਿੰਗ ਫ੍ਰੀ ਹੁੰਦੀ ਆ, ਵੈਸੇ ਬਹੁਤ ਸਾਰੇ ਗੁਰੂ ਘਰਾਂ ਤੋਂ ਬੱਸਾਂ ਚੱਲਣੀਆਂ ਨੇ, ਤੁਸੀਂ ਉਹਦੇ ਵਿੱਚ ਆਓ, ਪਰਿਵਾਰਾਂ ਸਮੇਤ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ, ਤੇ ਇਸ ਪੰਥਕ ਇਕੱਠ ਦੇ ਵਿੱਚ ਜਿਹੜਾ ਤੁਸੀਂ ਜ਼ਰੂਰ ਹਾਜ਼ਰੀਆਂ ਭਰੋ। ਤੇ ਅਜਮੇਰ ਸਿੰਘ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਪੰਥਕ ਬੁਲਾਰੇ ਆ ਉੱਥੇ ਆਪਣੇ ਵਿਚਾਰ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਨਗੇ। ਸੋ ਫਿਰ ਹੁਣ ਲਈਏ ਜੀ ਇਜਾਜ਼ਤ। ਹਾਂਜੀ ਬਿਲਕੁਲ ਜੀ ਜੀ ਤੇ ਬਹੁਤ ਸ਼ੁਕਰੀਆ ਅਜਮੇਰ ਸਿੰਘ ਜੀ, ਮੇਰੇ ਪ੍ਰਵੀਨ ਸ਼ਰਮਾ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ, ਤੇ ਬਹੁਤ ਬਹੁਤ ਤੁਹਾਨੂੰ ਸਾਰਿਆਂ ਦਾ ਧੰਨਵਾਦ, ਤੇ ਅਜਮੇਰ ਸਿੰਘ ਜੀ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।